ਤੀਜੀ ਖਾਲਸਾ ਕਾਲਜ ਗਲੋਬਲ ਪੰਜਾਬੀ ਕਾਨਫਰੰਸ ਵਿੱਚ ਨਿੱਘਾ ਸਵਾਗਤ ਕਰਦੇ ਹਾਂ। ਇਹ 2 ਰੋਜ਼ਾ ਗਲੋਬਲ ਕਾਨਫਰੰਸ ਕਾਲਜ ਦੇ ਡਾਇਮੰਡ ਜੁਬਲੀ ਵਰ੍ਹੇ ਨੂੰ ਸਮਰਪਿਤ ਹੈ। ਖਾਲਸਾ ਕਾਲਜ ਪਟਿਆਲਾ ਦਾ ਪਹਿਲਾ ਅਕਾਦਮਿਕ ਸੈਸ਼ਨ 1960 ਵਿੱਚ ਬਹੁਤ ਹੀ ਦੂਰਦਰਸ਼ੀ ਸ਼ਖਸੀਅਤਾਂ ਦੀ ਅਣਥੱਕ ਮਿਹਨਤ ਸਦਕਾ ਸ਼ੁਰੂ ਹੋਇਆ ਅਤੇ ਹੁਣ ਇਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ 6500 ਤੋਂ ਵੱਧ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਪ੍ਰਦਾਨ ਕਰ ਰਹੀ ਹੈ। ਨੈਕ ਵੱਲੋਂ A ਗ੍ਰੇਡ ਨਾਲ ਸਨਮਾਨਿਤ ਇਹ ਇੱਕ ਖੁਦ ਮੁਖਤਿਆਰ ਸੰਸਥਾ ਹੈ। ਕਾਲਜ ਵਿਦ ਪੋਟੈਂਸ਼ੀਅਲ ਫॉर ਐਕਸਲੈਂਸ ਦਾ ਰੁਤਬਾ ਮਾਣ ਰਹੀ ਇਸ ਸੰਸਥਾ ਨੂੰ DBT ਵੱਲੋਂ ਸਟਾਰ ਕਾਲਜ ਸਟੇਟਸ ਨਾਲ ਸਨਮਾਨਿਆ ਗਿਆ। ਇਹ ਸਾਰੀਆਂ ਬੇਮਿਸਾਲ ਪ੍ਰਾਪਤੀਆਂ ਅਕਾਦਮਿਕ, ਖੇਡਾਂ ਅਤੇ ਸਹਿ ਵਿਦਿਅਕ ਗਤੀਵਿਧੀਆਂ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਹੀ ਹਾਸਲ ਹੋ ਸਕੀਆਂ ਹਨ। ਸ਼ਾਹੀ ਸ਼ਹਿਰ ਪਟਿਆਲਾ ਦੀ ਆਨ ਬਾਨ ਅਤੇ ਸ਼ਾਨ ਖਾਲਸਾ ਕਾਲਜ ਪਟਿਆਲਾ ਦੇ ਵਿਰਾਸਤ ਨਾਲ ਲਬਰੇਜ਼ ਇਸ ਕੈਂਪਸ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਹੈ। ਉਦਘਾਟਨੀ ਸੈਸ਼ਨ ਵਿੱਚ ਅਸੀਂ ਅੱਜ ਦੇ ਮੁੱਖ ਮਹਿਮਾਨ ਮਾਨਯੋਗ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ, ਮੈਂਬਰ ਪਾਰਲੀਮੈਂਟ ਭਾਰਤ ਸਰਕਾਰ ਦਾ ਅਸੀਂ ਦਿਲੀ ਸਵਾਗਤ ਕਰਦੇ ਹਾਂ। ਕਾਨਫਰੰਸ ਦੀ ਪ੍ਰਧਾਨਗੀ ਕਰਨ ਆਏ ਸਤਿਕਾਰਯੋਗ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਜੀ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ। ਕੁੰਜੀਵਤ ਭਾਸ਼ਣ ਦੇਣ ਪਹੁੰਚੇ ਮਾਨਯੋਗ ਡਾਕਟਰ ਰਵੇਲ ਸਿੰਘ ਜੀ, ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਦਿੱਲੀ ਦਾ ਅਸੀਂ ਦਿਲੀ ਸਵਾਗਤ ਕਰਦੇ ਹਾਂ। ਵਿਸ਼ੇਸ਼ ਮਹਿਮਾਨ ਸਰਦਾਰ ਗਿਆਨ ਸਿੰਘ ਜੀ ਕੰਗ, ਜੋ ਉਚੇਚੇ ਤੌਰ 'ਤੇ ਸਾਡੇ ਵਿੱਚ ਕੈਨੇਡਾ ਤੋਂ ਪਹੁੰਚੇ ਹਨ, ਜਿਹਦਾ ਅਸੀਂ ਦਿਲੀ ਸਵਾਗਤ ਕਰਦੇ ਹਾਂ। ਅਸੀਂ ਜੀ ਆਇਆਂ ਨੂੰ ਆਖਦੇ ਹਾਂ ਸਾਡੇ ਆਨਰਰੀ ਸਕੱਤਰ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਦਾ। ਸਾਡੇ ਪੰਜਾਬ ਦੇ ਰਤਨ ਡਾਕਟਰ ਸਰੂਪ ਸਿੰਘ ਜੀ ਅਲੱਗ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਵੈਲਕਮ ਸਰ। ਸਾਡੇ ਪੰਜਾਬ ਦੇ ਗੌਰਵ ਡਾਕਟਰ ਰੂਪ ਸਿੰਘ ਜੀ, ਡਾਕਟਰ ਸਰਬਜਿੰਦਰ ਸਿੰਘ ਜੀ, ਸ਼੍ਰੀਮਤੀ ਨਿਰਮਲ ਰਿਸ਼ੀ ਜੀ, ਸਰਦਾਰ ਦਰਸ਼ਨ ਸਿੰਘ ਜੀ ਬੁੱਟਰ ਦਾ ਅਤੇ ਸਰਦਾਰ ਪਰਮਿੰਦਰ ਸੋਢੀ ਜੀ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ। ਸਾਡੇ ਪੰਜਾਬ ਦੇ ਮਾਨ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ, ਬੀਬੀ ਡਾਕਟਰ ਇੰਦਰਜੀਤ ਕੌਰ ਜੀ, ਸਰਦਾਰ ਜਗਜੀਤ ਸਿੰਘ ਜੀ ਦਰਦੀ, ਸਰਦਾਰ ਅਮਰ ਸਿੰਘ ਭੁੱਲਰ ਜੀ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ। ਸਾਰੇ ਮਹਾਂਦੀਪਾਂ ਤੋਂ ਪਹੁੰਚੇ, ਦੇਸ਼ ਵਿਦੇਸ਼ਾਂ ਤੋਂ ਪਹੁੰਚੇ ਪਤਵੰਤੇ ਸੱਜਣ, ਵੱਖ-ਵੱਖ ਕਾਲਜਿਸ ਦੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ, ਮਾਂ ਬੋਲੀ ਦੇ ਚਾਹਵਾਨ, ਕਾਲਜ ਦੇ ਅਧਿਆਪਕ ਸਾਹਿਬਾਨ, ਕਾਲਜ ਦੇ ਸਾਬਕਾ ਅਧਿਆਪਕ ਸਾਹਿਬਾਨ, ਵਿਦਿਆਰਥੀ ਅਤੇ ਪ੍ਰੈਸ ਦੇ ਨੁਮਾਇੰਦਿਆਂ ਦਾ ਅਸੀਂ ਇਸ ਤੀਸਰੀ 2 ਰੋਜ਼ਾ ਗਲੋਬਲ ਕਾਨਫਰੰਸ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦੇ ਹਾਂ। ਧੰਨਵਾਦ। ਭਾਵੇਂ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸਦਾ ਹੋਏ, ਉਸ ਦਾ ਦਿਲ ਆਪਣੀ ਮਾਂ ਬੋਲੀ ਲਈ ਧੜਕਦਾ ਹੈ ਅਤੇ ਇਸ ਦੀ ਕਾਮਯਾਬੀ ਦੇ ਲਈ ਸਹਿਕਦਾ ਹੈ। ਪੰਜਾਬੀ ਭਾਸ਼ਾ ਦਾ ਭਵਿੱਖ ਯਕੀਨਨ ਸੁਨਹਿਰੀ ਹੈ, ਕਿਉਂਕਿ ਇਸ ਦੇ ਇਤਨੇ ਆਸ਼ਕ, ਇਤਨੇ ਪ੍ਰੇਮੀ, ਇਤਨੇ ਚਾਹਵਾਨ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਆਪਣੇ ਹੀ ਅੰਦਾਜ਼ ਦੇ ਵਿੱਚ ਇਸ ਦੀ ਤਰੱਕੀ ਦੇ ਲਈ ਯੋਗਦਾਨ ਪਾ ਰਹੇ ਹਨ। ਆਓ ਸਾਰੇ ਮਿਲ ਕੇ ਅੱਜ ਅਸੀਂ ਆਪਣੀ ਬਹੁਤ ਹੀ ਮਿੱਠੀ, ਸ਼ਹਿਦ ਨਾਲੋਂ ਮਿੱਠੀ ਪੰਜਾਬੀ ਜਿਹੜੀ ਬੋਲੀ ਹੈ, ਮਾਂ ਬੋਲੀ, ਇਸ ਨੂੰ ਮਾਣੀਏ। ਕਾਲਜ ਦੀ ਰਵਾਇਤ ਅਨੁਸਾਰ ਅਸੀਂ ਆਈਆਂ ਹੋਈਆਂ ਮੁਅੱਜ਼ਜ਼ ਸ਼ਖਸੀਅਤਾਂ ਨੂੰ ਇੱਕ ਸਤਿਕਾਰਤ ਚਿੰਨ੍ਹ ਦੇ ਕੇ ਮਾਣ ਹਾਸਲ ਕਰਨ ਦੀ ਖੁਸ਼ੀ ਪ੍ਰਾਪਤ ਕਰਦੇ ਹਾਂ। ਮੈਂ ਮਾਣਯੋਗ ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ ਡਾਕਟਰ ਧਰਮਿੰਦਰ ਸਿੰਘ ਉੱਭਾ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਹ ਰਸਮ ਆਪਣੇ ਕਰ ਕਮਲਾਂ ਨਾਲ ਅਦਾ ਕਰਨ। ਮਾਣਯੋਗ ਪ੍ਰਿੰਸੀਪਲ ਸਾਹਿਬ।
ਆਪਣੇ ਆਪਣੇ ਖੇਤਰ ਦੀਆਂ ਮਾਹਿਰ ਇਹ ਮੁਅੱਜ਼ਜ਼ ਸ਼ਖਸੀਅਤਾਂ ਨੂੰ ਸਤਿਕਾਰ ਚਿੰਨ੍ਹ ਭੇਂਟ ਕਰ ਰਹੇ ਹਨ ਸਾਡੇ ਪ੍ਰਿੰਸੀਪਲ ਸਾਹਿਬ। ਬਹੁਤ ਹੀ ਕਾਬਿਲ ਸ਼ਖਸੀਅਤਾਂ, ਬਹੁਤ ਹੀ ਨਾਮਵਰ, ਵਿਲੱਖਣ ਪ੍ਰਤਿਭਾ ਨਾਲ ਲਬਰੇਜ਼ ਇਹ ਮੁਅੱਜ਼ਜ਼ ਸ਼ਖਸੀਅਤਾਂ, ਸੰਸਥਾਪਕ ਸਰਦਾਰ ਸੁਰਜੀਤ ਸਿੰਘ ਜੀ ਰਖੜਾ, ਜਿਨ੍ਹਾਂ ਦੀ ਰਹਿਨੁਮਾਈ ਹੇਠ ਇਸ ਕਾਨਫਰੰਸ ਦੀ ਰੂਪਰੇਖਾ ਉਲੀਕੀ ਗਈ। ਬਹੁਤ ਬਹੁਤ ਧੰਨਵਾਦ ਸਰ। ਹੁਣ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਏ ਸਾਰੇ ਮੁਅੱਜ਼ਜ਼ ਸ਼ਖਸੀਅਤਾਂ ਦਾ ਸਵਾਗਤ ਕਰਨ ਅਤੇ ਜੋ ਕਾਨਫਰੰਸ ਹੈ ਉਸ ਦਾ ਉਦੇਸ਼ ਪ੍ਰਸਤੁਤ ਕਰਨ। ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ, ਮੈਂਬਰ ਪਾਰਲੀਮੈਂਟ, ਸਾਡੀ ਸੰਸਥਾ ਦੇ ਰੂਹੇ ਰਵਾਂ, ਇਸ ਦੇ ਮਾਰਗਦਰਸ਼ਕ, ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਬਹੁਤ ਹੀ ਮਾਣਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਸਾਡੀ ਇਸ ਸਾਰੀ ਕਾਨਫਰੰਸ ਦੇ ਸਰਪ੍ਰਸਤ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਲਗਾਤਾਰ ਕਾਲਜ ਦੇ ਜਿਹੜੇ ਸਾਰੇ ਸਮਾਗਮ, ਕਾਲਜ ਦਾ ਵਿਕਾਸ ਸਾਰਾ ਜਿਹੜਾ ਹੈ ਉਲੀਕਿਆ ਜਾਂਦਾ ਹੈ, ਉਸ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ, ਮਾਨਯੋਗ ਸਰਦਾਰ ਸੁਰਜੀਤ ਸਿੰਘ ਜੀ ਰਖੜਾ, ਆਨਰੇਰੀ ਸਕੱਤਰ ਗਵਰਨਿੰਗ ਬਾਡੀ, ਵਿਸ਼ੇਸ਼ ਮਹਿਮਾਨ ਸਰਦਾਰ ਗਿਆਨ ਸਿੰਘ ਜੀ ਕੰਗ ਸਾਹਿਬ। ਅੱਜ ਦੇ ਇਸ ਸਮਾਗਮ ਵਿੱਚ ਜੋ ਗਲੋਬਲ ਪੰਜਾਬੀ ਕਾਨਫਰੰਸ 'ਚ ਅਸੀਂ ਲਾਈਫ ਟਾਈਮ ਅਚੀਵਮੈਂਟ ਗਲੋਬਲ ਪੰਜਾਬ ਰਤਨ ਦਿੰਦੇ ਹਾਂ, ਉਸ ਦੇ ਜੋ ਅੱਜ ਅਵਾਰਡ ਪ੍ਰਾਪਤ ਕਰਤਾ ਬਹੁਤ ਹੀ ਵੱਡੀ ਸਿੱਖ ਪੰਥ ਦੀ ਸ਼ਖਸੀਅਤ ਡਾਕਟਰ ਸਰੂਪ ਸਿੰਘ ਜੀ ਅਲੱਗ ਸਾਹਿਬ। ਖਾਲਸਾ ਕਾਲਜ ਗਲੋਬਲ ਪੰਜਾਬ ਗੌਰਵ ਪੁਰਸਕਾਰ ਉਹਨਾਂ 5 ਨਾਮੀ ਹਸਤੀਆਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਨੇ ਸਾਹਿਤ ਦੇ ਖੇਤਰ ਵਿੱਚ, ਸੱਭਿਆਚਾਰ ਦੇ ਖੇਤਰ ਵਿੱਚ, ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਦੇ ਖੇਤਰ ਵਿੱਚ, ਗੁਰਮਤਿ ਸਾਹਿਤ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੋਵੇ। ਉਹਨਾਂ ਦੇ ਵਿੱਚ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਉੱਘੇ ਸਿੱਖ ਚਿੰਤਕ ਡਾਕਟਰ ਰੂਪ ਸਿੰਘ ਜੀ, ਪੰਜਾਬੀ ਸਾਹਿਤ ਦੇ, ਗੁਰਮਤਿ ਸਾਹਿਤ ਦੇ ਵਿੱਚ ਬੜੇ ਉਤਸ਼ਾਹ ਨਾਲ ਬੜਾ ਨਿੱਘਰ ਯੋਗਦਾਨ ਪਾਉਣ ਵਾਲੇ ਔਰ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਵਿੱਚ ਇੱਕ ਐਸਾ ਕਮਾਲ ਦਾ ਸੁਨੇਹਾ ਜਿਨ੍ਹਾਂ ਨੇ ਦਿੱਤਾ ਹੈ, ਕਿਤਾਬਾਂ ਦੇ ਮੇਲੇ ਲਗਾਉਣ ਵਾਲੇ ਡਾਕਟਰ ਸਰਬਜਿੰਦਰ ਸਿੰਘ ਜੀ, ਪੰਜਾਬੀ ਫਿਲਮ ਜਗਤ, ਥੀਏਟਰ ਜਗਤ ਦੀ ਉਹ ਸ਼ਖਸੀਅਤ ਜਿਨ੍ਹਾਂ ਬਿਨਾਂ ਪੰਜਾਬੀ ਫਿਲਮਾਂ ਅਧੂਰੀਆਂ ਨੇ, ਹਰ ਫਿਲਮ ਦੀ ਉਹ ਸ਼ਾਨ ਨੇ, ਪੰਜਾਬੀ ਮਾਂ ਬੋਲੀ ਦਾ ਮਾਣ ਨੇ, ਮੈਡਮ ਨਿਰਮਲ ਰਿਸ਼ੀ ਜੀ, ਸ਼੍ਰੋਮਣੀ ਕਵੀ ਜਿਨ੍ਹਾਂ ਦੀ ਕਵਿਤਾ ਦੇ ਵਿੱਚ ਇੱਕ ਵੱਖਰੀ ਸੰਵੇਦਨਸ਼ੀਲਤਾ ਹੈ, ਦਰਸ਼ਨ ਬੁੱਟਰ ਜੀ ਜਿਹੜੇ ਕੇਂਦਰੀ ਲੇਖ ਸਭਾ ਦੇ ਪ੍ਰਧਾਨ ਨੇ, ਔਰ ਜਾਪਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ, ਪੰਜਾਬੀ ਸੱਭਿਆਚਾਰ ਦਾ, ਪੰਜਾਬੀ ਪਹਿਰਾਵੇ ਦਾ ਜਿਹੜਾ ਬਹੁਤ ਵੱਡਾ ਨਾਮਣਾ ਪੈਦਾ ਕਰ ਰਹੇ ਨੇ ਔਰ ਜਿਨ੍ਹਾਂ ਨੇ ਅਨੇਕਾਂ ਜਾਪਾਨੀ ਕਿਤਾਬਾਂ ਨੂੰ ਪੰਜਾਬੀ 'ਚ ਲਿਆਂਦਾ, ਪੰਜਾਬੀ ਕਿਤਾਬਾਂ ਨੂੰ ਜਾਪਾਨੀ 'ਚ ਲੈ ਕੇ ਆਏ ਔਰ ਬਹੁਤ ਖੂਬਸੂਰਤ ਸ਼ਾਇਰ ਸਰ ਪਰਮਿੰਦਰ ਸੋਢੀ ਜੀ, ਸਾਡੇ ਜੋ ਕੀਨੋਟ ਸਪੀਕਰ ਨੇ ਡਾਕਟਰ ਰਵੇਲ ਸਿੰਘ ਜੀ ਜਿਹੜੇ ਪ੍ਰੋਫੈਸਰ ਨੇ ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ, ਅਤੇ ਉਸ ਤੋਂ ਅਗਲੀ ਸ਼ਖਸੀਅਤ ਜਿਨ੍ਹਾਂ ਨੂੰ ਅਸੀਂ ਮਾਣ ਪੰਜਾਬ ਦਾ ਅਵਾਰਡ ਦੇਣਾ, ਜਿਨ੍ਹਾਂ ਨੂੰ ਦੁਨੀਆ ਨੇ ਬੇਤਹਾਸ਼ਾ ਅਵਾਰਡ ਦਿੱਤੇ ਨੇ, ਸਨਮਾਨ ਦਿੱਤੇ ਨੇ ਔਰ ਜਿਨ੍ਹਾਂ ਦਾ ਇੱਕੋ ਇੱਕ ਸਿਧਾਂਤ ਹੈ ਕਿ ਥਿਊਰੀ ਨਹੀਂ ਵਿਵਹਾਰ, ਅਸੀਂ ਪੜ੍ਹਨਾ ਨਹੀਂ ਕੰਮ ਕਰਕੇ ਦਿਖਾਈਏ। ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਜਿਹੜੀ ਸਮੁੱਚੀ ਦੁਨੀਆ 'ਚ ਸਾਡਾ ਮਾਣ ਨੇ, ਕੌਮ ਦਾ ਸਨਮਾਨ ਨੇ। ਉਹਨਾਂ ਤੋਂ ਬਾਅਦ ਇੱਕ ਅਜਿਹੀ ਸ਼ਖਸੀਅਤ ਜਿਹੜੇ ਇੱਕ ਅਜਿਹਾ ਕਾਰਜ ਕਰ ਰਹੇ ਨੇ, ਮੈਨੂੰ ਇਹ ਲੱਗਦਾ ਕਿ ਮਨੁੱਖਤਾ ਦੀ ਸੇਵਾ ਲਈ ਉਦੋਂ ਵੱਡਾ ਕਾਰਜ ਨਹੀਂ ਹੋ ਸਕਦਾ। ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੁੱਖ ਸੇਵਕ ਡਾਕਟਰ ਇੰਦਰਜੀਤ ਕੌਰ ਜੀ, ਪੰਜਾਬੀ ਮੀਡੀਆ ਦੀ, ਪੰਜਾਬੀ ਜ਼ੁਬਾਨ ਦੀ, ਪੰਜਾਬੀ ਟੀਵੀ ਦਾ ਇੱਕ ਬਹੁਤ ਵੱਡਾ ਨਾਮ ਔਰ ਖਾਲਸਾ ਕਾਲਜ ਪਟਿਆਲਾ ਦੇ 55 ਸਾਲ ਪੁਰਾਣੇ ਵਿਦਿਆਰਥੀ ਸਰਦਾਰ ਜਗਜੀਤ ਸਿੰਘ ਜੀ ਦਰਦੀ ਸਾਹਿਬ, ਕੈਨੇਡਾ ਦੇ ਵਿੱਚ ਪੰਜਾਬੀਅਤ ਦਾ ਝੰਡਾ ਬੁਲੰਦ ਕਰ ਰਹੇ ਹਮਦਰਦ ਅਖਬਾਰ ਦੇ ਰਾਹੀਂ ਸਰਦਾਰ ਅਮਰ ਸਿੰਘ ਜੀ ਭੁੱਲਰ ਸਾਹਿਬ, ਮੇਰੇ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਦੇ ਮੈਂਬਰ ਬੀਬੀ ਕੁਲਦੀਪ ਕੌਰ ਜੀ ਟੌੜਾ, ਸਤਵਿੰਦਰ ਸਿੰਘ ਜੀ ਟੌੜਾ,
ਪ੍ਰਿੰਸੀਪਲ ਸਾਹਿਬਾਨ, ਵੱਖ-ਵੱਖ ਦੇਸ਼ਾਂ ਤੋਂ ਸਾਡੇ ਹੋਰ ਨੁਮਾਇੰਦੇ ਪਹੁੰਚੇ ਨੇ, ਬਹੁਤ ਮਾਣਯੋਗ ਸ਼ਖਸੀਅਤਾਂ ਸਾਰੀਆਂ ਜਿਹੜੀਆਂ ਸਮਾਜ ਦੀਆਂ ਉਹ ਪਹੁੰਚੀਆਂ ਨੇ, ਪੱਤਰਕਾਰ, ਜਰਨਲਿਸਟ, ਮੀਡੀਆ ਦੇ ਸਾਰੇ ਦੋਸਤ, ਵੱਖ-ਵੱਖ ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ, ਡੈਲੀਗੇਟਸ, ਇਸ ਕਾਲਜ ਦੇ ਪ੍ਰੋਫੈਸਰ ਸਾਹਿਬਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਸੰਸਥਾ, ਜੋ ਕਿ ਨਾਰਥ ਇੰਡੀਆ ਦੀ ਇੱਕ ਮਿਆਰੀ ਸੰਸਥਾ ਹੈ, ਉਹਦੇ ਵਿੱਚ ਤਸ਼ਰੀਫ ਲੈ ਕੇ ਆਉਣ 'ਤੇ ਜੀ ਆਇਆਂ ਨੂੰ ਆਖਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ, ਖੁਸ਼ਾਮਦੀਦ ਕਹਿੰਦਾ ਹਾਂ, ਇਸ 'ਤੇ ਕਵਾਲ ਕਰਦਾ ਹਾਂ। ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੀ ਜੋ ਇਹ ਸੰਸਥਾ ਹੈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਸੰਸਥਾ ਹੈ ਜਿਸ ਨੂੰ UGC ਵੱਲੋਂ, ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੀ ਵੀ ਸਕੀਮ ਭਰੀ ਗਈ ਉਹ ਸਿਲੈਕਟ ਹੋ ਕੇ ਆਈ। ਇਹ ਸਿਲਸਿਲਾ ਸ਼ੁਰੂ ਹੁੰਦਾ ਹੈ ਜਦੋਂ ਇਨੋਵੇਟਿਵ ਕੋਰਸ ਭਾਰਤ ਸਰਕਾਰ ਨੇ ਦੇਣੇ ਸ਼ੁਰੂ ਕੀਤੇ। ਮਾਸਟਰ ਆਫ ਲੀਡਰਸ਼ਿਪ ਡਿਵੈਲਪਮੈਂਟ ਦਾ ਕੋਰਸ ਦਿੱਤਾ। ਖਾਲਸਾ ਕਾਲਜ ਪਹਿਲਾ ਕਾਲਜ ਸੀ ਜਿਸ ਨੂੰ ਉਹ ਜਿਹੜਾ ਹੈ ਇਨੋਵੇਟਿਵ ਕੋਰਸ ਮਿਲਿਆ। ਨੈਕ ਨੇ ਸਾਨੂੰ A ਗ੍ਰੇਡ ਦਿੱਤਾ। UGC ਨੇ ਸਾਨੂੰ ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸਲੈਂਸ ਦਾ ਸਟੇਟਸ ਦਿੱਤਾ। ਉਸ ਤੋਂ ਬਾਅਦ UGC ਨੇ ਸਾਨੂੰ ਆਟੋਨੋਮਸ ਦਾ ਦਰਜਾ ਦਿੱਤਾ। ਤੇ ਪਿਛਲੇ ਦਿਨੀ ਗਵਰਨਮੈਂਟ ਆਫ ਇੰਡੀਆ ਦੇ DBT ਨੇ, ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਨੇ, ਸਾਡੇ 4 ਜਿਹੜੇ ਡਿਪਾਰਟਮੈਂਟ ਸੀ, ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਔਰ ਬਾਇਓਟੈਕਨੋਲੋਜੀ, ਉਹਨਾਂ ਨੂੰ ਸਟਰੈਂਥਨ ਕਰਨ ਲਈ ਲਗਭਗ 1 ਕਰੋੜ ਰੁਪਏ ਦੀ ਸਟਾਰ ਸਕੀਮ ਜਿਹੜੀ ਸੀ ਦਿੱਤੀ ਕਿ ਤੁਸੀਂ ਆਪਣੇ ਸਾਇੰਸ ਵਿਭਾਗਾਂ ਨੂੰ ਮਜ਼ਬੂਤ ਕਰੋ। ਮੈਂ ਦੱਸਣ ਦੀ ਖੁਸ਼ੀ ਲੈ ਰਿਹਾ ਸਾਰੇ ਹੀ ਮਹਿਮਾਨਾਂ ਨੂੰ ਕਿ ਖਾਲਸਾ ਕਾਲਜ ਪਟਿਆਲਾ ਪਿਛਲੇ 14 ਸਾਲ ਤੋਂ ਲਗਾਤਾਰ, ਔਰ ਪਿਛਲੇ 3 ਸਾਲ ਤੋਂ ਪਹਿਲਾਂ ਸੱਭਿਆਚਾਰਕ ਸਰਗਰਮੀਆਂ 'ਚ ਜ਼ੋਨਲ ਯੂਥ ਫੈਸਟੀਵਲ ਦੇ ਵਿੱਚ, ਉਸ ਤੋਂ ਬਾਅਦ ਇੰਟਰ ਜ਼ੋਨਲ, ਜਿਸ ਪੰਜਾਬੀ ਯੂਨੀਵਰਸਿਟੀ ਦੇ 276 ਕਾਲਜ ਹਿੱਸਾ ਲੈਂਦੇ ਨੇ, 276 ਕਾਲਜਾਂ ਦਾ ਸਰਬੋਤਮ ਕਾਲਜ ਖਾਲਸਾ ਕਾਲਜ ਪਟਿਆਲਾ ਬਣਿਆ। ਮੈਨੂੰ ਇਹ ਵੀ ਦੱਸਣ ਦੀ ਖੁਸ਼ੀ ਆ, ਜਦੋਂ ਮੈਂ ਖਾਲਸਾ ਕਾਲਜ ਪਟਿਆਲਾ ਦੀ ਗੱਲ ਕਰਦਾ, ਉਸ ਸਾਰੀ ਯੂਨੀਵਰਸਿਟੀ 'ਚ ਜਿਹੜਾ ਦੂਜੇ ਨੰਬਰ 'ਤੇ ਕਾਲਜ ਆਇਆ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਆਇਆ। ਔਰ ਸਾਰੀ ਯੂਨੀਵਰਸਿਟੀ 'ਚੋਂ ਜੋ ਤੀਜੇ ਨੰਬਰ 'ਤੇ ਕਾਲਜ ਆਇਆ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਾਲਸਾ ਕਾਲਜ ਅਨੰਦਪੁਰ ਸਾਹਿਬ ਆਇਆ। ਮੈਂ ਇਹ ਬਹੁਤ ਫਖਰ ਨਾਲ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਸੰਸਥਾਵਾਂ ਨੇ, ਉਹ ਨਾ ਕੇਵਲ ਅਕਾਦਮਿਕਤਾ ਦੇ ਖੇਤਰ ਵਿੱਚ, ਆਪਣੇ ਸੱਭਿਆਚਾਰ ਦੇ ਖੇਤਰ ਵਿੱਚ, ਆਪਣੇ ਸੰਸਕਾਰਾਂ ਦੇ ਖੇਤਰ ਵਿੱਚ, ਆਪਣੀਆਂ ਕਦਰਾਂ ਕੀਮਤਾਂ ਦੇ ਖੇਤਰ ਵਿੱਚ ਇੱਕ ਅਜਿਹਾ ਮੁਕਾਮ ਹਾਸਲ ਕਰ ਰਹੀਆਂ ਨੇ ਜਿਨ੍ਹਾਂ ਉੱਪਰ ਨਾ ਕੇਵਲ ਸਾਡਾ ਸਮਾਜ ਮਾਣ ਕਰ ਰਿਹਾ ਹੈ, ਬਲਕਿ ਦੱਖਣ ਦੁਨੀਆ ਦੇ ਹੋਰ ਜਿਹੜੇ ਅਦਾਰੇ ਨੇ ਉਹ ਵੀ ਇਸ ਉੱਪਰ ਮਾਣ ਕਰ ਰਹੇ ਹਨ। ਔਰ ਉਸ ਤੋਂ ਬਾਅਦ ਫਿਰ ਪੰਜਾਬ ਦਾ ਮੁਕਾਬਲਾ ਹੋਇਆ। ਸਾਰੀਆਂ 22 ਯੂਨੀਵਰਸਿਟੀਆਂ ਨੇ ਹਿੱਸਾ ਲਿਆ ਤੇ ਉਹਨਾਂ 22 ਯੂਨੀਵਰਸਿਟੀਆਂ 'ਚੋਂ ਫਸਟ ਆਈ ਪੰਜਾਬੀ ਯੂਨੀਵਰਸਿਟੀ ਪਟਿਆਲਾ। ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 70% ਯੋਗਦਾਨ ਖਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਦਾ ਰਿਹਾ, ਉਹ ਅਸੀਂ ਜਿੱਤੇ। ਨਾਰਥ ਇੰਡੀਆ ਦੇ ਵਿੱਚ 30 ਬੰਦੇ ਟੋਟਲ ਪਾਰਟਿਸਿਪੇਟ ਕਰਨਗੇ, ਜਿੱਥੇ ਆਲ ਇੰਡੀਆ ਯੂਨੀਵਰਸਿਟੀ ਹੋਇਆ ਉਹਦੇ ਵਿੱਚੋਂ ਵੀ 14 ਵਿਦਿਆਰਥੀ ਖਾਲਸਾ ਕਾਲਜ ਪਟਿਆਲਾ ਨੇ ਰਿਪਰੈਜ਼ੈਂਟ ਕੀਤੇ। ਜਦੋਂ ਮੈਂ ਖੇਡਾਂ ਦੀ ਗੱਲ ਕਰਦਾ ਤਾਂ ਖੇਡਾਂ ਦੇ ਖੇਤਰ ਵਿੱਚ ਪਿੱਛੇ ਜਿਹੜੀਆਂ ਏਸ਼ੀਅਨ ਖੇਡ ਗੇਮਾਂ ਹੋਈਆਂ ਉਹਦੇ ਵਿੱਚ ਸਾਡੇ ਭਾਰਤ ਦੇ ਡੈਲੀਗੇਸ਼ਨ ਵਿੱਚ 2 ਵਿਦਿਆਰਥੀ ਖਾਲਸਾ ਕਾਲਜ ਪਟਿਆਲਾ ਦੇ ਸਨ। ਔਰ ਹਰਿਆਣੇ ਦੇ ਵਿੱਚ ਜੋ ਸਰਦਾਰ ਸੰਦੀਪ ਸਿੰਘ ਖੇਡ ਮੰਤਰੀ ਬਣੇ, ਮੈਨੂੰ ਦੱਸਣ ਦੀ ਖੁਸ਼ੀ ਆ ਕਿ ਉਹ ਵੀ ਖਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀ ਰਹੇ ਹਨ। ਖਾਲਸਾ ਕਾਲਜ ਪਟਿਆਲਾ ਦਾ ਪ੍ਰਧਾਨ ਸਾਹਿਬ, ਮੈਂ ਜਿਸ ਤਰ੍ਹਾਂ ਬਾਰੀ-ਬਾਰੀ ਇੱਕੋ ਹੀ ਗੱਲ ਦੱਸਦਾ ਹੁੰਦਾ ਕਿ ਸਾਡਾ ਸਟਾਫ ਇੱਕ ਟੀਮ ਹੈ ਔਰ ਸਾਰੇ ਸਟਾਫ ਮੈਂਬਰ ਇਸ ਕਮਿਟਮੈਂਟ ਨਾਲ, ਇਸ ਡੈਡੀਕੇਸ਼ਨ ਨਾਲ ਕੰਮ ਕਰਦੇ ਨੇ ਕਿ ਸਾਡੇ ਆਉਣ ਦਾ ਤਾਂ ਟਾਈਮ ਕਾਲਜ 'ਚ ਹੁੰਦਾ ਕਿ ਕਿੰਨੇ ਵਜੇ ਆਉਣਾ, ਪਰ ਜਾਣ ਦੀ ਸੀਮਾ ਕਿਸੇ ਦੇ ਉੱਤੇ ਕੋਈ ਨਹੀਂ ਹੈ। ਰਾਦਰ ਉਹ ਜਿੰਨਾ ਵੀ ਸਮਾਂ ਹੈ ਉਸ ਤੋਂ ਵੱਧ ਵੀ ਡਿਵੋਟ ਕਰਦੇ ਨੇ। ਔਰ ਸਾਰੀਆਂ ਜੋ ਇਹ ਸਾਰੇ ਪ੍ਰਬੰਧ ਨੇ ਇਹ ਸਾਡੇ ਪ੍ਰੋਫੈਸਰ ਸਾਹਿਬਾਨ, ਉਹਨਾਂ ਦੀਆਂ ਟੀਮਾਂ ਦੁਆਰਾ ਕੀਤਾ ਜਾਂਦਾ। ਔਰ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਰਪ੍ਰਸਤੀ ਹਾਸਲ ਹੈ, ਸਾਡੇ ਚੀਫ ਸੈਕਟਰੀ ਸਾਹਿਬ ਬੈਠੇ ਨੇ, ਪ੍ਰਧਾਨ ਸਾਹਿਬ ਨੇ, ਮੈਨੂੰ ਨਹੀਂ ਲੱਗਦਾ ਕਿ ਸਾਡੀ ਕੋਈ ਵੀ ਜਿਹੜੀ ਉਸਾਰੂ ਪ੍ਰਪੋਜ਼ਲ ਹੈ ਉਸ ਨੂੰ ਕਦੇ ਵੀ ਕਿਸੇ ਪੱਧਰ ਦੇ ਉੱਤੇ ਰੋਕਿਆ ਗਿਆ ਹੋਵੇ, ਉਸ ਦੇ ਵਿੱਚ ਕੋਈ ਵਿਘਨ ਪਾਇਆ ਗਿਆ ਹੋਵੇ। ਬਟ ਆਲਵੇਜ਼ ਦੇ ਆਰ ਵੈਰੀ ਵੈਰੀ ਹੈਲਪਫੁਲ। ਹਮੇਸ਼ਾ ਹੀ ਉਹਨਾਂ ਨੇ ਸਾਨੂੰ, ਉਹ ਜਿਵੇਂ ਨਾ ਕਈ ਲੋਕਾਂ ਨੂੰ ਇੱਕ ਬਲੈਂਕ ਚੈੱਕ ਮਿਲਿਆ ਹੁੰਦਾ, ਸਾਨੂੰ ਉਸ ਤਰੀਕੇ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਹੈ ਉਹ ਬਲੈਂਕ ਚੈੱਕ ਦਿੱਤਾ ਗਿਆ ਹੈ, ਜਿਸ ਸਦਕਾ ਇਹ ਸੰਸਥਾ ਅੱਗੇ ਪਹੁੰਚ ਰਹੀ ਹੈ। ਔਰ ਮੈਂ ਬਹੁਤ ਭਰੋਸੇ ਨਾਲ ਆਖ ਸਕਦਾ ਕਿ ਆਉਣ ਵਾਲੇ 5 ਸਾਲਾਂ 'ਚ ਮੈਂ ਇਸ ਸਾਰੀ ਭਰੀ ਆਡੀਅנס ਦੇ ਵਿੱਚ ਵਿਸ਼ਵਾਸ ਦਿਵਾਉਣਾ ਕਿ ਖਾਲਸਾ ਕਾਲਜ ਪਟਿਆਲਾ ਹਿੰਦੁਸਤਾਨ ਦੇ ਪਹਿਲੇ 10 ਕਾਲਜਾਂ ਦੇ ਵਿੱਚ ਸ਼ੁਮਾਰ ਹੋਏਗਾ। ਇਹ ਪਹਿਲੀ ਵਾਰੀ ਹੋਇਆ। ਪੰਜਾਬੀ ਯੂਨੀਵਰਸਿਟੀ ਦੇ ਪੁਸਤਕ ਮੇਲੇ ਵਿੱਚ 86 ਸਟਾਲਾਂ ਲੱਗੀਆਂ ਡਾਕਟਰ ਸਰਬਜਿੰਦਰ ਸਿੰਘ ਹੋਰਾਂ ਦੀ ਅਗਵਾਈ 'ਚ,
ਤੇ ਸਾਰੇ ਕਾਲਜਾਂ ਚੋਂ, ਪੰਜਾਬ ਦੇ ਸਾਰੇ ਕਾਲਜਾਂ ਚੋਂ ਇੱਕੋ ਇੱਕ ਕਾਲਜ ਸੀ ਜਿਸ ਦਾ ਪਬਲੀਕੇਸ਼ਨ ਸੈੱਲ ਦੀ ਉੱਥੇ ਕਿਤਾਬਾਂ ਵੇਚਣ ਦੀ ਸਟਾਲ ਵੀ ਅਸੀਂ ਨਾਲ ਲਾਈ। ਅਸੀਂ ਹਰ ਪਾਸੇ ਨੂੰ ਕਾਰਜ ਕਰਦੇ ਹਾਂ। ਪ੍ਰਧਾਨ ਸਾਹਿਬ, 35 ਟੀਚਰਸ ਨੂੰ UGC ਨੇ ਸਕੀਮਾਂ ਬੰਦ ਕਰਤੀਆਂ ਖੋਜ ਕਰਨ ਦੀਆਂ। ਜਿੱਥੇ ਖੋਜ ਨਹੀਂ, ਉਹ ਸੰਸਥਾਵਾਂ ਵਿਕਾਸ ਨਹੀਂ ਕਰ ਸਕਦੀਆਂ। ਅਸੀਂ ਆਪਣੇ ਕਾਲਜ ਦੇ ਵਿੱਚ ਰਿਸਰਚ ਫੰਡ ਪ੍ਰਧਾਨ ਸਾਹਿਬ ਦੀ ਆਗਿਆ ਨਾਲ ਕ੍ਰੀਏਟ ਕੀਤਾ। ਉਸ ਰਿਸਰਚ ਫੰਡ ਦੇ ਵਿੱਚੋਂ ਅਸੀਂ ਕਾਲਜ ਦੇ 35 ਅਧਿਆਪਕ ਸਾਹਿਬਾਨ ਨੂੰ ਵੱਖ-ਵੱਖ ਵਿਸ਼ਿਆਂ ਤੇ ਖੋਜ ਕਰਨ ਲਈ ਜਿਹੜੇ ਨੇ ਉਹ ਰਿਸਰਚ ਪ੍ਰੋਜੈਕਟ ਦਿੱਤੇ ਨੇ। ਤੇ ਜਿਹੜੀ ਮੈਂ ਹੁਣ ਗੱਲ ਦੱਸਣ ਜਾ ਰਿਹਾ, ਇਹ ਸ਼ਾਇਦ ਅਸੀਂ ਵੱਡੀਆਂ ਦਿੱਲੀ ਦੀਆਂ ਯੂਨੀਵਰਸਿਟੀਆਂ ਜਾਂ ਹੋਰ ਥਾਵਾਂ ਤੇ ਸੁਣਦੇ ਸੀ। ਸਾਡੇ ਕਾਲਜ ਦੇ ਡਾਕਟਰ ਸਰਬਜੀਤ ਸਿੰਘ ਆਹਲੂਵਾਲੀਆ ਨੂੰ ਭਾਰਤ ਸਰਕਾਰ ਵੱਲੋਂ ਉਹਨਾਂ ਦੀ ਜੋ ਡਰੇਨੇਜ ਦੇ ਵਿੱਚ ਕੈਮੀਕਲ ਜਿੱਥੇ ਕਲਰ ਮਿਕਸ ਹੁੰਦੇ ਆ, ਉਸ ਤੇ ਕੀਤੀ ਖੋਜ ਬਦਲੇ ਉਹਨਾਂ ਦਾ ਪੇਟੈਂਟ ਜਿਹੜਾ ਹੈ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਕਿ ਇਸ ਤੇ ਅਧਿਕਾਰ ਖਾਲਸਾ ਕਾਲਜ ਦਾ ਹੋਏਗਾ। ਇਹ ਤੁਸੀਂ ਸਾਰਾ ਸਿਧਾਂਤ ਜਿਹੜਾ ਹੈ ਸਭ ਨੂੰ ਦੇਣਾ ਹੈ। ਅਸੀਂ ਪੰਜਾਬੀ ਬੋਲੀ ਲਈ ਇਹ ਨਹੀਂ ਕਿ ਕੋਈ ਅਸੀਂ ਇਹ ਜਿਹੜਾ ਹੈ ਪਰਉਪਕਾਰ ਕਰ ਰਹੇ ਹਾਂ, ਸਾਡਾ ਫਰਜ਼ ਹੈ, ਸਾਡੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਸਾਡੀ ਮਾਂ ਬੋਲੀ ਦੇ ਕਾਰਜ ਹੋਣ, ਵੱਧ ਚੜ੍ਹ ਕੇ ਹੋਣ, ਵੱਧ ਤੋਂ ਵੱਧ ਵਿਕਾਸ ਹੋਵੇ। ਔਰ ਉਹ ਵਿਕਾਸ ਅਸੀਂ ਮਹਿਜ ਗੱਲਾਂ ਨਾਲ ਨਹੀਂ ਕਰ ਰਹੇ। ਇਸ ਕਾਲਜ ਦੀਆਂ 35 ਪਬਲੀਕੇਸ਼ਨਸ ਜਿਹੜੀਆਂ ਨੇ, ਜਿਨ੍ਹਾਂ 'ਚੋਂ ਬਹੁਤ ਗਿਣਤੀ ਇਹੋ ਜਿਹੇ ਥੀਮਸ ਦੇ ਉੱਤੇ ਹੈਗੀਆਂ ਨੇ ਜੋ ਸਮਾਜ ਦੇ ਲਈ ਇੱਕ ਬਹੁਤ ਵੱਡਾ ਲੈਸਨ ਬਣ ਰਹੀਆਂ ਨੇ, ਅਸੀਂ ਉਹ ਕਾਰਜ ਲਗਾਤਾਰ ਕਰ ਰਹੇ ਹਾਂ। ਔਰ ਮੈਨੂੰ ਇਹ ਪੂਰਨ ਆਸ ਹੈ ਕਿ ਮਾਨਯੋਗ ਪ੍ਰਧਾਨ ਸਾਹਿਬ ਦੀ ਸਰਪ੍ਰਸਤੀ, ਸਾਡੀ ਗਵਰਨਿੰਗ ਕਾਉਂਸਲ ਦੇ ਆਨਰਰੀ ਸਕੱਤਰ ਸਰਦਾਰ ਸੁਰਜੀਤ ਸਿੰਘ ਜੀ ਰਖੜਾ, ਸਾਡੀ ਗਵਰਨਿੰਗ ਕਾਉਂਸਲ ਦੇ ਮਾਰਗਦਰਸ਼ਕ ਸਾਹਿਬ ਬਲਵਿੰਦਰ ਸਿੰਘ ਜੀ ਭੂੰਦੜ, ਸਾਡੇ ਚੀਫ ਸੈਕਟਰੀ ਸਾਹਿਬ ਡਾਕਟਰ ਰੂਪ ਸਿੰਘ ਜੀ ਔਰ ਸਾਡੇ ਸਾਰੇ ਸਟਾਫ ਦੀ ਇੱਕ ਜਿਹੜੀ ਇਸ ਤਰ੍ਹਾਂ ਦੀ ਸਾਈਨਰਜੀ ਹੈ, ਉਸ ਸਦਕਾ ਸਾਡੀ ਕਮੇਟੀ ਦੀ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਸਿੱਖਾਂ ਦੀ ਇਹ ਸਿਰਮੌਰ ਸੰਸਥਾ ਦੁਨੀਆ ਦੇ ਵਿੱਚ ਇੱਕ ਆਪਣਾ ਵੱਖਰਾ ਮੁਕਾਮ ਸਿਰਜੇਗੀ। ਇਸ ਆਸ ਨਾਲ ਮੈਂ ਆਪ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ ਔਰ ਵਾਹਿਗੁਰੂ ਅੱਗੇ ਇਹ ਅਰਦਾਸ ਬੇਨਤੀ ਕਰਦਾ ਹਾਂ ਕਿ ਪਰਮਾਤਮਾ ਹਮੇਸ਼ਾ ਸਾਨੂੰ ਸਮਤ ਬਖਸ਼ੇ, ਆਸ਼ਾਵਾਦੀ ਰਾਹਾਂ ਵੱਲ ਤੋਰੇ, ਸਕਾਰਾਤਮਕ ਰਾਹਾਂ ਵੱਲ ਤੋਰੇ, ਜਿਸ ਸਦਕਾ ਅਸੀਂ ਸਾਰੇ ਖਾਲਸਾ ਕਾਲਜ ਪਟਿਆਲਾ ਵਿੱਚੋਂ ਕੁਝ ਬ੍ਰਾਂਡ ਐਂਬੈਸਡਰਸ ਜਿਹੜੇ ਨੇ ਉਹ ਪੈਦਾ ਕਰ ਸਕੀਏ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ, ਮੈਂਬਰ ਰਾਜ ਸਭਾ, ਤੇ ਹੋਰ ਸਾਰੇ ਮੰਚ ਤੇ ਵਿਰਾਜਮਾਨ ਬਹੁਤ ਵੀ ਵਿਦਵਾਨ ਸੱਜਣ ਔਰ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਉਪਲਬਧੀਆਂ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਮਹਾਨ ਸ਼ਖਸੀਅਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਮੇਰੇ ਸਾਹਮਣੇ ਵਿਰਾਜਮਾਨ ਗੁਰੂ ਪ੍ਰਸਾਦ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਜੋ ਅੱਜ ਗਲੋਬਲ ਪੰਜਾਬੀ ਕਾਨਫਰੰਸ ਖਾਲਸਾ ਕਾਲਜ ਦੇ ਵਿੱਚ ਕੀਤੀ ਜਾ ਰਹੀ ਹੈ, ਔਰ ਮੈਂ ਸਾਡੇ ਆਨਰਰੀ ਸੈਕਟਰੀ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਾਹਿਬ ਔਰ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਜੀ ਉੱਭਾ ਜੀ, ਇਹਨਾਂ ਦੀ ਬਹੁਤ ਸ਼ਲਾਘਾ ਕਰਦਾ ਕਿ ਇਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਹੈ। ਅੱਜ ਬਹੁਤ ਹੀ ਮਹਾਨ ਵੱਖ-ਵੱਖ ਖੇਤਰਾਂ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ, ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਇੱਥੇ ਬੁਲਾ ਕੇ ਔਰ ਜਿਨ੍ਹਾਂ ਦਾ ਮਾਣ ਸਨਮਾਨ ਜਿਹੜਾ ਇੱਥੇ ਕੀਤਾ ਹੈ, ਸੋ ਮੈਂ ਬਹੁਤ ਹੀ ਧੰਨਵਾਦੀ ਹਾਂ। ਔਰ ਜਿਸ ਤਰ੍ਹਾਂ ਬਹੁਤ ਸਾਰੇ ਵਿਦਵਾਨ ਸੱਜਣ ਇੱਥੇ ਪਹੁੰਚੇ ਨੇ, ਉਹਨਾਂ ਨੇ ਸਾਰਿਆਂ ਨੇ ਆਪਣੇ ਵੱਖ-ਵੱਖ ਵਿਸ਼ਿਆਂ 'ਤੇ ਪੰਜਾਬੀ ਦੇ ਉੱਤੇ ਪਰਚੇ ਵੀ ਪੜ੍ਹਨੇ ਨੇ, ਜਿਨ੍ਹਾਂ ਤੋਂ ਸਾਨੂੰ ਬਹੁਤ ਵੱਡਾ ਔਰ ਗਿਆਨ ਪ੍ਰਾਪਤ ਹੋਣਾ ਹੈ। ਬਹੁਤ ਵਧੀਆ ਜਿਹੜੀਆਂ ਸਾਨੂੰ ਇਸ ਗੱਲ ਦਾ ਪਤਾ ਲੱਗਣਾ ਹੈ ਕਿ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ 11 ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਪ੍ਰਤੀਨਿਧ ਜਿਹੜੇ ਨੇ ਇੱਥੇ ਪਹੁੰਚੇ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਮਹਾਨ ਸੰਸਥਾ ਹੈ, ਔਰ ਜਿਹੜੀ
1920 ਦੇ ਵਿੱਚ ਬੜੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ। 1925 ਦੇ ਵਿੱਚ ਇਹਦਾ ਸੰਵਿਧਾਨ ਜਿਹੜਾ ਸੀ ਉਹਦਾ ਨਿਰਮਾਣ ਕੀਤਾ ਗਿਆ, ਔਰ ਆਹ ਸਾਲ ਅਸੀਂ ਪੂਰਾ 100 ਸਾਲ ਸ਼ਤਾਬਦੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਨਾਉਣ ਜਾ ਰਹੇ ਹਾਂ 15 ਨਵੰਬਰ ਨੂੰ। ਔਰ ਜੇ ਅਸੀਂ 100 ਸਾਲਾ ਇਤਿਹਾਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇਖੀਏ ਤਾਂ ਇਹਦੇ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀਆਂ ਨੇ। ਇਹ ਵੀ ਅਸੀਂ ਦੇਖ ਰਹੇ ਹਾਂ ਕਿ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੀ ਸੰਸਥਾ, ਔਰ ਬਹੁਤ ਵੱਡੇ ਧਰਮ ਨੇ ਵੀ ਨੇ, ਲੇਕਿਨ ਇਸ ਤਰ੍ਹਾਂ ਦੀ ਚੁਣੀ ਹੋਈ ਸੰਸਥਾ ਜਿਹੜੀ ਪੰਥ ਦੀ ਚੁਣੀ ਹੋਈ ਸੰਸਥਾ ਹੋਵੇ, ਔਰ ਜਿਨ੍ਹਾਂ ਨੂੰ ਆਪਣੇ ਵੋਟ ਦੇ ਨਾਲ ਇਹ ਸੰਸਥਾ ਨੂੰ ਚੁਣਿਆ ਜਾਂਦਾ ਹੈ, ਇਹ ਇੱਕ ਵਿਲੱਖਣ ਜਿਹੜੀ ਹੈ ਆਪਣੀ ਸੰਸਥਾ ਹੈ। ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰੇ ਕਾਰਜ ਕਰਦੀ ਹੈ। ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਅੱਜ ਸਾਡਾ ਜਿਹੜਾ ਸੋਸ਼ਲ ਮੀਡੀਆ ਹੈ ਜਾਂ ਵੱਖਰਾ ਇਲੈਕਟ੍ਰੋਨਿਕ ਮੀਡੀਆ, ਹੋਰ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਐਸੀਆਂ ਤਾਕਤਾਂ ਨੇ, ਔਰ ਜਿਹੜੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਇਸ ਸੰਸਥਾ ਨੂੰ ਬਦਨਾਮ ਕਰਨ ਦੇ ਉੱਤੇ ਤੁਲੇ ਹੋਏ ਨੇ। ਅਸੀਂ ਰੋਜ਼ ਪੜ੍ਹ ਕੇ ਹੈਰਾਨ ਹੋ ਜਾਂਦੇ ਹਾਂ ਕਿਵੇਂ ਇਸ ਸੰਸਥਾ ਦੇ, ਔਰ ਜਿਹਨੇ ਇੰਨੀਆਂ ਕੰਮ ਕਰ ਰਹੀ ਹੈ, ਇੰਨੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਇਹ ਹੋਂਦ ਵਿੱਚ ਆਈ ਹੈ, ਅੱਜ ਕੁਝ ਐਸੀਆਂ ਤਾਕਤਾਂ, ਐਸੀ ਪੰਥ ਵਿਰੋਧੀ ਲੋਕ ਜਿਹੜੇ ਨੇ ਇਸ ਸੰਸਥਾ ਨੂੰ ਬਦਨਾਮ ਕਰਨ 'ਤੇ ਲੱਗੇ ਹੋਏ ਨੇ। ਔਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਬਹੁਤ ਵੱਡੇ ਕਾਰਜ ਕਰਦੀ ਹੈ, ਵੱਖ-ਵੱਖ ਸਮਿਆਂ 'ਤੇ ਵੱਡੀਆਂ ਸ਼ਤਾਬਦੀਆਂ ਜਦੋਂ ਹੁੰਦੀਆਂ ਨੇ ਉਹ ਮਨਾਈਆਂ ਜਾਂਦੀਆਂ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਈ ਜਾਂਦੀ ਹੈ। ਹੁਣੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਔਰ 500 ਸਾਲਾ ਜਿਹੜਾ ਅਸੀਂ ਮਨਾ ਕੇ ਹਟਿਆਂਗੇ, ਔਰ ਮੈਂ ਸਮਝਦਾ ਕਿ ਇਹ ਸ਼ਤਾਬਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਕਾਰਜ ਕੀਤੇ ਜਾਂਦੇ ਨੇ। ਔਰ ਮੈਂ ਸਮਝਦਾ ਕਿ ਇੰਨੇ ਕਾਰਜਾਂ ਦੇ ਬਾਵਜੂਦ ਜਿੱਥੇ ਅਸੀਂ ਧਰਮ ਦੇ ਖੇਤਰ ਵਿੱਚ ਕੰਮ ਕਰਦੇ ਹਾਂ, ਉਹਦੇ ਨਾਲ ਵਿੱਦਿਆ ਦੇ ਖੇਤਰ ਵਿੱਚ ਵੀ ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਹੁਣੇ ਡਾਕਟਰ ਉੱਭਾ ਜੀ ਨੇ ਦੱਸਿਆ ਕਿ ਜੇ ਤਰ੍ਹਾਂ ਸਾਡੇ ਇਹ ਕਾਲਜ ਨੇ, ਔਰ ਇਹਨਾਂ ਕਾਲਜਾਂ ਦਾ ਨਾਂ ਅੱਜ ਸਾਡੇ ਹਿੰਦੁਸਤਾਨ ਦੇ ਇੱਕ ਪੋਟਿਆਂ 'ਤੇ ਚੁਣੇ ਜਾਂਦੇ ਜਿਹੜੇ ਕਾਲਜ ਨੇ ਉਹਨਾਂ ਉੱਤੇ ਨਾਂ ਆ ਰਿਹਾ ਹੈ। ਹਰ ਖੇਤਰ ਦੇ ਵਿੱਚ ਪ੍ਰਾਪਤੀਆਂ ਕੀਤੀਆਂ, ਐਜੂਕੇਸ਼ਨ, ਸੱਭਿਆਚਾਰ, ਔਰ ਇਸੇ ਤਰ੍ਹਾਂ ਸਪੋਰਟਸ ਦੇ ਵਿੱਚ ਸਾਰਾ ਕੁਝ ਹੀ ਹੁਣ ਤੁਹਾਨੂੰ ਦੱਸਿਆ ਇਹਨਾਂ ਕਾਲਜਾਂ ਦੀ ਬਹੁਤ ਵੱਡੀ ਦੇਣ ਹੈ। ਇਹਦਾ ਮਾਣ ਜੇ ਜਾਂਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂਦਾ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਇਸ ਇਕੱਲਾ ਇਹੀ ਨਹੀਂ, ਔਰ ਜੇ ਅਸੀਂ ਸਿਹਤ ਦੇ ਵੱਲ ਦੇਖੀਏ ਤਾਂ ਜਿਹੜੀ ਸਾਡੀ ਗੁਰੂ ਰਾਮਦਾਸ ਯੂਨੀਵਰਸਿਟੀ ਹੈ, ਅੱਜ ਹਿੰਦੁਸਤਾਨ ਦੀਆਂ ਗਿਣਤੀ ਦੀਆਂ ਯੂਨੀਵਰਸਿਟੀਆਂ ਵਿੱਚ ਜੇ ਨਾਂ ਆਉਂਦਾ ਤਾਂ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਜਿਹੜੀ ਸਾਡੀ ਯੂਨੀਵਰਸਿਟੀ ਹੈ ਔਰ ਉਹਦਾ ਨਾਂ ਆਉਂਦਾ। ਇਹ ਉਪਲਬਧੀਆਂ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੇ। ਇੱਥੇ ਹੀ ਨਹੀਂ, ਜੋ ਸਾਨੂੰ ਸਰਬੱਤ ਦਾ ਭਲਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਦਿੱਤਾ ਹੈ, ਔਰ ਸਰਬੱਤ ਦੇ ਭਲੇ 'ਤੇ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰਦੀ ਹੈ, ਇਕੱਲੇ ਸਿੱਖਾਂ ਦੇ ਵਾਸਤੇ ਨਹੀਂ। ਔਰ ਕਿਸੇ ਦੇ ਉੱਤੇ ਵੀ ਕੋਈ ਔਰ ਭੀੜ ਪੈਂਦੀ ਹੈ, ਕੋਈ ਆਫਤ ਆਉਂਦੀ ਹੈ, ਕੋਈ ਅਤਿਆਚਾਰ ਹੁੰਦਾ ਹੈ, ਉੱਥੇ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚਦੀ ਹੈ। ਭਾਵੇਂ ਭੁਚਾਲ ਦੀ ਗੱਲ ਕਰ ਲਈਏ, ਸੁਨਾਮੀ ਲਹਿਰਾਂ ਦੀ ਗੱਲ ਕਰ ਲਈਏ, ਕੇਰਲਾ ਦੇ ਵਿੱਚ ਆਏ ਤਾਂ ਉੱਥੇ ਕੋਈ ਸਿੱਖੋਂ ਦੀ ਵਸੋਂ ਨਹੀਂ ਸੀ, ਲੇਕਿਨ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਪਹੁੰਚੀ। ਅੱਜ ਤੱਕ ਉੱਥੇ ਸਰਕਾਰਾਂ ਜਿਹੜੀਆਂ ਨੇ ਇਸ ਗੱਲ ਦੀ ਸ਼ਲਾਘਾ ਕਰਦੀਆਂ ਨੇ। ਜੇ ਜੰਮੂ ਕਸ਼ਮੀਰ 'ਚ ਜੋ ਜਾਈ ਉਹ ਵੀ, ਮੇਰਾ ਮਤਲਬ ਕਹਿਣ ਦਾ ਕਿ ਇੰਨੇ ਕੰਮ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ। ਜਿਹੜੀ ਸਿੱਖਾਂ ਦੀ ਜਿਹੜੀ ਕਹਿੰਦੇ ਨੇ ਗੋਲਕ ਦੇ ਵਿੱਚੋਂ ਪੈਸਾ ਇਕੱਲਾ ਲੰਗਰਾਂ ਵਾਸਤੇ ਨਹੀਂ, ਸਿਰਫ ਅਸੀਂ ਉਹ ਗੋਲਕ ਦੇ ਪੈਸੇ ਦੇ ਨਾਲ ਲੰਗਰ ਲਾਉਣੇ ਆ, ਉਹ ਗੋਲਕ ਦੇ ਪੈਸੇ ਨਾਲ ਜਿੱਥੇ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ, ਹੋਰ ਵੀ ਕਾਰਜ ਵੱਡੇ ਕੀਤੇ ਜਾਂਦੇ ਨੇ, ਸਮਾਜਿਕ ਕਾਰਜ, ਐਜੂਕੇਸ਼ਨ ਦੇ ਵਿੱਚ, ਹੈਲਥ ਦੇ ਵਿੱਚ, ਸਮਾਜ ਸੇਵੀ ਕੰਮ, ਬਹੁਤ ਸਾਰੇ ਕੰਮ ਕੀਤੇ ਜਾਂਦੇ ਨੇ। ਮੈਂ ਸਾਰਾ ਪਾਸੇ ਲੱਗਾ ਤਾਂ ਬੜਾ ਲੰਮਾ ਇਸ ਗੱਲ ਦੇ ਉੱਤੇ ਟਾਈਮ ਲੱਗਦਾ ਹੈ। ਸੋ ਅੱਜ ਪੰਜਾਬੀ ਸਾਡੀ ਸਿੱਖਾਂ ਦੀ ਮਾਂ ਬੋਲੀ ਹੈ, ਗੁਰੂਆਂ ਦੀ ਬਰੋਸਾਈ ਹੋਈ ਬੋਲੀ ਹੈ। ਸੋ ਇਹਦੇ ਲਈ ਉન્નਤੀ ਕਰਨਾ, ਇਹਦਾ ਵਿਸਥਾਰ ਕਰਨਾ, ਔਰ ਅੱਜ ਦੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਇਹਦਾ ਔਰ ਸਿੱਖਿਆ ਦੇਣੀ, ਇਹਦੀ ਸਭ ਤੋਂ ਵੱਡੀ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਹੈ। ਐਸੀਆਂ ਕਾਨਫਰੰਸਾਂ ਕਰਕੇ ਸਾਨੂੰ ਬਹੁਤ ਵੱਡੀਆਂ ਇਹ ਜਿਹੜੀਆਂ ਇਹਦੇ ਵਿੱਚੋਂ ਪ੍ਰਾਪਤੀਆਂ ਵੀ ਹੁੰਦੀਆਂ ਨੇ। ਮੈਂ ਸਮਝਦਾ ਇੱਕ ਬਹੁਤ ਸ਼ਲਾਘਾਯੋਗ ਕਦਮ ਵੀ ਹੈ। ਸੋ ਮੈਂ ਜਿੱਥੇ
ਉੱਭਾ ਸਾਹਿਬ ਦਾ, ਇਹਨਾਂ ਸਾਰੇ ਪ੍ਰਬੰਧਕਾਂ ਦਾ ਵੀ ਧੰਨਵਾਦ ਕਰਦਾ। ਇਹ 2 ਦਿਨ ਵੱਖ-ਵੱਖ ਜਿਹੜੇ ਸਾਡੇ ਵਿਦਵਾਨ ਸੱਜਣ ਆਏ ਨੇ, ਇਹਨਾਂ ਤੋਂ ਆਪਾਂ ਨੇ ਸਾਰਿਆਂ ਨੇ ਤੁਸੀਂ ਬੈਠ ਕੇ ਔਰ ਇਹਨਾਂ ਦੇ ਵਿਚਾਰ ਵੀ ਸਰਵਣ ਕਰਨੇ ਨੇ ਔਰ ਇਹਨਾਂ ਦੇ ਭਾਸ਼ਣ ਵੀ ਸੁਣਨੇ ਨੇ, ਤਾਂ ਕਿ ਬਹੁਤ ਸਾਰਾ ਗਿਆਨ ਜਿਹੜਾ ਹੈ ਇਹਨਾਂ ਗੱਲਾਂ 'ਚੋਂ ਸਾਨੂੰ ਪ੍ਰਾਪਤ ਹੋਣਾ ਹੈ। ਸੋ ਫਿਰ ਮੈਂ ਸਾਡੇ ਮੁੱਖ ਮਹਿਮਾਨ ਜੀ ਦਾ ਔਰ ਸਾਰੇ ਜਿੰਨੇ ਵੀ ਸਾਡੇ ਸਤਿਕਾਰਯੋਗ ਸ਼ਖਸੀਅਤਾਂ ਇੱਥੇ ਆਈਆਂ ਨੇ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਦਾ ਮਤਾ ਪੇਸ਼ ਕਰਨ ਲਈ ਹੁਣ ਮੈਂ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਨੂੰ ਬੇਨਤੀ ਕਰਦੀ ਹਾਂ। ਬਹੁਤ ਹੀ ਸਤਿਕਾਰਯੋਗ ਸਾਡੀ ਅੱਜ ਖਾਲਸਾ ਕਾਲਜ ਗਲੋਬਲ ਪੰਜਾਬੀ ਕਾਨਫਰੰਸ ਦੇ ਮੁੱਖ ਮਹਿਮਾਨ ਸਾਹਿਬ ਬਲਵਿੰਦਰ ਸਿੰਘ ਭੁੰਦਰ ਸਾਹਿਬ, ਮੈਂਬਰ ਰਾਜ ਸਭਾ, ਸਰ ਲੌਂਗੋਵਾਲ ਸਾਹਿਬ ਸਾਡੇ ਜਿਹੜੇ SGPC ਦੇ ਪ੍ਰਧਾਨ ਨੇ, ਜਿਨ੍ਹਾਂ ਦੀ ਬਦੌਲਤ ਆਪਾਂ ਅੱਜ ਸਾਰੇ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਅਦਾਰੇ ਨੇ ਬਹੁਤ ਵੱਡੀਆਂ ਵੱਡੀਆਂ ਪਲੰਘਾਂ ਪੱਟ ਰਹੇ ਨੇ, ਹਰ ਗੱਲ ਦੇ ਵਿੱਚ ਬਹੁਤ ਵੱਡਾ ਸਹਿਯੋਗ ਦੇ ਰਹੇ ਨੇ। ਔਰ ਆਪਾਂ ਦੇਖ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਸਿੱਖ ਸੰਸਥਾਵਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੇ, ਅਤੇ ਅਸੀਂ ਇਹਨਾਂ ਦਾ ਸਪੈਸ਼ਲੀ ਧੰਨਵਾਦ ਕਰਦੇ ਹਾਂ। ਭੁੰਦਰ ਸਾਹਿਬ ਦਾ ਅਤੇ ਲੌਂਗੋਵਾਲ ਸਾਹਿਬ ਦੀ ਬਹੁਤ ਕੰਟਰੀਬਿਊਸ਼ਨ ਹੈ ਇਸ ਕਾਲਜ ਦੇ ਲਈ। ਜੇ ਅੱਜ ਤਰੱਕੀਆਂ ਕਰ ਰਿਹਾ ਤਾਂ ਇਹਨਾਂ ਦਾ ਬਹੁਤ ਵੱਡਾ ਰੋਲ ਹੈ। ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੂੰ ਤਕਰੀਬਨ 12 ਸਾਲ ਹੋ ਗਏ ਇਸ ਕਾਲਜ ਦੇ ਵਿੱਚ। ਅੱਜ ਇਹ ਕਾਲਜ ਹਿੰਦੁਸਤਾਨ ਦੀ ਹੀ ਨਹੀਂ, ਜੇ ਦੁਨੀਆ ਦੇ ਵਿੱਚ ਵੀ ਜਾ ਕੇ ਚਲੀ ਜਾਏ ਤਾਂ ਇਸ ਕਾਲਜ ਦਾ ਨਾਮ ਬੜਾ ਮਾਨ ਸਨਮਾਨ ਦੇ ਨਾਲ ਲਿਆ ਜਾਂਦਾ ਹੈ। ਸੋ ਅਸੀਂ ਪ੍ਰਿੰਸੀਪਲ ਸਾਹਿਬ ਦੇ ਵੀ ਬਹੁਤ ਧੰਨਵਾਦ ਕਰਦੇ ਹਾਂ, ਦਿਨ ਰਾਤ ਲੱਗੇ ਹੋਏ ਨੇ। ਮੈਂ ਤਾਂ ਕਈ ਵਾਰ ਇਹਨੂੰ ਹੱਸਦਾ ਹੁੰਦਾ ਵੀ ਤੁਸੀਂ ਫਤਿਹਗੜ੍ਹ ਸਾਹਿਬ ਜਾਂਦੇ ਹੋ ਅਤੇ ਜੇ ਇੱਥੇ ਰਹਿ ਜਾ ਕਰੋ, ਮੇਰਾ ਖਿਆਲ ਤੁਸੀਂ ਸੌਂ ਵੀ ਨਾ, ਇੱਥੇ ਦਿਨ ਰਾਤ ਲੱਗੇ ਰਹੋ। ਇੰਨੀ ਮਿਹਨਤ ਪ੍ਰਿੰਸੀਪਲ ਸਾਹਿਬ ਅਤੇ ਇਹਨਾਂ ਦਾ ਸਟਾਫ ਦਿਨ ਰਾਤ ਕਰਦਾ ਹੈ। ਜਿਵੇਂ ਇਹਨਾਂ ਨੇ ਦੱਸਿਆ ਕਿ ਜਾਣ ਦਾ ਕੋਈ ਟਾਈਮ ਹੀ ਹੈ ਨਹੀਂ। ਕਈ ਵਾਰ ਹੁੰਦਾ ਵੀ ਸ਼ਾਇਦ 3 ਵਜੇ ਜਾਂ 4 ਵਜੇ ਕਾਲਜ ਨੂੰ ਛੁੱਟੀ ਹੋ ਗਈ ਹੋਣੀ ਹੈ, ਜੇ 6 ਵਜੇ ਟੈਲੀਫੋਨ ਕਰੋ ਤਾਂ ਵੀ ਪ੍ਰਿੰਸੀਪਲ ਸਾਹਿਬ ਕਹਿੰਦੇ ਨੇ ਕਿ ਅਸੀਂ ਸਾਰੇ ਕਾਲਜ 'ਚ ਹੀ ਬੈਠੇ ਹਾਂ। ਸੋ ਇਹਨਾਂ ਦਾ ਜਿੰਨਾ ਧੰਨਵਾਦ ਕਰੀਏ, ਜਿਸ ਮੁਕਾਮ 'ਤੇ ਕਾਲਜ ਨੂੰ ਲੈ ਕੇ ਗਏ ਨੇ, ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਹਨਾਂ ਦੀ। ਸੋ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਡਾਕਟਰ ਰਵੇਲ ਸਿੰਘ ਜਿਨ੍ਹਾਂ ਨੇ ਬਹੁਤ ਛੋਟੇ ਸ਼ਬਦਾਂ ਦੇ ਵਿੱਚ, ਠੀਕ ਹੈ ਹੁਣ ਸਾਰਿਆਂ ਦਾ ਚਾਹ ਪੀਣ ਨੂੰ ਜੀ ਕਰਦਾ, ਔਰ ਉਹਨਾਂ ਨੇ ਮੇਰੇ ਖਿਆਲ ਆਪਣਾ ਭਾਸ਼ਣ ਸਭ ਤੋਂ ਸ਼ਾਰਟ ਕੀਤਾ ਅਤੇ ਬਹੁਤ ਕੁਝ ਸਾਰਾ ਕੁਝ ਹੀ ਦੱਸ ਗਏ, ਇਹ ਨਹੀਂ ਕੋਈ ਚੀਜ਼ ਛੱਡੀ ਹੋਵੇ। ਅਲੱਗ ਸਾਹਿਬ ਜਿਨ੍ਹਾਂ ਦੀ ਕੰਟਰੀਬਿਊਸ਼ਨ ਮੇਰਾ ਖਿਆਲ ਹੈ ਵੀ ਜੇ ਕਿਤਾਬਾਂ ਦੇਖੀਏ, ਜਿੰਨਾ ਲਿਖਿਆ ਸੋਹਣਾ ਹੈ ਅਤੇ ਉਨੀ ਛਪਾਈ ਵੀ ਵਧੀਆ ਅਤੇ ਕਿਤਾਬਾਂ ਵੀ ਸੋਹਣੀਆਂ। ਭੁੰਦਰ ਸਾਹਿਬ ਨੇ ਬਾਂ ਦੀ ਗੱਲ ਕੀਤੀ, ਮੇਰਾ ਖਿਆਲ ਇਹਨਾਂ ਨੇ ਕਿਤਾਬ ਲਿਖੀ ਹੈ ਸ਼ਾਇਦ ਹੇਅਰ ਪਾਵਰ, ਔਰ ਬਹੁਤ ਰਿਸਪੌਂਸਿਬਲ ਹੈ ਉਸ ਕਿਤਾਬ ਦਾ। ਡਾਕਟਰ ਰੂਪ ਸਿੰਘ ਜੀ ਜਿਨ੍ਹਾਂ ਨੇ ਲੌਂਗੋਵਾਲ ਸਾਹਿਬ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ, ਔਰ ਮੇਰਾ ਖਿਆਲ ਹੈ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਆਪਣਾ ਸੁਭਾਅ ਹੈ ਕਿ ਨਿੰਦਣ ਨੂੰ ਆਪਾਂ 1 ਮਿੰਟ ਲਾਉਂਦੇ ਹਾਂ, ਜਿਵੇਂ ਭੁੰਦਰ ਸਾਹਿਬ ਨੇ ਗੱਲ ਕੀਤੀ, ਲੌਂਗੋ ਸਾਹਿਬ ਨੇ ਗੱਲ ਕੀਤੀ, ਆਪਾਂ ਆਪਣੀ ਗੱਲ ਨੂੰ ਆਪ ਹੀ ਨਿੰਦੀ ਜਾਂਦੇ ਹਾਂ। ਪਰ ਜਿੰਨਾ ਮੇਰਾ ਖਿਆਲ ਹੈ ਵੀ ਛੋਟੀ ਉਮਰ ਸਾਡੀ ਹੈ, ਸਿੱਖ ਧਰਮ ਦੀ ਉਮਰ ਹੈ, ਸ਼ਾਇਦ ਹੋਰ ਕਿਸੇ ਧਰਮ ਦੀ ਸ਼ਾਇਦ ਹੀ ਹੋਵੇ, ਔਰ ਜਿੰਨੀ ਕੰਟਰੀਬਿਊਸ਼ਨ ਹੈ ਇਹ ਮੇਰਾ ਖਿਆਲ ਹੈ ਵੀ ਦੁਨੀਆ ਦੇ ਵਿੱਚ ਮਿਸਾਲ ਹੋਣੀ ਹੈ। ਜਿੱਥੇ ਮਰਜ਼ੀ ਦੁਨੀਆ ਦੇ ਕੋਨੇ ਚਲੇ ਜਾਓ, ਕੋਈ ਆਫਤ ਆ ਜੇ, ਕੁਛ ਆ ਜੇ, ਲੰਗਰ ਕਿਹਨੇ ਲਾਉਣਾ ਹੈ? ਸ਼੍ਰੋਮਣੀ ਕਮੇਟੀ ਨੇ ਜਾਂ ਸਿੱਖ ਸੰਸਥਾਵਾਂ ਨੇ ਜਾਂ ਸਿੱਖਾਂ ਨੇ ਜਾ ਕੇ ਲਾਉਣਾ ਹੈ। ਸੋ ਆਪਾਂ ਨੂੰ ਕੋਈ ਨਿੰਦਾ ਇਹ ਵੀ ਹੈ ਕਿ ਨਿੰਦੇ ਤਾਂ ਆਪਾਂ ਆਪਣੇ ਆਪ ਨੂੰ ਆਪ ਹੀ ਹਾਂ। ਆਪਾਂ ਦੇਖੀਏ ਕਿ ਸਾਡੇ ਸੋਰਸ ਕਿੰਨੇ ਕੁ ਨੇ। ਮੈਂ ਦੇਖਿਆ ਵੀ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕਈ ਜਗ੍ਹਾ ਦੇ ਵਿੱਚ ਟਨਾਂ ਦੀ ਤਾਦਾਦ ਦੇ ਵਿੱਚ ਸੁਣਾ ਪਿਆ, ਪਰ ਜੇ ਕਿਤੇ ਲੰਗਰ ਦੀ ਗੱਲ ਕਰ ਲਈਏ, ਰਿਹਾਇਸ਼ ਦੀ ਗੱਲ ਕਰ ਲਈਏ ਤਾਂ ਕੁਝ ਵੀ ਹੈ ਨਹੀਂ। ਸੋ ਆਪਾਂ ਨੂੰ ਮਾਣ ਹੋਣਾ ਚਾਹੀਦਾ ਹੈ, ਪ੍ਰਾਊਡ ਹੋਣਾ ਚਾਹੀਦਾ ਹੈ। ਇਸ ਸੰਸਥਾ ਦੇ ਜਿਹੜੀ ਦੁਨੀਆ ਦੇ ਵਿੱਚ ਇੱਕੋ ਸੰਸਥਾ ਜਿਹੜੀ ਇਲੈਕਟਿਡ ਹੈ, ਚੁਣ ਕੇ ਜਾਂਦੀ ਹੈ, ਅਤੇ ਮੈਂਬਰ ਸਾਹਿਬਾਨ ਦਾ ਵੀ ਬਹੁਤ ਬੜਾ ਰੋਲ ਹੈ। ਜਦੋਂ ਅਸੀਂ ਇੰਡੀਵਿਜੂਅਲ ਦੇਖਦੇ ਹਾਂ ਫਿਰ ਤਾਂ ਅਸੀਂ ਕਹਿੰਦੇ ਯਾਰ ਬਹੁਤ ਵਧੀਆ ਨੇ, ਜਦੋਂ ਅਸੀਂ ਕਾਮਨ ਗੱਲ ਕਰਕੇ ਦੇਖਦੇ ਹਾਂ ਫਿਰ ਕਹਿੰਦੇ ਚੱਲ ਕੋਈ ਤਾਂ ਲੁੱਟ ਮਾਰ ਕਰਦੇ ਨੇ। ਇਹ ਆਮ ਗੱਲ ਹੈ ਆਪਣੀ, ਅਤੇ ਆਪਾਂ ਨੂੰ ਹਰ ਗੱਲ
ਦੇਖ ਕੇ ਸੋਚ ਕੇ ਹੀ ਕਰਨੀ ਚਾਹੀਦੀ ਹੈ। ਸੰਤ ਸੀਚੇਵਾਲ ਸਾਹਿਬ ਜਿਹੜੀ ਚੀਜ਼ ਦੀ ਲੋੜ ਹੈ ਉਹਦੇ ਉੱਤੇ ਕੰਮ ਕਰ ਰਹੇ ਨੇ। ਬਹੁਤ ਵੱਡੀ ਦੇਣ ਹੈ ਇਹਨਾਂ ਦੀ ਸਾਡੇ ਸਮਾਜ ਦੇ ਲਈ, ਔਰ ਬਹੁਤ ਕੁਝ ਸਿੱਖਣ ਵਾਲੀ ਗੱਲ ਹੈ। ਸੋ ਮੈਂ ਸਮਝਦਾ ਕਿ ਇਹਨਾਂ ਨੂੰ ਸਨਮਾਨ ਦੇਣਾ ਆਪਣਾ ਸਨਮਾਨ ਕਰਨ ਵਾਲੀ ਗੱਲ ਹੈ। ਇਸੇ ਤਰ੍ਹਾਂ ਡਾਕਟਰ ਇੰਦਰਜੀਤ ਕੌਰ, ਸਾਨੂੰ ਤਾਂ ਉਮੀਦ ਵੀ ਨਹੀਂ ਸੀ ਵੀ ਸ਼ਾਇਦ ਇਹ ਆਉਣਗੇ ਜਾਂ ਨਾ ਆਉਣਗੇ, ਕਿਉਂਕਿ ਐਡਾ ਬੜਾ ਨਾਂ ਹੈ, ਐਡਾ ਬੜਾ ਕੰਮ ਹੈ। ਉਸ ਕੰਮ ਦੇ ਵਿੱਚੋਂ ਛੱਡ ਕੇ ਆਉਣਾ, ਅਸੀਂ ਜਦੋਂ ਫੈਸਲਾ ਕੀਤਾ ਅਸੀਂ 10 ਵਾਰ ਸੋਚਿਆ ਵੀ ਉਹ ਕਿਵੇਂ ਆਉਣਗੇ, ਪਰ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਗੱਲ ਕਈ ਵਾਰ ਚੱਲਦੀ ਹੁੰਦੀ ਹੈ ਕਿ ਭਗਤ ਪੂਰਨ ਸਿੰਘ ਜੇ ਕਿਤੇ ਆਪਣੀ ਜਮਾਤ 'ਚ ਨਾ ਹੁੰਦੇ, ਕਿਤੇ ਹੋਰ ਦੇ ਉੱਤੇ ਸ਼ਾਇਦ ਦੁਨੀਆ ਦੇ ਵਿੱਚ ਉਹ ਸਟਾਰ ਹੁੰਦੇ। ਜਿੰਨੀ ਬੜੀ ਉਹਨਾਂ ਦੀ ਕੰਟਰੀਬਿਊਸ਼ਨ ਹੈ, ਮੇਰਾ ਖਿਆਲ ਨਹੀਂ ਕਿ ਐਡੀ ਬੜੀ ਕੰਟਰੀਬਿਊਸ਼ਨ ਕਿਸੇ ਹੋਰ ਦੀ ਹੋਵੇ। ਦਰਦੀ ਸਾਹਿਬ ਸਿੱਖ ਧਰਮ ਨੂੰ ਮੇਰਾ ਖਿਆਲ ਹੈ ਵੀ ਛੋਟੀ ਉਮਰ ਤੋਂ ਹੀ ਪੰਥ ਦੇ ਨਾਲ ਜੁੜੇ ਰਹੇ, ਜੇਲ੍ਹਾਂ ਵੀ ਕੱਟੀਆਂ, ਸਕੂਲ ਵੀ ਚਲਾਏ, ਅਖਬਾਰ ਮੇਰਾ ਖਿਆਲ ਹੈ ਵੀ ਬੜਾ ਪੁਰਾਣਾ ਅਖਬਾਰ ਹੈ ਇਹਨਾਂ ਦਾ, ਅਤੇ ਹੁਣ TV ਚੈਨਲ ਹਰ ਜਗ੍ਹਾ ਦੇ ਉੱਤੇ। ਜੇ ਕਿਤੇ ਪ੍ਰਾਈਮ ਮਿਨਿਸਟਰ ਜਾਵੇ ਤਾਂ ਦਰਦੀ ਸਾਹਿਬ ਵੀ ਉਹਦੇ ਨਾਲ ਜਾਂਦੇ ਨੇ। ਅਮਰ ਸਿੰਘ ਭੁੱਲਰ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਜਾ ਕੇ ਬਹੁਤ ਸਾਡੇ ਸਿੱਖਾਂ ਦੀ ਮੈਂ ਕਹਿੰਦਾ ਵੀ ਸ਼ਾਨ ਬਹਾਲ ਕੀਤੀ ਹੈ। ਕਿਤੇ ਚਲੇ ਜਾਈਏ ਹਮਦਰਦ ਅਖਬਾਰ ਦੀ ਗੱਲ ਚੱਲਦੀ ਹੈ, TV ਦੀ ਗੱਲ ਚੱਲਦੀ ਹੈ, ਔਰ ਮੇਰਾ ਖਿਆਲ ਹੈ ਵੀ ਉੱਥੇ ਲੋਕਾਂ ਦੀ ਮਦਦ ਵੀ ਇੰਨੀ ਕਰਦੇ ਨੇ ਕਿ ਕੋਈ ਚਲਿਆ ਜਾਵੇ, ਕਿਸੇ ਨੂੰ ਨੌਕਰੀ ਦੀ ਲੋੜ ਹੈ, ਕਿਸੇ ਦੇ ਕੰਮ ਦੀ ਲੋੜ ਹੈ। ਕਿਉਂਕਿ ਟੋਰਾਂਟੋ ਨੂੰ ਤਾਂ ਆਪਾਂ ਪੰਜਾਬ ਹੀ ਕਹਿ ਦਿੰਦੇ ਹਾਂ, ਇੱਕ ਪੰਜਾਬ ਹੀ ਹੈ, ਬੈਟਰ ਪੰਜਾਬ ਵੀ ਕਹਿ ਲਈਏ ਤਾਂ ਵੀ ਕੋਈ ਹਸਕਤ ਨਹੀਂ ਆਈ ਗੱਲ ਨਹੀਂ। ਜਿੰਨਾ ਸਿੱਖੀ ਸਰੂਪ ਮੇਰਾ ਖਿਆਲ ਹੈ ਵੀ ਕੈਨੇਡਾ ਦੇ ਵਿੱਚ ਹੈ ਜਾਂ ਟੋਰਾਂਟੋ ਦੇ ਵਿੱਚ ਹੈ, ਉਹ ਮੇਰਾ ਖਿਆਲ ਹੈ ਵੀ ਆਪਣੇ ਸ਼ਾਇਦ ਉਹਦੇ ਨਾਲੋਂ ਘੱਟ ਹੀ ਹੋਊਗਾ। ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਅਹੂਜਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੱਥੇ ਆਏ ਨੇ, ਸਾਡੀ ਸ਼ਾਨ ਵਧਾਈ ਹੈ। ਪਰਵਿੰਦਰ ਸੋਢੀ ਜੀ ਦਾ, ਨਿਰਮਲ ਰਿਸ਼ੀ ਜਿਹਨੂੰ ਆਪਾਂ ਗੁਲਾਬੋ ਮਾਸੀ ਵੀ ਕਹਿ ਦਿੰਦੇ ਹਾਂ, ਮੇਰਾ ਖਿਆਲ ਹੈ ਵੀ ਗੁਲਾਬੋ ਮਾਸੀ ਨੂੰ ਜ਼ਿਆਦਾ ਜਾਣਦੇ ਨੇ, ਨਿਰਮਲ ਰਿਸ਼ੀ ਨੂੰ ਘੱਟ ਜਾਣਦੇ ਨੇ। ਅਤੇ ਬੋਟਰ ਸਾਹਿਬ, ਡਾਕਟਰ ਸਰਬਜਿੰਦਰ ਸਿੰਘ ਜੀ, ਅਤੇ ਸਾਰੀਆਂ ਸਾਡੀਆਂ ਮਹਾਨ ਸ਼ਖਸੀਅਤਾਂ ਨੇ। ਸਾਨੂੰ ਇਹ ਨਹੀਂ ਸਮਝ ਆਉਂਦਾ ਵੀ ਕਿਸੇ ਨੂੰ ਕਿੱਥੇ ਲੈ ਕੇ ਆਈਏ, ਐਡੀ ਬੜੀ ਕੰਟਰੀਬਿਊਸ਼ਨ ਹੈ ਇਹਨਾਂ ਦੀ। ਦਰਦੀ ਸਾਹਿਬ ਦਾ ਰੋਲ ਤਾਂ ਮੇਰਾ ਖਿਆਲ ਹੈ 49% 51% ਸਾਡੀ ਭੈਣ ਦਾ ਰੋਲ ਹੈ। ਜੇ ਦਰਦੀ ਸਾਹਿਬ ਨੇ ਤਰੱਕੀ ਕੀਤੀ ਹੈ ਨਾ, ਉਹਦੇ 'ਚ ਬਹੁਤ ਬੜਾ ਰੋਲ ਹੈ ਸਾਡੀ ਭੈਣ ਦਾ। ਸਾਡੇ ਐਗਜ਼ੈਕਟਿਵ ਦੇ ਮੈਂਬਰ ਨੇ ਸਾਡੀ ਭੈਣ ਕੁਲਦੀਪ, ਇਹਨਾਂ ਦਾ ਵੀ ਬਹੁਤ ਬੜਾ ਰੋਲ ਹੈ। ਸਾਡੇ IGP ਦੇ ਮੈਂਬਰ ਸਾਹਿਬਾਨ ਨੇ, ਟੌੜਾ ਸਾਹਿਬ ਅਤੇ ਲੌਂਗੋਆ ਸਾਹਿਬ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਹਮੇਸ਼ਾ। ਗਿਆਨੀ ਜੀ ਅਸੀਂ ਜਦੋਂ ਵੀ ਦੇਖਿਆ ਅੱਜ ਹੱਸਦਾ ਸੀ, ਮਹਾਂ ਜੀ ਬੜੇ ਚਿਰ ਬਾਅਦ ਦੇਖਿਆ ਤੁਹਾਨੂੰ। ਡਾਕਟਰ ਅਸ਼ੂ ਸਿੰਘ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਮੇਰਾ ਖਿਆਲ ਹੈ ਵੀ ਜੇ ਸਾਨੂੰ ਪ੍ਰਿੰਸੀਪਲ ਉਭਮ ਨਾ ਦਿੰਦੇ ਸ਼ਾਇਦ ਸਾਡਾ ਕਾਲਜ ਇੰਨੀ ਤਰੱਕੀ ਨਾ ਕਰਦਾ। ਬਹੁਤ ਵੱਡਾ, ਇਮਾਨਦਾਰੀ ਨਾਲ ਦੱਸਦੇ, ਬਹੁਤ ਵੱਡਾ ਰੋਲ ਹੈ। ਹਰ ਬੰਦੇ ਨੂੰ ਜਨੂੰਨ ਹੁੰਦਾ ਕੋਈ ਨਾ ਕੋਈ, ਜਦੋਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੋਵੇ, ਕੰਮ ਕਰਨਾ ਹੋਵੇ, ਜਨੂੰਨ ਨਾ ਹੁੰਦਾ। ਜੇ ਆਪਾਂ ਡਿਊਟੀ ਸਮਝ ਕੇ ਕਰੀਏ ਫਿਰ ਸ਼ਾਇਦ ਆਪਾਂ ਕਾਮਯਾਬ ਨਹੀਂ ਹੁੰਦੇ। ਇੱਕ ਜਨੂੰਨ ਬੰਦੇ ਦੇ ਵਿੱਚ ਹੁੰਦਾ, ਉਹਦੇ ਨਾਲ ਕਾਮਯਾਬ ਹੁੰਦਾ। ਉਹ ਜਨੂੰਨ ਡਾਕਟਰ ਅਸ਼ੂ ਸਿੰਘ ਨੇ ਸਾਨੂੰ ਦਿੱਤਾ ਹੈ ਪ੍ਰਿੰਸੀਪਲ ਸਾਹਿਬ ਨੂੰ ਦੇ ਕੇ। ਸਾਡੇ ਸਾਰੇ ਪ੍ਰਿੰਸੀਪਲ ਸਾਹਿਬਾਨ, ਸਾਰੀ ਫੈਕਲਟੀ, ਸਾਰੇ ਵਿਦਿਆਰਥੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਕੋਲ ਲਫ਼ਜ਼ ਤਾਂ ਹੈ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਾਂ, ਨਾ ਲਫ਼ਜ਼ ਬਣ ਸਕਦੇ ਨੇ। ਐਡੀ ਵੱਡੀ ਕੰਟਰੀਬਿਊਸ਼ਨ ਹੈ। ਮੈਂ ਤਾਂ ਤੁਹਾਡੇ ਤੋਂ ਮਾਫੀ ਮੰਗਣ ਦੇ ਲਈ ਖੜ੍ਹਾ ਹੋਇਆ ਕਿ ਅਸੀਂ ਜਿੱਡੇ ਵਿਦਵਾਨ ਆਏ ਨੇ, ਅਸੀਂ ਬਹੁਤ ਵੱਡਾ ਫੰਕਸ਼ਨ ਕਰਨਾ ਚਾਹੁੰਦੇ ਸੀ। ਅਸੀਂ 6000 ਸਟੂਡੈਂਟ ਨੂੰ ਵੀ ਇਨਵੋਲਵ ਕਰਨਾ ਚਾਹੁੰਦੇ ਸੀ, ਪਰ ਮੌਸਮ ਦਾ ਦੇਖਿਆ, ਮੌਸਮ ਨੇ ਸਾਨੂੰ ਇੰਨਾ ਡਰਾਤਾ ਵੀ ਇਹ ਨਾ ਹੋਵੇ ਵੀ ਸਾਡੇ ਟੈਂਟ ਲੱਗੇ ਲਗਾਏ ਰਹਿ ਜਾਣ। ਪਰ ਰੱਬ ਨੇ ਦਿਨ ਤਾਂ ਦਿੱਤਾ ਬਹੁਤ ਵਧੀਆ, ਪਰ ਰਾਤ ਬੜੀ ਖਰਾਬ ਰਹੀ। ਪਰ ਉਹ ਡਰ ਇੰਨਾ ਸੀ ਵੀ ਕਿਤੇ ਇਹੋ ਜਿਹੀ ਖਰਾਬ ਨਾ ਹੋ ਜੇ ਕਿ ਸਾਡਾ ਸਾਰਾ ਕਰਿਆ ਕਰਾਇਆ, ਉਹਦੇ ਕਰਕੇ ਸਾਨੂੰ ਇਹ ਸਾਰਾ ਕੁਝ ਅੰਦਰ ਕਰਨਾ ਪਿਆ। ਉਸ ਗੱਲ ਦੀ ਮੈਂ ਸਾਰੇ ਵਿਦਵਾਨਾਂ ਤੋਂ, ਭੁੰਦੜ ਸਾਹਿਬ ਤੋਂ, ਲੌਂਗੋਆ ਸਾਹਿਬ ਤੋਂ, ਤੁਹਾਡੇ ਤੋਂ, ਸਾਰਿਆਂ ਤੋਂ ਮਾਫੀ ਮੰਗਦਾ। ਚਲੋ, ਇਹ ਗੁਰੂ ਮਹਾਰਾਜ ਨੇ ਕਿਰਪਾ ਕਰਤੀ, ਸੱਚੇ ਪਾਤਸ਼ਾਹ ਨੇ ਮਿਹਰ ਕਰਤੀ, ਤੁਹਾਡੀ ਆਸ਼ੀਰਵਾਦ ਹੋ ਗਈ, ਇਹ ਵੀ ਵੱਡਾ ਹੋ ਜਾਣਾ।
ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਗੱਲਾਂ ਬਹੁਤ ਹੋ ਸਕਦੀਆਂ ਨੇ, ਕੀਤੀਆਂ ਜਾ ਸਕਦੀਆਂ ਨੇ, ਪਰ ਮੈਨੂੰ ਪਤਾ ਵੀ ਬੈਠੇ ਹੀ ਬਹੁਤ ਚਿਰ ਦੇ ਹੋ ਤੁਸੀਂ। ਬਹੁਤ ਲੇਟ ਆ, ਹੁਣ ਚਾਹ ਪੀਣ ਨੂੰ ਸਾਰਿਆਂ ਦਾ ਜੀ ਕਰਦਾ ਹੈ। ਸੋ ਇੰਨਾ ਹੀ ਤੁਸੀਂ ਪ੍ਰਵਾਨ ਕਰਿਓ। ਸਾਰੀ ਸੰਗਤ ਦਾ, ਸਾਰੇ ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਾਲਜ ਦੀ ਰਵਾਇਤ ਅਨੁਸਾਰ ਅਸੀਂ ਆਈਆਂ ਹੋਈਆਂ ਮੁਅੱਜ਼ਜ਼ ਸ਼ਖਸੀਅਤਾਂ ਨੂੰ ਇੱਕ ਸਤਿਕਾਰਤ ਚਿੰਨ੍ਹ ਦੇ ਕੇ ਮਾਣ ਹਾਸਲ ਕਰਨ ਦੀ ਉਹਨਾਂ ਨਾਲ ਅਦਾ ਕਰਨ। ਇਸ ਵਿਦਾਇਗੀ ਸਮਾਗਮ ਖਾਲਸਾ ਕਾਲਜ ਗਲੋਬਲ ਪੰਜਾਬੀ ਕਾਨਫਰੰਸ ਜਿਹੜੀ 2 ਦਿਨ ਤੋਂ ਲਗਾਤਾਰ ਚੱਲ ਰਹੀ ਆ, ਵਿਦਾਇਗੀ ਸੈਸ਼ਨ ਦੇ ਸਾਡੇ ਮੁੱਖ ਮਹਿਮਾਨ ਡਾਕਟਰ ਤਜਿੰਦਰ ਕੌਰ ਜੀ ਧਾਲੀਵਾਲ, ਇਸ ਦੀ ਪ੍ਰਧਾਨਗੀ ਕਰਨ ਲਈ ਵਿਸ਼ੇਸ਼ ਤੌਰ ਤੇ ਸਾਡੇ ਪਾਸ ਪਹੁੰਚੇ ਰੰਧਾਵਾ ਸਾਹਿਬ US ਤੋਂ, ਸਾਡੀ ਕਾਨਫਰੰਸ ਦੇ ਸਰਪ੍ਰਸਤ ਜਿਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਲਗਾਤਾਰ ਇਹ ਤੀਸਰੀ ਕਾਨਫਰੰਸ ਜਿਹੜੀ ਹੈ ਨੇਪਰੇ ਚੜ੍ਹਨ ਜਾ ਰਹੀ ਆ, ਸਾਡੇ ਗਵਰਨਿੰਗ ਬਾਡੀ ਦੇ ਆਨਰਰੀ ਸਕੱਤਰ ਮਾਨਯੋਗ ਸਰ ਸੁਰਜੀਤ ਸਿੰਘ ਜੀ ਰੱਖੜਾ, ਸਾਡੀ ਗਲੋਬਲ ਕਾਨਫਰੰਸ ਦੇ ਵਿੱਚ ਵੈਲੀਡਿਕਟਰੀ ਐਡਰੈਸ ਦੇਣ ਆਏ, ਖਾਲਸਾ ਕਾਲਜ ਦੇ ਹਰ ਸਮਾਗਮ ਦੀ ਸ਼ਾਨ ਜਦੋਂ ਵੀ ਇਹਨਾਂ ਨੂੰ ਸੱਦਾ ਭੇਜਦੇ ਆ, ਕਈ ਵਾਰੀ ਤਾਂ ਹਵਾਵਾਂ ਦੇ ਹੱਥ ਹੀ ਛੋਟਾ ਜਿਹਾ ਸੰਦੇਸ਼ ਜਾਂਦਾ, ਇਹਨਾਂ ਨੂੰ ਪਤਾ ਚੱਲ ਜਾਂਦਾ, ਸਾਡੇ ਕੋਲੇ ਉਹਦੀ ਪਹੁੰਚ ਜਾਂਦੇ ਨੇ ਡਾਕਟਰ ਸਤੀਸ਼ ਕੁਮਾਰ ਵਰਮਾ ਜੀ। ਮੇਰੇ ਸਾਹਮਣੇ ਸਾਡੇ ਯੂਨੀਵਰਸਿਟੀ ਤੋਂ ਆਏ ਹੋਏ ਸਾਰੇ ਪ੍ਰੋਫੈਸਰ ਸਾਹਿਬਾਨ, ਵੱਖ-ਵੱਖ ਕਾਲਜਾਂ ਤੋਂ ਸਾਡੇ ਆਏ ਹੋਏ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬਾਨ, ਇਸ ਕਾਨਫਰੰਸ ਦੇ ਵਿੱਚ ਪਹੁੰਚੀਆਂ ਹੋਰ ਸਾਰੀਆਂ ਵਿਦਵਾਨ ਸ਼ਖਸੀਅਤਾਂ, ਡੈਲੀਗੇਟਸ, ਕਾਲਜ ਦੇ ਸਟਾਫ ਸਾਥੀ ਤੇ ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਇਹਨਾਂ ਸਾਰੀਆਂ ਮੁਅੱਜ਼ਜ਼ ਸ਼ਖਸੀਅਤਾਂ ਨੂੰ ਖਾਲਸਾ ਕਾਲਜ ਪਟਿਆਲਾ ਵਿਖੇ ਤਸ਼ਰੀਫ ਲੈ ਕੇ ਆਉਣ ਤੇ ਜੀ ਆਇਆਂ ਨੂੰ ਆਖਦਾ ਹਾਂ, ਖੁਸ਼ ਆਮਦੀਦ ਕਹਿੰਦਾ ਸਵਾਗਤ ਕਰਦਾ ਹਾਂ। ਸਾਡੇ ਪਾਸ ਦੁਬਈ ਤੋਂ ਖਾਸ ਤੌਰ ਤੇ ਸ਼ਹਿਜ਼ਾਦਾ ਸਿੰਘ ਜੀ ਔਰ ਰਾਜਾ ਸਿੰਘ ਜੀ ਪਹੁੰਚੇ ਨੇ, ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਇਹ ਸ਼ਹਿਦ, ਇਹਨਾਂ ਦਾ ਨਾਮ ਜਿਸ ਤਰ੍ਹਾਂ ਸ਼ਹਿਜ਼ਾਦਾ ਸਿੰਘ ਹੈ, ਇਹ ਸ਼ਹਿਦ ਦੇ ਰਾਜੇ ਨੇ। ਸਾਰੀ ਦੁਨੀਆ ਦੇ ਵਿੱਚ ਸ਼ਹਿਦ ਐਕਸਪੋਰਟ ਕੀਤਾ ਜਾਂਦਾ। ਮੈਂ ਇਹ ਗੱਲ ਕਰ ਰਿਹਾ ਸੀ ਕਿ ਕੱਲ ਜਦੋਂ ਇਸ ਸੈਸ਼ਨ ਦਾ, ਇਸ ਕਾਨਫਰੰਸ ਦਾ ਆਗਾਜ਼ ਹੋਇਆ ਤਾਂ ਬੜੇ ਭਰਮੇ ਰੂਪ ਦੇ ਵਿੱਚ ਕੁਝ ਸੰਕਲਪ ਅਸੀਂ ਸਿਰਜੇ ਔਰ ਲਗਾਤਾਰ 2 ਦਿਨ ਜਦੋਂ ਵਿਚਾਰ ਵਟਾਂਦਰੇ ਹੋਏ, ਸਾਰੇ ਹੀ ਸੈਸ਼ਨ ਦੇ ਵਿੱਚ ਪ੍ਰਵਾਸੀਆਂ ਦਾ ਜੋ ਸੈਸ਼ਨ ਸੀ, 7-8 ਕੰਟਰੀਜ਼ ਦੇ ਪ੍ਰਤੀਨਿਧ ਜੋ ਸ਼ਾਮਲ ਹੋਏ, ਉਹਨਾਂ ਨੇ ਵਿਚਾਰ ਕੀਤਾ ਪ੍ਰਵਾਸੀ ਸਾਹਿਤ ਦੀਆਂ ਗੱਲਾਂ। ਔਰ ਉਸ ਤੋਂ ਬਾਅਦ ਜਿਹੜਾ ਮੀਡੀਆ ਦਾ ਸੈਸ਼ਨ ਹੋਇਆ, ਅਸੀਂ ਉਹ 'ਚ ਕੋਸ਼ਿਸ਼ ਕੀਤੀ ਸੀ ਸਰਕਾਰ ਦੇ ਨੁਮਾਇੰਦੇ, ਰੇਡੀਓ ਦੇ ਨੁਮਾਇੰਦੇ, ਵੱਖ-ਵੱਖ TV ਚੈਨਲਾਂ ਦੇ ਨੁਮਾਇੰਦੇ, ਪ੍ਰਿੰਟ ਮੀਡੀਆ ਦੇ ਨੁਮਾਇੰਦੇ, ਔਰ ਉਹ ਸੈਸ਼ਨ ਵੀ ਬਹੁਤ ਭਰਮਾ ਰਿਹਾ। ਸਵੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦਰਸ਼ਨ ਦੇ ਉੱਤੇ ਸੀ। ਉਸ ਤੋਂ ਬਾਅਦ ਬਦਲਦਾ ਸੱਭਿਆਚਾਰ ਦਾ ਮੁਹਾਂਦਰਾ ਜਿਹੜਾ ਤਬਾਦਲਾ ਹੋ ਰਿਹਾ, ਫਿਰ ਜਿਹੜੇ ਘੱਟ ਗਿਣਤੀ ਸਾਹਿਤ ਹੈਗਾ, ਅਲਪ ਬਿਰਤਾਂਤਾਂ ਦੀ ਗੱਲ ਹੋਈ। ਇਹਨਾਂ ਸੈਸ਼ਨਸ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਸਾਡੀ ਇਹ ਕੋਸ਼ਿਸ਼ ਸੀ ਕਿ ਜਿਹੜੇ ਡੈਲੀਗੇਟਸ ਦੇ ਪੇਪਰ ਨੇ ਉਹ ਪੈਰਲਲ ਸੈਸ਼ਨਸ ਦੇ ਵਿੱਚ ਪੜ੍ਹੇ ਜਾਣ। ਇਹਨਾਂ ਸੈਸ਼ਨਸ ਦੇ ਵਿੱਚ ਇਨਵਾਈਟਡ ਸਪੀਕਰਸ ਜਿਹੜੇ ਵੱਖ-ਵੱਖ ਖੇਤਰ ਦੇ ਮਾਹਰ ਵਿਦਵਾਨ ਨੇ, ਉਹਨਾਂ ਨੂੰ ਬੁਲਾਇਆ ਜਾਵੇ ਤਾਂ ਜੋ ਜਿਹੜੇ ਸਾਡੀ ਇਸ ਕਾਨਫਰੰਸ ਦੇ ਥੀਮ ਨੇ, ਉਹਨਾਂ ਦੇ ਉੱਤੇ ਇੱਕ ਇਹੋ ਜਿਹੀ ਅਥੋਰੀਟੇਟਿਵ ਜਿਹੜੀ ਹੈ
ਸਿਧਾਂਤ ਵਿਕਸਿਤ ਹੋ ਸਕਣ, ਜਿਨ੍ਹਾਂ ਨੂੰ ਅਸੀਂ ਜਦੋਂ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕਰੀਏ ਤਾਂ ਉਹ ਕਾਨਫਰੰਸ ਦੀ ਇੱਕ ਆਊਟਕਮ ਬਣ ਸਕੇ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਇਸ ਕਾਨਫਰੰਸ ਦੇ ਜ਼ਰੀਏ ਜਦੋਂ ਅਸੀਂ ਤੀਜੀ ਕੀਤੀ ਤਾਂ ਆਪਣਾ ਇਸ ਨੇ ਇੱਕ ਮੁਕਾਮ, ਇੱਕ ਅਜਿਹਾ ਸਟੈਬਲਿਸ਼ ਕੀਤਾ ਜਿਸ ਨੂੰ ਪ੍ਰੈਸ ਵੱਲੋਂ ਕਵਰੇਜ ਦਿੱਤੀ ਗਈ ਔਰ ਜਿਸ ਨੂੰ ਆਲੇ ਦੁਆਲੇ ਦਾ ਜਿਹੜਾ ਸਾਰਾ ਸਾਡਾ ਵਿਦਵਾਨਾਂ ਦਾ ਸਾਰਾ ਹੈਗਾ ਸੰਗਠਨ, ਜੋ ਪੰਜਾਬੀ ਸਮਾਜ ਨਾਲ ਜੁੜੇ ਲੋਕ ਨੇ, ਉਹਨਾਂ ਨੇ ਵੀ ਇਸ ਨੂੰ ਮਾਨਤਾ ਦਿੱਤੀ। ਮੈਨੂੰ ਇਹ ਦੱਸਣ ਦੀ ਖੁਸ਼ੀ ਆ ਕਿ ਅਸੀਂ ਖਾਲਸਾ ਕਾਲਜ ਪਟਿਆਲਾ ਦੀ ਤਰਫ ਤੋਂ, ਮੈਂ ਪਹਿਲੇ ਸੈਸ਼ਨ 'ਚ ਵੀ ਇਹ ਗੱਲ ਕਰਕੇ ਆਇਆ ਸੀ, ਅਸੀਂ ਇਹ ਚਾਹੁੰਦੇ ਆ ਕਿ ਬਜਾਏ ਕੱਲੀਆਂ ਗੱਲਾਂ ਹੋਣ ਦੇ, ਬਜਾਏ ਇਕੱਲੇ ਚਿੰਤਨ ਹੋਣ ਦੇ, ਬਜਾਏ ਇਕੱਲੀ ਚਿੰਤਾ ਹੋਣ ਦੇ, ਕੁਝ ਇਹੋ ਜਿਹੇ ਨਿੱਗਰ ਕਾਰਜ ਕੀਤੇ ਜਾਣ ਜਿਹੜੇ ਸਾਡੇ ਲਈ ਇਸ ਵੇਲੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਨੇ। ਅਸੀਂ ਇਹ ਗੱਲ ਵੀ ਕੀਤੀ, ਅਜੇ ਤੱਕ ਬੜਾ ਲੰਮਾ ਸਮਾਂ ਹੋ ਗਿਆ ਜਦੋਂ ਅਸੀਂ ਦੱਖਣੀ ਭਾਰਤ ਨਾਲ ਆਪਣੀ ਤੁਲਨਾ ਕਰਦੇ ਹਾਂ ਤਾਂ ਅਸੀਂ ਬਹੁਤ ਪਿੱਛੇ ਹੈਗੇ ਹਾਂ। ਕਵਿਤਾਵਾਂ ਦੀਆਂ ਕਿਤਾਬਾਂ ਮੇਰੇ ਵਰਗੇ ਕਮਰਸ ਦੇ ਬੰਦੇ ਦੇ ਵੀ 6 ਆ ਗਈਆਂ ਤੇ ਜਿਹੜੇ ਫੁੱਲ ਟਾਈਮ ਸਾਹਿਤ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਤਾਂ ਇਦੋਂ ਕਿਤੇ ਵੱਧ ਆ ਸਕਦੀਆਂ ਨੇ। ਆਪਣੇ ਵਲਵਲਿਆਂ ਨੂੰ ਕਹਿਣਾ, ਆਪਣੀ ਮਾਂ ਬੋਲੀ ਦੇ ਵਿੱਚ ਜਾਣਾ ਅੱਛੀ ਗੱਲ ਹੈ, ਆਪਣਾ ਸਾਹਿਤ ਇਹਦੇ ਨਾਲ ਉਹ ਹੁੰਦਾ, ਪਰ ਜਿਹੜੀ ਬਹੁਤ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਆ ਉਹ ਇਹ ਆ ਕਿ ਸਾਡੇ ਪਾਸ ਅਜੇ ਤੱਕ, ਚਾਹੇ ਉਹ ਖੇਤੀ ਦਾ ਵਿਸ਼ਾ ਹੈ, ਚਾਹੇ ਉਹ ਵਿਗਿਆਨ ਦੇ ਵਿਸ਼ੇ ਨੇ, ਚਾਹੇ ਉਹ ਮੈਥਮੈਟਿਕਸ ਦੇ ਵਿਸ਼ੇ ਨੇ, ਚਾਹੇ ਉਹ ਕਾਮਰਸ ਦੇ ਵਿਸ਼ੇ ਨੇ, ਜਾਂ ਹੋਰ ਅਲਾਈਡ ਏਰੀਆ ਦੇ ਜਿਹੜੇ ਖੇਤਰ ਹੈਗੇ ਆ, ਅਜੇ ਤੱਕ ਸਾਡੇ ਕੋਲੇ ਸਟੈਂਡਰਡਾਈਜ਼ਡ ਡਿਕਸ਼ਨਰੀਆਂ ਨਹੀਂ ਬਣ ਸਕੀਆਂ। ਸੌਫਟਵੇਅਰ ਦੀ ਏਜ ਵੀ ਆ ਗਈ, ਡਿਜੀਟਲ ਏਜ ਵੀ ਆ ਗਈ, ਸਾਰਾ ਕੁਝ ਹੋ ਗਿਆ। ਕੁਝ ਛੋਟੇ ਮੋਟੇ ਉਪਰਾਲੇ ਹੋਏ ਪਰ ਉਹਨਾਂ ਦੇ ਵਿੱਚ ਬਹੁਤਿਆਂ ਚੋਂ ਤੁਹਾਨੂੰ ਕੁਝ ਨਹੀਂ ਮਿਲ ਰਿਹਾ। ਪਹਿਲੇ ਸੈਸ਼ਨ 'ਚ ਡਾਕਟਰ ਸੁਰਜੀਤ ਹੋਰਾਂ ਨੇ ਗੱਲ ਕੀਤੀ, ਸਾਨੂੰ ਬੜੀ ਅਪੀਲ ਵੀ ਕੀਤੀ ਕਿ ਫਲੈਕਸੀਬਿਲਿਟੀ ਪੰਜਾਬੀਆਂ ਨੂੰ ਰੱਖਣੀ ਪਊਗੀ। ਪੰਜਾਬੀਆਂ ਨੂੰ ਜੇ ਰਜਿਸਟ੍ਰੇਸ਼ਨ ਨੂੰ ਰਜਿਸਟਰੀ ਕਹਿਣਾ ਸਵੀਕਾਰ ਕਰਨਾ ਪਊਗਾ। ਜੇ ਅਸੀਂ ਕਾਰ ਕਰ ਲਈ, ਸਕੂਲ ਕਰ ਲਿਆ, ਪ੍ਰੋਫੈਸਰ ਕਰ ਲਿਆ, ਸਾਨੂੰ ਥੋੜੀ ਜਿਹੀ ਮੈਗਨੈਨਿਮਿਟੀ ਜਿਹੜੀ ਆ ਉਹ ਦਿਖਾਉਣੀ ਪਏਗੀ। ਉਸ ਤਰੀਕੇ ਨਾਲ ਸਾਨੂੰ ਕੁਝ ਨਾ ਕੁਝ ਆਪਣਾ ਵਿਕਸਿਤ ਕਰਨਾ ਪਊਗਾ। ਇਸ ਗੱਲ ਦੀ ਬਹੁਤ ਵੱਡੀ ਜ਼ਰੂਰਤ ਜਿਹੜੀ ਆ ਮਹਿਸੂਸ ਕੀਤੀ ਜਾ ਰਹੀ ਆ। ਮੇਰੇ ਨਾਲ ਇੱਕ ਛੋਟਾ ਜਿਹਾ ਜਿਹੜਾ ਨਿੱਜੀ ਗੱਲ ਵਾਪਰੀ, ਬੈਲਜੀਅਮ ਮੈਂ ਗਿਆ, ਅਸੀਂ ਉੱਥੇ ਵੀ ਆਹੀ ਗੱਲਾਂ ਕੀਤੀਆਂ ਕਿ ਜੇ ਇਦਾਂ ਇਹ ਹੋ ਰਿਹਾ। ਉਸ ਸੱਜਣ ਦਾ ਬੜਾ ਉਹ ਮੂੰਹ ਤੇ ਖੁੱਲ੍ਹ ਕੇ ਬੋਲਣ ਵਾਲਾ ਸੱਜਣ ਸੀ। ਉਹ ਕਹਿੰਦਾ ਯਾਰ ਗੱਲਾਂ ਤੁਹਾਡੀਆਂ ਸਾਰੀਆਂ ਠੀਕ ਹੈ, ਸਾਰਾ ਕੁਝ ਕਰ ਰਹੇ ਹੋ, ਖੇਤੀ ਤੁਸੀਂ ਕਾਲਜ 'ਚ ਪੜ੍ਹਾਉਂਦੇ ਹੋ? ਮੈਂ ਕਿਹਾ ਜੀ ਪੜ੍ਹਾਉਂਦੇ ਆ, ਹੋਰ ਥਾਵਾਂ ਤੇ? ਕਹਿੰਦਾ ਤੁਸੀਂ ਮੈਨੂੰ 5 ਸਟੈਂਡਰਡਾਈਜ਼ਡ ਟੈਕਸਟ, ਪਿੰਡਾਂ ਦੇ ਬੱਚਿਆਂ ਨੇ ਖੇਤੀ ਪੜ੍ਹਨੀ ਹੈ, ਕੋਈ 5 ਸਟੈਂਡਰਡਾਈਜ਼ਡ ਟੈਕਸਟ ਦੱਸ ਸਕਦੇ ਜਿਹੜੀਆਂ ਪੰਜਾਬੀ 'ਚ ਆਪਾਂ ਖੇਤੀ ਲਈ ਤਿਆਰ ਕੀਤਾ, ਜਿਹੜਾ ਸਾਡਾ ਆਪਣਾ ਖੇਤਰ ਖਿੱਤਾ ਹੈਗਾ, ਤੇ ਬਾਕੀ ਵਿਸ਼ਿਆਂ ਲਈ ਤਾਂ ਅਜੇ ਬਹੁਤ ਵੱਡੀ ਲੋੜ ਹੈਗੀ ਆ। ਤਾਂ ਅਸੀਂ ਖਾਲਸਾ ਕਾਲਜ ਪਟਿਆਲਾ ਦੀ ਤਰਫ ਤੋਂ, ਇੱਥੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਬੈਠੇ ਨੇ, ਬਾਹਰੋਂ ਸੱਜਣ ਬੈਠੇ ਨੇ, ਅਸੀਂ ਇਹ ਖੁੱਲੀ ਪੇਸ਼ਕਸ਼ ਕਰਦੇ ਹਾਂ ਕਿ ਸਾਡੇ ਨਾਲ ਜੁੜਨ। ਮੈਂ ਉੱਥੇ ਵੀ ਗੱਲ ਕਹੀ ਸੀ, ਇਕੱਲੀ ਜਿਹੜੀ ਥਿਓਰੈਟੀਕਲ ਵਿਜ਼ਡਮ ਹੈ ਉਹ ਕੰਮ ਨਹੀਂ ਕਰਨੀ, ਸਾਡੇ ਨਾਲ ਅਸੀਂ ਆਪਣੇ ਲੋਕ ਵੀ ਨਾਲ ਜੋੜਨ ਨੂੰ ਤਿਆਰ ਹਾਂ। ਅਸੀਂ ਉਹਦੇ ਲਈ ਫੰਡ ਵਰਤਨ ਨੂੰ ਵੀ ਤਿਆਰ ਹਾਂ। ਸਾਡਾ ਪਬਲੀਕੇਸ਼ਨ ਸੈੱਲ ਹੈ, ਅਸੀਂ ਕਿਤਾਬਾਂ ਨੂੰ ਪਬਲਿਸ਼ ਵੀ ਕਰਾਂਗੇ। ਸਾਡੇ ਕੋਲੇ ਮੀਡੀਆ ਦਾ, ਡਿਜੀਟਲ ਦਾ ਸਾਡੇ ਕੋਲੇ ਪੂਰਨ ਪ੍ਰਬੰਧ ਹੈਗਾ। ਅਸੀਂ ਉਸ ਦੀਆਂ ਈ-ਬੁੱਕਸ ਦੇ ਜ਼ਰੀਏ, ਅਸੀਂ ਉਹਦੀਆਂ PDF ਦੇ ਜ਼ਰੀਏ ਵੀ ਉਸ ਨੂੰ ਪ੍ਰਚਾਰ ਸਕਦੇ ਹਾਂ। ਅਸੀਂ ਇਹ ਖੁੱਲੀ ਜਿਹੜੀ ਹੈ ਪੇਸ਼ਕਸ਼ ਕਰਦੇ ਹਾਂ ਕਿ ਸਹਿਯੋਗ ਕੀਤਾ ਜਾਵੇ, ਔਰ ਸਹਿਯੋਗ ਇਸ ਤਰੀਕੇ ਨਾਲ ਕੀਤਾ ਜਾਵੇ ਕਿਉਂਕਿ ਜਿੰਨੇ ਵੀ ਸਾਰੇ ਅਸੀਂ ਚਿੰਤਾ ਵਾਲੇ ਇਕੱਠੇ ਹੋਏ, ਚਿੰਤਾ ਅਸੀਂ ਸਾਰੇ ਕਰਦੇ ਹਾਂ, ਤੇ ਸਹਿਯੋਗ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਨਾ ਸਾਡੇ ਲਈ, ਨਾ ਜਿਹੜੇ ਸਾਨੂੰ ਮਾਰਗਦਰਸ਼ਨ ਕਰਨ ਲਈ, ਦੋਨਾਂ ਲਈ ਇਹ ਮੋਨੇਟਰੀ ਜਿਹੜਾ ਹੈ ਪੈਸੇ ਵਾਲਾ ਵਿੱਚ ਪੈਮਾਨਾ ਨਹੀਂ ਆਉਣਾ ਚਾਹੀਦਾ। ਕਿਉਂਕਿ ਮੇਰਾ ਇੱਕ ਨਿੱਜੀ ਤਜਰਬਾ ਕੁਝ ਥੋੜਾ ਜਿਹਾ ਰਿਹਾ ਕਿ ਕਾਨਫਰੰਸ ਦਾ ਕਨਕਲੂਡਿੰਗ ਆ, ਮੈਂ ਦੋਨੇ ਸੈਸ਼ਨ ਅਟੈਂਡ ਕੀਤਾ। ਨਿੱਜੀ ਤਜਰਬੇ ਕਿਹੋ ਜਿਹੇ ਰਹੇ, ਫਾਰ ਐਗਜ਼ਾਮਪਲ ਇਹੋ ਜਿਹੀਆਂ ਸਿਚੁਏਸ਼ਨਸ ਵੀ ਮੈਨੂੰ ਹੰਡਾਉਣੀਆਂ ਪਈਆਂ। ਅਸੀਂ ਕਿਸੇ ਖਾਸ ਇਹੋ ਜਿਹੇ ਵਿਸ਼ੇ ਤੇ ਗੱਲ ਕਰਨ ਲਈ ਕਿਸੇ ਬਹੁਤ ਵਿਸ਼ੇਸ਼ ਸੱਜਣ ਨੂੰ ਬੜੇ ਮਾਣ ਨਾਲ ਗਏ ਕਿ ਇਹ ਬੰਦਾ ਇੱਥੇ ਕੰਟਰੀਬਿਊਟ ਕਰ ਸਕਦਾ, ਤੇ ਮਨ 'ਚ ਇਹ ਇੱਛਾ ਸੀ ਕਿ ਯਾਰ ਜੇ ਸੱਜਣ ਆਉਣਗੇ ਘੱਟੋ ਘੱਟ ਇਹਨਾਂ ਨੂੰ ਆਨਰੇਰੀ 5100 ਰੁਪਇਆ ਦਿੱਤਾ ਜਾਵੇ। ਮੈਂ ਖੁੱਲੀ ਗੱਲ ਕਰ ਰਿਹਾ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਅਸੀਂ ਤੁਹਾਨੂੰ ਬੁਲਾਉਣਾ ਚਾਹੁੰਦੇ ਹਾਂ ਇੱਥੇ, ਤੁਸੀਂ ਇਸ ਗੱਲ 'ਚ ਬਹੁਤ ਵਧੀਆ ਯੋਗਦਾਨ ਪਾ ਸਕਦੇ ਹੋ। ਕਿੰਨੇ
कितने पैसे दोगे जी? पहला सवाल। और उस बंदे का पहला सवाल जिहड़ा रिटायर हो चुकिया सी, जिहदा सारा कुछ बहुत वधिया सी, मैं कहा जी तुसीं हुक्म करो। कहंदे जी अजकल असीं इस 8-10 साल पुरानी गल आ 1100 रुपया पेपर का लेने आ। मैं कहा जी दिता। मैं कहा मेरा तो पैमाना बहुत बड़ा उच्चा सीगा, मेरे मन च जिहड़ा सीगा इस उस पैमाने नाल काम नहीं होने। लगातार पिछले मैं भी 30 साल तो सिक्ख्या के खेतर चल रहा, लगातार बेतहाशा सैमीनार भी अटेंड किए ने। मैनू तो कदे कदे भी लगन लग जाता जो मैं सैमीनार जाना कि पंजाबी नूं औखा किया जा रहा, दिनों दिन पंजाबी नूं इन्ना औखा किया जा रहा कि जिवें संस्कृत के ग्रंथां नूं समझण लई वड्डे वड्डे पंडितां दी लोड़ सी, शायद किते असीं भी इस पासे वाल ना तुर पईए कि साडे जो सानू विरसा, जो साडी संस्कृति, जो सानू गुरु साहबान ने जिहड़ी जाच दित्ती, किते उहनूं जिहड़े समझाउण वाले ने वो इन्ना औखा ना कर देण, सानू वड्डे वड्डे पंडित बुला के, साडे पंडित बुला के उन्हां नूं समझना पवे। सानू इहो जिहे विचार इन्हां कानफ्रेंसां दे जरिए सानू आउटपुट जिहड़ी है वो देनी पैनी है। मेरी ये बेनती है सारे पंजाबी जगत नाल जुड़े सज्जणां नूं, और नाल दी नाल मैं इस विश्वास का पक्का धारनी हाँ, ये काम कल्ले पंजाबी वाले नहीं कर सकते। जे विज्ञान की गल होगी सानू वो बंदे नाल जोड़ने पैणगे जिहड़े विज्ञान की भी समझ रखते हैं, जिहड़े थोड़े बहुते भाषा नाल भी जुड़े हुए हैं। तो अफसोस ये हैगा जिथे मर्जी असीं जदों निगाह दिला के देखते हैं साडे कोले काम करन वाले लोगों की गिनती बहुत घट गई है। किरत का सभ्याचार गुरु नानक साहब का असीं 550 साल मना के हटे हैं, किरत का सभ्याचार साडे कोले घट गया। साडे कोले सुझाव देण वालियां दी गिनती बहुत ज़्यादा वड्डी हैगी आ, क्रेडिट लैण वालियां दी गिनती बहुत वड्डी हैगी आ, काम वालियां दी गिनती बहुत थोड़ी हैगी आ। मैनूं ये खुशी हैगी आ कि साडे स्टाफ मैंबर बहुत गिनती साडे स्टाफ मैंबर दे आर रेडी टू वर्क, दे आर रेडी टू कॉन्ट्रीब्यूट। सानूं इस गल दी लोड़ आ कि साडे नाल जिहड़ा है मोढे नाल मोढा जोड़ के ਉਹ सज्जन जुड़न जिन्हां ने इस खेतर दे विच वड्डे काम कीते हुए ने, जिन्हां दी इस खेतर दे विच बड़ी डूंगी पकड़ ते समझ हैगी आ। असीं काम करन नूं तैयार आ, असीं बिल्कुल कामे बन के काम करांगे, नाल सानू सहयोग कीता जावे तां जो इन्हां कानफ्रेंसां दे कुछ सार्थक सुनेहे जा सकन। पेपर पढ़े गए, पेपर किताब छप गए, किताब दित्ती गई, API स्कोर काउंट हो गया, अगला ग्रेड लग गया, ये नाल परपज सॉल्व नहीं होने। जिहड़ी पंजाबी नूं बचाउण दी, जिहड़ी पंजाबियां नूं बचाउण दी, जिहड़ी पंजाबीयत नूं बचाउण दी सारी कहानी आ वो तां तुरूगी जदों गुरु नानक साहब वाला जिहड़ा 3 रूपी फार्मूला हैगा वो असीं सही तरीके च किरत करो नाम जपो वंड छको वाला सही लागू करांगे। और एक किरत करो नाम जपो वंड छको ये कल्ले इक्को खेतर दे विच नहीं सी हैगा, ये ज्ञान दे खेतर दे विच भी उसे रूप दे विच लागू कीता जा सकदा। मैनूं आस आ कि असीं सारे जिहड़ा है रल के एक अजिहा काफला तैयार करिए। साडी मैनेजमेंट, साडे ऑनररी सकत्तर साहब, साडे डायरैक्टर साहबान, साडे प्रधान जी, दे आर ऑल वेरी वेरी पॉजिटिव। वो हमेशा इस गल प्रति रिसेप्टिव रहे ने। सानू मैं कल भी गल कीती सी, सानू इन्हां कम्मां लई उन्होंने ब्लैंक चैक दिता होया कि तुसीं इन्हां कम्मां नूं करो। तो इस सहयोग की आस करदा होया मैं खिमा दा जाचक हां। जे कुछ वाधा घाटा गया होवे, कहा गया होवे, उहदे लई खिमा। वाहिगुरू जी का खालसा, वाहिगुरू जी की फतेह। बहुत बहुत धन्यवाद सर। इस तुहाडी जो सुहिरद सोच है इस ते सारे असी पूरे उतरांगे, असी वचन दिंदे हाँ। मुख भाषण प्रस्तुत करन लई मैं अपने बहुत ही चोटी दे वक्ता डॉक्टर सतीश कुमार वर्मा जी नूं मंच ते सदा दिंदे हाँ। डॉक्टर सतीश कुमार वर्मा। बहुत बहुत शुक्रिया मैडम। मेरे बहुत ही सत्कारयोग मेरे बड़े वीर रखड़ा जी, मेरे सत्कारत मैडम तेजिंदर जी, गुरजतिंदर जी, पहली बार तो दर्शन किए, धर्मेंद्र रूपा जी, हॉल में बैठे मेरे साथी, प्यारत ते सत्कारत विद्यार्थियों, मेरे कुलीग्स। 2 दिन तो ग्लोबल कॉन्फ्रेंस चल रही है, तीसरी कॉन्फ्रेंस है। मैं इस कॉन्फ्रेंस के शुरू तो नाल जुड़िया होया। 2 दिन जो डेलीब्रेशन हुई हुण तक उन्होंने बारे मैं नहीं पता क्योंकि मैं 2 दिन ज्वाइन नहीं किया। पर रूबा साहब के लैक्चर ने काफ़ी काम सौखा कर दिता क्योंकि इन्होंने रेट्रोस्पैक्शन कर दी। सो मेरा काम सिर्फ इंट्रोस्पैक्शन रह गया, पिछल चात होगी, अंतर चात मैं करनी है। मैं खास तौर पर विद्यार्थियों नाल गल करनी चाहुंदा। बहुत सारिया कॉन्फ्रेंसिस होंदियां
ਪੰਜਾਬੀ ਭਾਸ਼ਾ ਬਾਰੇ ਸਾਡੀ ਬਹੁਤ ਵੱਡੀ ਚਿੰਤਾ ਹੈ, ਸਾਹਿਤ ਬਾਰੇ ਚਿੰਤਾ ਹੈ, ਸੱਭਿਆਚਾਰ ਬਾਰੇ ਚਿੰਤਾ ਹੈ। ਪਰ ਅਸੀਂ ਹੁਣ ਚਿੰਤਾ ਤੋਂ ਤੁਰ ਕੇ ਚਿੰਤਨ ਤੇ ਪਹੁੰਚ ਚੁੱਕੇ ਹਾਂ। ਪਰ ਇਹ ਚਿੰਤਨ ਤਾਂ ਹੀ ਅਰਥ ਹੋਏਗਾ ਜੇ ਅਸੀਂ ਵਿਹਾਰਕ ਪੱਧਰ ਤੇ ਪਹੁੰਚਾਂਗੇ। ਸਾਨੂੰ ਅਪਰੋਚ ਵਿਹਾਰਕ ਲੈਣੀ ਪਏਗੀ। ਬਹੁਤ ਸਾਰੇ ਖਾਨਿਆਂ ਵਿੱਚ ਅਸੀਂ ਭਾਸ਼ਾਵਾਂ ਨੂੰ ਵੰਡ ਦਿੱਤਾ। ਕਿਸੇ ਪੱਧਰ ਤੇ ਤਾਂ ਜਾ ਕੇ ਲੱਗਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਲਾਲਚੀ ਹੋ ਗਏ। ਅਸੀਂ ਆਪਣੀ ਭਾਸ਼ਾ ਨੂੰ ਉਵੇਂ ਪਿਆਰ ਕਰਨ ਲੱਗ ਗਏ ਜਿਵੇਂ ਮਾਵਾਂ ਆਪਣੇ ਨਿਆਣਿਆਂ ਨੂੰ ਜ਼ਿਆਦਾ ਪਿਆਰ ਕਰਦੀਆਂ ਤੇ ਗੋਦੀ 'ਚ ਘੁੱਟ-ਘੁੱਟ ਕੇ ਰੱਖ ਲੈਂਦੀਆਂ। ਇਹ ਹਮੇਸ਼ਾ ਯਾਦ ਰੱਖੀਏ ਕਿ ਅਸੀਂ ਗਲੋਬਲ ਕਾਨਫਰੰਸ ਅੱਜ ਨਹੀਂ ਕਰ ਰਹੇ, ਸਾਡੀ ਸ਼ੁਰੂਆਤ ਹੀ ਗਲੋਬਲਾਈਜੇਸ਼ਨ ਤੋਂ ਹੋਈ ਆ। ਬਾਬਾ ਫਰੀਦ ਨੇ 12ਵੀਂ ਸਦੀ ਵਿੱਚ ਪੰਜਾਬੀ ਦੇ ਵਿੱਚ ਕਵਿਤਾ ਲਿਖੀ। ਉਹ ਬਾਹਰੋਂ ਆਏ ਸੀ, ਇੱਥੋਂ ਦੀ ਭਾਸ਼ਾ ਸਿੱਖ ਕੇ ਉਹਨਾਂ ਨੇ ਪੰਜਾਬੀ ਵਿੱਚ ਲਿਖਿਆ। ਲੇਕਿਨ 13ਵੀਂ ਸਦੀ ਲੰਘ ਗਈ, 14ਵੀਂ ਸਦੀ ਲੰਘ ਗਈ, 15ਵੀਂ ਸਦੀ ਪ੍ਰਥਮ ਪਾਤਸ਼ਾਹ ਆਏ। ਉਹਨਾਂ ਨੇ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਆਪਣੀ ਜ਼ਿੰਦਗੀ ਨੂੰ ਗਲੋਬਲ ਕਨਸੈਪਟ ਵਿੱਚ ਚੁਣਿਆ। ਗੁਰੂ ਨਾਨਕ ਪਾਤਸ਼ਾਹ ਨੇ 70 ਸਾਲ ਦੀ ਆਰਜਾ ਦੇ ਵਿੱਚ 24 ਸਾਲਾਂ 36,000 ਕਿਲੋਮੀਟਰ ਦਾ ਸਫ਼ਰ ਕੀਤਾ। ਉਹਨਾਂ ਨੇ ਹੀ ਬਾਬਾ ਫਰੀਦ ਦੀ ਜਿਹੜੀ ਬਾਣੀ ਆ ਉਹ ਲੱਭੀ ਹੈ, ਜਿਸ ਕਰਕੇ ਅਸੀਂ ਬਾਬਾ ਫਰੀਦ ਨੂੰ ਪਹਿਲਾ ਪੰਜਾਬੀ ਕਵੀ ਮੰਨਦੇ ਹਾਂ। ਉਸ ਤੋਂ ਬਾਅਦ ਪੰਚਮ ਪਾਤਸ਼ਾਹ ਨੇ ਆਦਿ ਗ੍ਰੰਥ ਦਾ ਸੰਪਾਦਨ ਕੀਤਾ। ਉਹ 'ਚ ਬਾਬਾ ਫਰੀਦ ਵੀ ਨੇ, ਪਹਿਲੇ 4 ਗੁਰੂ ਸਾਹਿਬਾਨ ਵੀ ਨੇ, ਭੱਟ ਵੀ ਨੇ, ਸੂਫੀ ਵੀ ਨੇ। ਅਸੀਂ ਸ਼ੁਰੂਆਤ ਹੀ ਗਲੋਬਲ ਤੋਂ ਕੀਤੀ। ਸਾਡੀ ਪਹੁੰਚ ਦ੍ਰਿਸ਼ਟੀ ਗਲੋਬਲ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਮਰਦਾਨੇ ਸਾਥੀ ਨੂੰ ਨਾਲ ਲੈ ਕੇ ਉਸ ਦੀ ਰਬਾਬ ਤੇ ਸੰਗੀਤ ਦੇ ਰਾਹੀਂ ਜਦੋਂ ਬਾਣੀ ਰਚਦੇ ਹੈ ਤੇ ਲੋਕਾਂ ਕੋਲ ਜਾਂਦੇ ਹੈ ਤਾਂ ਦੁਨੀਆ ਭਰ ਦੀ ਭਾਸ਼ਾ ਉਹਨਾਂ ਦੇ ਨਾਲ ਆਉਂਦੀ ਹੈ ਤੇ ਸਾਡੀ ਭਾਸ਼ਾ ਦੁਨੀਆ ਭਰ ਵਿੱਚ ਪਹੁੰਚਦੀ ਹੈ। ਤੇ ਅੱਜ ਅਸੀਂ ਜੇ ਸੋਚੀਏ ਕਿ 22 ਜ਼ਿਲ੍ਹਿਆਂ ਦਾ ਸਾਡਾ ਪੰਜਾਬ ਹੈ ਤੇ ਸਾਡੀ ਪੰਜਾਬੀ 22 ਜ਼ਿਲ੍ਹਿਆਂ ਦੀ ਹੈ ਤਾਂ ਸਾਡੀ ਪਹੁੰਚ ਗਲਤ ਹੋਏਗੀ। ਇਹ ਕਾਨਫਰੰਸ ਇਸੇ ਨੁਕਤੇ ਤੇ ਅਰਥ ਗ੍ਰਹਿਣ ਕਰਦੀ ਹੈ ਕਿ ਕਿਉਂਕਿ ਗਲੋਬਲ ਕਾਨਫਰੰਸ ਹੈ ਤਾਂ ਅਸੀਂ ਗਲੋਬਲ ਤੋਂ ਲੋਕਲ ਨਹੀਂ ਹੋਣਾ, ਬਲਕਿ ਅਸੀਂ ਗਲੋਬਲ ਹੀ ਹੋਣਾ ਹੈ। ਸਾਨੂੰ ਆਪਣੇ ਲੋਕਲ ਪਰਸਪੈਕਟਿਵ ਬਦਲਨੇ ਪੈਣਗੇ। ਸਾਨੂੰ ਆਪਣੀ ਭਾਸ਼ਾ ਬਾਰੇ ਸੋਚਣਾ ਪਏਗਾ ਕਿ ਅੱਜ ਪੰਜਾਬੀ ਭਾਸ਼ਾ ਦੁਨੀਆ ਦੇ 204 ਸੋਵਰਨ ਕੰਟਰੀਜ਼ ਵਿੱਚੋਂ ਲਗਭਗ 150 ਮੁਲਕਾਂ ਵਿੱਚ ਬੋਲੀ ਜਾਂਦੀ ਹੈ ਜਿੱਥੇ ਪੰਜਾਬੀ ਰਹਿੰਦੇ ਨੇ। ਦੁਨੀਆ ਦੀਆਂ 6500 ਭਾਸ਼ਾਵਾਂ ਵਿੱਚੋਂ ਪੰਜਾਬੀ ਬੋਲਣ ਵਾਲੇ ਦੀ ਗਿਣਤੀ ਬੋਲਣ ਦੇ ਲਿਹਾਜ਼ ਨਾਲ 10ਵੇਂ ਨੰਬਰ ਤੇ ਆ ਚੁੱਕੀ ਹੈ। ਪੰਜਾਬੀ ਗਿਆਨ ਵਿਗਿਆਨ ਦੀ ਭਾਸ਼ਾ ਹੈ। ਇਸ ਲਈ ਨੋਸਟੈਲਜੀਆ ਦਾ ਪੱਧਰ ਜਾਂ ਸਿਰਫ ਭਾਵੁਕਤਾ ਦਾ ਪੱਧਰ ਸਾਡੀ ਮਦਦ ਨਹੀਂ ਕਰ ਸਕਦਾ। ਜਦੋਂ ਬੰਦੇ ਕਹਿੰਦੇ ਆ ਜੀ ਪਾਕਿਸਤਾਨ ਦੀ ਪੰਜਾਬੀ ਬੜੀ ਚੰਗੀ ਹੈ, ਕਿੰਨੀ ਮਿੱਠੀ ਪੰਜਾਬੀ ਹੈ, ਕਿੰਨੀ ਮਿੱਠੀ ਪੰਜਾਬੀ ਹੈ, ਤਾਂ ਮੈਂ ਕਹਿੰਦਾ ਕਿ ਮੇਰੇ ਪਿੰਡ ਦਾ ਜਿਹੜਾ ਮੇਰਾ ਚਾਚਾ ਜਿਉਂਦਾ 90 ਸਾਲ ਦਾ, ਉਹਦੀ ਜ਼ੁਬਾਨ ਵੀ ਮਿੱਠੀ ਹੈ। ਪਾਕਿਸਤਾਨ ਦੇ ਵਿੱਚ ਟੈਕਨੀਕਲ ਡਿਵੈਲਪਮੈਂਟ ਨਹੀਂ ਹੋਈ। ਉੱਥੇ ਭਾਸ਼ਾ ਸਕੂਲ ਪੱਧਰ ਤੇ ਕਾਲਜ ਪੱਧਰ ਤੇ ਨਹੀਂ ਪੜ੍ਹਾਈ ਜਾ ਰਹੀ। ਉਹ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਨਹੀਂ ਪੜ੍ਹਾ ਰਹੇ। ਸੋ ਜਦੋਂ ਅਸੀਂ ਗਿਆਨ ਵਿਗਿਆਨ ਪੜ੍ਹਾਵਾਂਗੇ ਤਾਂ ਭਾਸ਼ਾ ਦੇ ਧਰਾਤਲ ਬਦਲਣਗੇ। ਇਸ ਲਈ ਇੱਕ ਅਸੀਂ ਜਿਵੇਂ ਤੁਸੀਂ 에ਅਰਪੋਰਟ ਤੇ ਜਾਓ, ਇਹ ਹੈਲੀਪੈਡ ਹੈ। ਉਸ ਹੈਲੀਪੈਡ ਦੀ ਇੱਕ ਥਾਂ ਹੈ ਜਿੱਥੇ ਕੋਈ ਜਹਾਜ਼ ਨੇ ਟੇਕ ਆਫ ਲੈਣਾ ਜਾਂ ਲੈਂਡ ਕਰਨਾ ਹੈ। ਲੇਕਿਨ ਜੇ ਅਸੀਂ ਸਿਰਫ ਉਸੇ ਨੂੰ ਸਵਾਰੀ ਜਾਵਾਂਗੇ, ਦੁਨੀਆ ਵਿੱਚ ਨਹੀਂ ਜਾਵਾਂਗੇ ਤੇ ਗੱਲ ਨਹੀਂ ਬਣੇਗੀ। ਮੈਂ ਇੱਕੋ ਐਗਜ਼ਾਮਪਲ ਦਿੰਦਾ ਅੰਗਰੇਜ਼ੀ ਜ਼ਬਾਨ ਦੀ। ਅੰਗਰੇਜ਼ੀ ਜ਼ਬਾਨ ਬ੍ਰਿਟਿਸ਼ ਦੀ ਜ਼ਬਾਨ ਹੈ, ਅਮਰੀਕਨ ਦੀ ਜ਼ਬਾਨ ਹੈ, ਕੈਨੇਡੀਅਨ ਦੀ ਜ਼ਬਾਨ ਹੈ, ਆਸਟ੍ਰੇਲੀਅਨ ਦੀ ਜ਼ਬਾਨ ਹੈ ਤੇ ਉਸ ਭਾਸ਼ਾ ਦੇ ਕਈ ਰੰਗ ਰੂਪ ਨੇ। ਬ੍ਰਿਟਿਸ਼ ਇੰਗਲਿਸ਼ ਵੱਖਰੀ ਹੈ, ਅਮਰੀਕਨ ਇੰਗਲਿਸ਼ ਵੱਖਰੀ ਹੈ, ਕੈਨੇਡੀਅਨ ਇੰਗਲਿਸ਼ ਵੱਖਰੀ ਹੈ, ਆਸਟ੍ਰੇਲੀਅਨ ਇੰਗਲਿਸ਼ ਵੱਖਰੀ ਹੈ। ਤੇ ਅਸੀਂ ਉਹਦੇ ਰੂਪ ਪ੍ਰਵਾਨ ਵੀ ਕਰ ਲਏ। ਤੁਹਾਡੇ ਨੈਟ ਤੇ ਅਸੀਂ ਬਟਨ ਦੱਬਦੇ ਹੋ, ਅਮਰੀਕਨ ਸਪੈਲ ਵੀ ਆਉਂਦੇ ਨੇ, ਬ੍ਰਿਟਿਸ਼ ਸਪੈਲ ਵੀ ਆਉਂਦੇ ਨੇ। ਅਸੀਂ THEARE ਬ੍ਰਿਟਿਸ਼ ਸਪੈਲ ਵੀ ਲੈਂਦੇ ਹਾਂ ਥੀਏਟਰ ਦੇ, THEATER ਵੀ ਲੈਂਦੇ ਹਾਂ। ਸੋ ਅੱਜ ਜੇ ਪੰਜਾਬੀ ਪੂਰੀ ਦੁਨੀਆ ਵਿੱਚ ਬੋਲੀ ਜਾ ਰਹੀ ਹੈ ਤਾਂ ਸਾਨੂੰ ਇਸ ਦੇ ਰੂਪ ਸਵੀਕਾਰ ਕਰਨੇ ਪੈਣਗੇ। ਅੱਜ ਇੱਕ ਹਿੰਦੁਸਤਾਨ ਦੀ ਭਾਰਤੀ ਪੰਜਾਬੀ ਹੈ, ਇੱਕ ਪਾਕਿਸਤਾਨੀ ਪੰਜਾਬੀ ਹੈ, ਇੱਕ ਕੈਨੇਡੀਅਨ ਪੰਜਾਬੀ ਹੈ, ਇੱਕ ਆਸਟ੍ਰੇਲੀਅਨ ਪੰਜਾਬੀ ਹੈ। ਕਿਉਂਕਿ ਜਿਸ ਮਾਹੌਲ ਵਿੱਚ ਉਹ ਪੰਜਾਬੀ ਬੋਲੀ ਜਾਏਗੀ, ਉੱਥੋਂ ਦਾ ਵਾਤਾਵਰਨ, ਉੱਥੋਂ ਦਾ ਸਾਰਾ ਬੈਕਗ੍ਰਾਉਂਡ ਉਹਦੇ ਵਿੱਚ ਆਏਗਾ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖੀਏ ਕਿ ਅਸੀਂ ਤਾਂ ਹੀ ਗਲੋਬਲ ਹੋਵਾਂਗੇ ਜੇ ਸਾਡੀ ਜ਼ਮੀਨ ਮਜ਼ਬੂਤ ਹੈ। ਅਸੀਂ ਆਪਣੀ ਜ਼ਮੀਨ ਵਿੱਚ ਜੇ ਚੰਗੀ ਖੇਤੀ ਕਰਦੇ ਹਾਂ, ਸਾਡੀ ਫਸਲ ਦੁਨੀਆ ਵਿੱਚ ਜਾ ਸਕਦੀ ਹੈ। ਪਰ ਜੇ ਜ਼ਮੀਨ ਮਾੜੀ ਹੈ ਫਿਰ ਗਲਤ ਹੋਏਗੀ। ਇਸ ਲਈ ਅੱਜ ਜੋ ਕੰਮ ਸਰਕਾਰ ਕਰ ਰਹੀ ਹੈ, ਹੁਣ ਤੁਰੀ ਹੈ ਇੰਨੇ ਧਰਨਿਆਂ ਤੋਂ ਬਾਅਦ, ਜਾਂ ਸਰਕਾਰਾਂ ਤੁਰ ਰਹੀਆਂ ਨੇ ਕਿ ਅਸੀਂ ਮਾਂ ਬੋਲੀ ਪੰਜਾਬੀ ਨੂੰ ਮੰਨੀਏ ਪ੍ਰਾਇਮਰੀ ਤੱਕ। ਜੌਨੀ ਵਾਂਟਸ ਟੂ ਪਲੇ, ਉਹ ਜੌਨੀ ਦਾ ਭਾਵੇਂ ਬਿੱਟੂ ਟਿੰਕੂ ਕਰਦੀ ਹੈ, ਗੱਲ ਗੜਬੜ ਹੋ ਜਾਣੀ ਹੈ। ਕਿਉਂਕਿ ਅਸੀਂ ਐਗਰੇਰੀਅਨ ਸੁਸਾਇਟੀ ਦੇ ਬੰਦੇ ਹਾਂ। ਸਾਡੀ ਨਰਸਰ ਰਾਈਮ ਹੈ ਕਿ ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ, ਕਾਲੀਆਂ ਇੱਟਾਂ ਕਾਲੇ ਰੋਡ, ਮੀਂਹ ਵਸਾ ਦੇ ਜ਼ੋਰੋ ਜ਼ੋਰ। ਸੋ ਜਿਹੜੀ ਕੱਚੀ ਉਮਰ ਦੇ ਵਿੱਚ ਉਸ ਬੱਚੇ ਨੂੰ ਆਪਣੀ ਕਲਚਰਲ ਬੈਕਗ੍ਰਾਉਂਡ, ਫੋਕਲੋਰ ਦੀ ਬੈਕਗ੍ਰਾਉਂਡ ਮਿਲਣੀ ਚਾਹੀਦੀ ਹੈ, ਜੋ ਆਪਣੀ ਜ਼ੁਬਾਨ ਨਾਲ ਮਿਲਦੀ ਹੈ, ਜੋ ਕਿ ਅਸੀਂ ਪੰਜਾਬੀ ਵਡਭਾਗਿਆਂ ਸਾਨੂੰ ਜਮਾਂਦਰੂ ਮਿਲਦੀ ਹੈ। ਅਸੀਂ ਜੰਮਦੇ ਹਾਂ ਲੋਰੀਆਂ ਦੇ ਨਾਲ, ਸਾਡੇ ਫਿਰ ਵਿਆਹ ਹੁੰਦੇ ਨੇ ਘੋੜੀਆਂ ਦੇ ਨਾਲ, ਫਿਰ ਅਸੀਂ ਮਰਦੇ ਹਾਂ ਲਾਉਣੀਆਂ ਦੇ ਨਾਲ। ਅਸੀਂ ਜੰਮਦੇ ਪੰਜਾਬੀ 'ਚ ਹਾਂ, ਵੱਡੇ ਪੰਜਾਬੀ 'ਚ ਹੁੰਦੇ ਹਾਂ, ਮਰਦੇ ਪੰਜਾਬੀ ਵਿੱਚ ਹਾਂ।
ਸੋ ਜੇ ਤੁਹਾਡੀ ਜ਼ਬਾਨ ਮਜ਼ਬੂਤ ਹੈ ਫਿਰ ਅਸੀਂ ਦੁਨੀਆ ਦੀਆਂ ਕੋਈ ਵੀ ਜ਼ਬਾਨਾਂ ਸਿੱਖ ਸਕਦੇ ਹਾਂ। ਮੇਰੀ ਪੀੜ੍ਹੀ ਦੇ ਬਹੁਤ ਸਾਰੇ ਬੰਦੇ ਨੇ ਜਿਹੜੇ ਤੱਪੜ ਸਕੂਲਾਂ ਦੇ ਵਿੱਚ ਪੜ੍ਹੇ ਨੇ, 6ਵੀਂ ਜਮਾਤ ਤੋਂ ਅੰਗਰੇਜ਼ੀ ਪੜ੍ਹੀ ਹੈ, ਪਰ ਅਸੀਂ ਅੰਗਰੇਜ਼ੀ ਵਿੱਚ ਟਾਲੇ ਵਾਂਗ ਪੜ੍ਹ ਲੈਂਦੇ, ਸਾਨੂੰ ਕੋਈ ਸਮੱਸਿਆ ਨਹੀਂ। ਸੋ ਜੇ ਬੁਨਿਆਦ ਪੱਕੀ ਹੈ ਤਾਂ ਕੋਈ ਸਮੱਸਿਆ ਨਹੀਂ ਹੈ। ਸਾਨੂੰ ਕਾਫੀ ਗੱਲਾਂ ਦੇ ਵਿੱਚ ਆਪਣੇ ਆਪ ਨੂੰ ਵਿਸ਼ਾਲ ਹੋਣਾ ਪਏਗਾ। ਜਿਵੇਂ ਉੱਬਾ ਸਾਹਿਬ ਨੇ ਦੱਸਿਆ ਕਿ ਮੈਥੋਂ ਪਹਿਲਾਂ ਮੇਰੇ ਸਾਥੀ ਸੁਰਜੀਤ ਭੱਟੀ ਨੇ ਗੱਲ ਕੀਤੀ, ਅਸੀਂ ਜੇ ਬਾਕੀ ਜ਼ਬਾਨਾਂ ਨੂੰ ਨਫ਼ਰਤ ਕਰਨ ਦੀ ਪੱਧਰ ਤੇ ਲੋਕਾਂ ਨੂੰ ਪਹੁੰਚਾ ਦਿੱਤਾ, ਜਾਂ ਇਹ ਮਾੜੀ ਹੈ, ਇਹ ਮਾੜੀ ਹੈ, ਇਹ ਮਾੜੀ ਹੈ, ਕਿਸੇ ਜ਼ਬਾਨ ਨੂੰ ਚਾਚੀ ਕਹਿਤਾ, ਮਾਸੀ ਕਹਿਤਾ ਤੇ ਮਗਰ ਪੈ ਗਏ। ਕਿਸੇ ਜ਼ਬਾਨ ਦਾ ਕੋਈ ਧਰਮ ਨਹੀਂ ਹੁੰਦਾ, ਜਿਵੇਂ ਕਿ ਮਾਵਾਂ ਦਾ ਕੋਈ ਧਰਮ ਨਹੀਂ ਹੁੰਦਾ। ਮਾਂ ਬੋਲੀ ਤੇ ਮਾਂ ਇੱਕੋ ਹੀ ਹੈ, ਮਾਂ ਹੀ ਹੁੰਦੀ ਹੈ, ਚਾਹੇ ਤੁਹਾਡੀ ਆਪਣੀ ਮਾਂ ਹੋਵੇ, ਚਾਹੇ ਤੁਹਾਡੇ ਦੋਸਤ ਦੀ ਮਾਂ ਹੋਵੇ। ਇਸ ਲਈ ਭਾਸ਼ਾਵਾਂ ਨੂੰ ਬ੍ਰਿਟਿਸ਼ ਇੰਪੀਰੀਅਲਿਜ਼ਮ ਨੇ ਧਰਮਾਂ ਦੇ ਖਾਤੇ ਵਿੱਚ ਵੰਡਿਆ ਤੇ ਅਸੀਂ ਇਸ ਗੱਲ ਨੂੰ ਰੱਦ ਕਰਦੇ ਹੋਏ ਲੈ ਦੇ ਕੇ ਫਿਰ ਉੱਥੇ ਹੀ ਜਾ ਰਹੇ ਹਾਂ। ਸਾਡੇ ਜਿੰਨੇ ਵੀ ਦੋਸਤ ਮਿੱਤਰ ਵਿਦਵਾਨ ਨੇ, ਸਭ ਨੂੰ ਆਪਣੇ ਆਪਣੇ ਕੰਮ ਦੀ ਪਛਾਣ ਕਰਨੀ ਚਾਹੀਦੀ ਹੈ। ਜੇ ਸਾਡੇ ਦੋਸਤ ਭਾਸ਼ਾ ਵਿਗਿਆਨੀ ਨੇ ਤਾਂ ਉਹ ਭਾਸ਼ਾ ਵਿਗਿਆਨੀ ਹੋਣ ਕਰਕੇ ਇਹ ਸਮਝਾਉਣ ਕਿ ਭਾਸ਼ਾਵਾਂ ਦੀਆਂ ਫੈਮਿਲੀਜ਼ ਹੁੰਦੀਆਂ, ਭਾਸ਼ਾਵਾਂ ਦੇ ਇੱਕ ਪਰਿਵਾਰ ਹੁੰਦੇ ਨੇ, ਜਿਵੇਂ ਸੰਗੀਤ ਦੇ ਪਰਿਵਾਰ ਹੁੰਦੇ ਨੇ। ਤੇ ਜਦੋਂ ਭਾਸ਼ਾਵਾਂ ਦੇ ਪਰਿਵਾਰ ਵੱਲ ਜਾਂਦੇ ਆ, ਸਾਨੂੰ ਉਹਦੀਆਂ ਸਾਂਝਾਂ ਦਾ ਪਤਾ ਲੱਗ ਜਾਂਦਾ ਹੈ। ਭਾਸ਼ਾਵਾਂ ਦਾ ਕੋਈ ਧਰਮ ਨਹੀਂ, ਹਰ ਧਰਮ ਦੀ ਕੋਈ ਭਾਸ਼ਾ ਹੋ ਸਕਦੀ ਹੈ। ਇਸ ਲਈ ਸਾਨੂੰ ਇਹ ਦ੍ਰਿਸ਼ਟੀ ਜ਼ਰੂਰ ਰੱਖਣੀ ਪੈਣੀ ਹੈ ਕਿ ਅਸੀਂ ਓਪਨ ਹੋਵਾਂਗੇ। ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਦੇ ਵਿੱਚ ਪਤਾ ਨਹੀਂ ਦੁਨੀਆ ਦੀਆਂ ਕਿਹੜੀਆਂ ਜ਼ਬਾਨਾਂ ਦੇ ਸ਼ਬਦ ਨੇ। ਜੇ ਮੇਰੀ ਗੱਲ ਤੇ ਯਕੀਨ ਨਹੀਂ ਤਾਂ 1430 ਅੰਗ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹੋ, ਤੁਹਾਨੂੰ ਬਹੁਤ ਸਾਰੀਆਂ ਐਸੀਆਂ ਤੁਕਾਂ ਜੋ ਫਾਰਸੀ ਦੀਆਂ ਨੇ, ਗੁਰਮੁਖੀ ਅੱਖਰਾਂ ਵਿੱਚ ਲਿਖੀਆਂ ਮਿਲ ਜਾਣਗੀਆਂ। ਦੁਨੀਆ ਭਰ ਦੇ ਸ਼ਬਦ ਮਿਲ ਜਾਣਗੇ। ਸਾਨੂੰ ਗੁਰੂ ਸਾਹਿਬ ਨੇ ਪੂਰੀ ਦੁਨੀਆ ਦੀਆਂ ਭਾਸ਼ਾਵਾਂ ਦਾ ਚਿੰਤਨ, ਉਹ ਸਾਰਾ ਐਟਮੋਸਫੀਅਰ ਦਿੱਤਾ ਹੋਇਆ ਹੈ। ਸੋ ਜੇ ਅਸੀਂ ਆਪਣੀ ਪਹੁੰਚ ਦ੍ਰਿਸ਼ਟੀ ਵਿਸ਼ਾਲ ਨਾ ਰੱਖੀ ਤਾਂ ਸਾਨੂੰ ਬਹੁਤ ਵੱਡੇ ਖਤਰੇ ਦਾ ਸਾਹਮਣਾ ਕਰਨਾ ਪਏਗਾ। ਅਸੀਂ ਇੱਕ ਭਾਸ਼ੀ ਹੋ ਕੇ ਨਹੀਂ ਤਰੱਕੀ ਕਰ ਸਕਦੇ, ਸਾਨੂੰ ਬਹੁ ਭਾਸ਼ੀ ਹੋਣਾ ਪਏਗਾ। ਅਸੀਂ ਜੇ ਇਹ ਬਹੁਤ ਚੰਗੀ ਗੱਲ ਹੈ, ਜੇ ਮੈਂ ਮਹਾਰਾਸ਼ਟਰ ਗਿਆ, ਸਾਰੀਆਂ ਨੇਮ ਪਲੇਟਾਂ ਮਰਾਠੀ 'ਚ ਲੱਗੀਆਂ ਹੋਈਆਂ, ਤਮਿਲ 'ਚ ਲੱਗੀਆਂ ਹੋਈਆਂ, ਪੰਜਾਬ ਦੀਆਂ ਪੰਜਾਬੀ 'ਚ ਹੋਣ, ਬੜੀ ਅੱਛੀ ਗੱਲ ਹੈ, ਜੀ ਸਦਕੇ ਹੋਣ। ਪਰ ਜੇ ਮਹਾਰਾਸ਼ਟਰ ਜਾਂ ਤਮਿਲ ਮੈਂ ਜਾਊਂਗਾ ਤਾਂ ਮੈਨੂੰ ਤਮਿਲ ਮਰਾਠੀ ਨਹੀਂ ਆਉਂਦੀ ਤੇ ਮੈਂ ਕਿਵੇਂ ਕੋਆਪਰੇਟ ਕਰਾਂਗਾ। ਇਸ ਲਈ ਸਾਨੂੰ ਆਪਣੀ ਭਾਸ਼ਾ ਸਿਰਮੌਰ ਰੱਖ ਕੇ ਦੂਸਰੀਆਂ ਭਾਸ਼ਾਵਾਂ ਨੂੰ ਵੀ ਬਣਦੀ ਥਾਂ ਦੇਣੀ ਪਏਗੀ, ਕਿਉਂਕਿ ਅਸੀਂ ਇੰਟਰੈਕਟ ਤਾਂ ਹੀ ਕਰ ਸਕਦੇ ਹਾਂ ਦੂਜੀਆਂ ਭਾਸ਼ਾਵਾਂ ਨਾਲ ਹੋਈਏ। ਔਰ ਅੱਜ ਦੀ ਸਥਿਤੀ ਤਾਂ ਇਹ ਹੈ ਕਿ ਸਾਡੇ ਸੰਵਿਧਾਨ ਵਿੱਚ ਜਿਹੜੀਆਂ 22 ਭਾਸ਼ਾਵਾਂ ਨੇ, ਉਹ 22 ਭਾਸ਼ਾਵਾਂ ਜਿਹੜੀਆਂ ਹਿੰਦੁਸਤਾਨ ਦੀਆਂ ਵਿੱਚ ਅੰਗਰੇਜ਼ੀ ਵੀ ਹੈ। ਹੁਣ ਅੰਗਰੇਜ਼ੀ ਵੀ ਓਪਰੀ ਭਾਸ਼ਾ ਨਹੀਂ, ਉਹ ਸਾਡੀ ਨੈਸ਼ਨਲ ਲੈਂਗੁਏਜ ਹੈ। ਵੀ ਹੈਵ 22 ਨੈਸ਼ਨਲ ਲੈਂਗੁਏਜਸ। 22 ਸਾਡੀਆਂ ਰਾਸ਼ਟਰੀ ਭਾਸ਼ਾਵਾਂ ਨੇ, ਇੱਕ ਨਹੀਂ ਹੈ। ਜਿਹੜੀ ਹਿੰਦੀ ਦਾ ਬਾਰ-ਬਾਰ ਰੌਲਾ ਪੈਂਦਾ, ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ। ਉਹਨੂੰ ਅਸੀਂ ਫੈਸਲਾ ਕਰ ਲਿਆ ਕਿ ਸੰਪਰਕ ਭਾਸ਼ਾ ਹੋਏਗੀ। ਇਹ ਫੈਸਲਾ ਕਰ ਲਿਆ ਉੱਤੇ ਬੈਠੇ ਚੌਧਰੀਆਂ ਨੇ, ਲੇਕਿਨ ਆਟੋਮੈਟਿਕਲੀ ਅੰਗਰੇਜ਼ੀ ਵੀ ਸੰਪਰਕ ਭਾਸ਼ਾ ਹੋਗੀ। ਹੁਣ ਸਾਨੂੰ ਅੰਗਰੇਜ਼ੀ ਸੰਪਰਕ ਭਾਸ਼ਾ ਜ਼ਿਆਦਾ ਅੱਛੀ ਲੱਗਦੀ ਹੈ। ਮੈਂ ਕਹਿੰਦਾ ਕੱਲ ਨੂੰ ਪੰਜਾਬੀ ਵੀ ਸੰਪਰਕ ਭਾਸ਼ਾ ਹੋ ਸਕਦੀ ਹੈ। ਕੋਈ ਵੀ ਸੰਪਰਕ ਭਾਸ਼ਾ ਹੋਵੇ, ਸੰਪਰਕ ਕਰਨ ਲਈ ਸਾਨੂੰ ਸੂਤਰ ਚਾਹੀਦਾ, ਸਾਨੂੰ ਵਿਚੋਲਾ ਚਾਹੀਦਾ, ਕੋਈ ਇੱਕ ਭਾਸ਼ਾ ਜੋ ਦੂਜੀਆਂ ਭਾਸ਼ਾਵਾਂ ਨੂੰ ਬਣਾਵੇ। ਹੁਣ ਕਿਉਂਕਿ ਸਾਡਾ ਦੇਸ਼ ਮਲਟੀਕਲਚਰਲ ਹੈ, ਮਲਟੀਲਿੰਗੁਅਲ ਹੈ, ਸਾਨੂੰ ਇਹ ਦੇਖਣਾ ਪਏਗਾ ਕਿ ਅਸੀਂ ਵਿਦੇਸ਼ ਜਾ ਕੇ ਉੱਪਰੇ ਨਹੀਂ ਹੁੰਦੇ। ਅਸੀਂ ਇਸੇ ਦੇਸ਼ ਵਿੱਚ ਜਾਂਦੇ, ਅਲੱਗ-ਅਲੱਗ ਸੂਬਿਆਂ ਜਾ ਕੇ ਉੱਪਰੇ ਹੋ ਜਾਂਦੇ ਹਾਂ। ਸਾਡੇ ਪਹਿਰਾਵੇ ਵੱਖਰੇ, ਸਾਡਾ ਖਾਣਾ ਪੀਣਾ ਵੱਖਰਾ, ਸਾਡੀ ਭਾਸ਼ਾ ਵੱਖਰੀ। ਅਸੀਂ ਸਾਊਥ ਵੀ ਜਾਈਏ ਤਾਂ ਤਮਿਲ, ਤੇਲਗੂ, ਮਲਿਆਲਮ, ਕੰਨੜ, ਇਹ 4 ਭਾਸ਼ਾਵਾਂ ਸਾਡੇ ਨੇੜੇ ਤੇੜੇ ਨਹੀਂ ਖੜਦੀਆਂ। ਪਰ ਜਦੋਂ ਅਸੀਂ ਕਿਤੇ ਈਸਟ ਵੀ ਜਾਂਦੇ ਹਾਂ, ਨਾਰਥ ਵੀ ਜਾਂਦੇ ਹਾਂ, ਤਾਂ ਸਾਨੂੰ ਗੁਜਰਾਤੀ, ਮਰਾਠੀ, ਉੜੀਆ, ਬੰਗਾਲੀ, ਉਹਨਾਂ ਦੀ ਜਿਹੜੀ ਲਿਪੀ ਹੈ ਉਹ ਨੇੜੇ ਤੇੜੇ ਲੱਗਣ ਲੱਗ ਜਾਂਦੀ ਹੈ, ਕਿਉਂਕਿ ਉਹਦੀ ਬੈਕਗ੍ਰਾਉਂਡ ਉਸੇ ਪਰਿਵਾਰ ਨਾਲ ਜੁੜਦੀ ਹੈ ਜਿੱਥੇ ਅਸੀਂ ਜੁੜਦੇ ਹਾਂ। ਇਸ ਕਰਕੇ ਭਾਸ਼ਾਵਾਂ ਦੇ ਮਾਮਲੇ ਵਿੱਚ ਵਿਸ਼ਾਲ ਦ੍ਰਿਸ਼ਟੀ ਰੱਖ ਕੇ ਹੀ ਚੱਲਣਾ ਪਏਗਾ। ਤੇ ਜਿਹੜਾ ਇਹ ਅਸੀਂ ਇੱਕ ਫਾਰਮੂਲਾ ਬਣਾਇਆ ਹੋਇਆ ਕਿ ਅੰਗਰੇਜ਼ੀ ਦਾ ਸ਼ਬਦ ਇੱਥੇ ਆ ਗਿਆ, ਆਪਣਾ ਸ਼ਬਦ ਘੜੀਏ, ਆਪਣਾ ਘੜੀਏ। ਅੰਗਰੇਜ਼ੀ ਦੇ ਵੀ ਆਪਣੇ ਸ਼ਬਦ ਹੈ ਨਹੀਂ, ਉਹਨਾਂ ਨੇ ਵੀ ਕੋਈ ਲੈਟਿਨ ਤੋਂ ਲਏ ਨੇ, ਕੋਈ ਗ੍ਰੀਕ ਤੋਂ ਲਏ ਨੇ। ਅੱਜ ਜਿੰਨੀਆਂ ਮੈਡੀਕਲ ਸਾਇੰਸ ਦੀ ਸ਼ਬਦਾਵਲੀ ਹੈ ਅੱਡ-ਅੱਡ ਭਾਸ਼ਾਵਾਂ ਚ ਆਈ ਹੋਈ ਹੈ, ਤੇ ਨਾਲ ਦੀ ਨਾਲ ਉਹਨਾਂ ਨੇ ਆਪਣੀ ਲਿਪੀ ਵਿੱਚ ਲਿਖ ਲਿਆ। ਸੋ ਜੇ ਅਸੀਂ ਨਵੇਂ ਸ਼ਬਦਾਂ ਨੂੰ ਸਵੀਕਾਰ ਕਰ ਲਈਏ ਤਾਂ ਅਸੀਂ ਨਵੇਂ ਸ਼ਬਦ ਹੀ ਵਰਤਦੇ ਹਾਂ। ਕਈ ਵਾਰ ਤਾਂ ਅਸੀਂ ਪੰਜਾਬੀ ਬੋਲਦੇ ਹੀ ਨਹੀਂ। ਮੈਂ ਯੂਨੀਵਰਸਿਟੀ ਤੋਂ ਆਇਆ, ਆਪਣੀ ਕਾਰ ਤੇ ਆਇਆ, ਕਾਨਫਰੰਸ ਵਿੱਚ ਪਹੁੰਚਿਆ, ਅੱਗੇ ਕਾਲਜ ਵਿੱਚ ਆਇਆ, ਅੱਗੇ ਪ੍ਰੈਸ ਸਾਹਿਬ ਮਿਲੇ, ਪ੍ਰਿੰਸੀਪਲ ਸਾਹਿਬ ਮਿਲੇ, ਮਿਨਿਸਟਰ ਸਾਹਿਬ ਮਿਲੇ, ਇਹ ਸਾਰੀ ਅੰਗਰੇਜ਼ੀ ਹੈ। ਹੁਣ ਅਸੀਂ ਮੱਲੋ ਮੱਲੀ ਧੱਕੇ ਨਾਲ ਪਲੇਟਫਾਰਮ ਨੂੰ ਆਵਾਗਮਨ ਦਾ ਚਬੂਤਰਾ ਬਣਾਉਂਦੇ ਫਿਰੀਏ, ਉਹਦਾ ਕੋਈ ਮਤਲਬ ਨਹੀਂ ਹੈ। ਔਰ ਇਹ ਦੁਨੀਆ ਦੇ ਵਿੱਚ ਦੁਨੀਆ ਦਾ ਵਰਤਾਰਾ ਹੈ। ਔਰ ਜਿਨ੍ਹਾਂ ਨੂੰ ਨਹੀਂ ਯਕੀਨ ਮੇਰੀ ਗੱਲ ਤੇ, ਤੁਸੀਂ ਵੈਬਸਟਰ ਡਿਕਸ਼ਨਰੀ ਦੇਖੋ, ਹਰ ਵਾਰ ਨਵੇਂ ਸ਼ਬਦ ਆਉਂਦੇ ਆ। ਸਾਡੀਆਂ ਆਪਣੀਆਂ ਜ਼ਬਾਨਾਂ ਦੇ ਸ਼ਬਦ ਡਿਕਸ਼ਨਰੀ ਵਿੱਚ ਆਉਂਦੇ ਆ। ਇਸ ਸਾਲ ਦਾ ਸਭ ਤੋਂ ਪਪੂਲਰ ਸ਼ਬਦ ਸੰਵਿਧਾਨ ਹੈ। जुगाड़ शब्द भी आया है। मैं एक अंग्रेजी कोई आर्टिकल पढ़ रहा शब्द आ बैंडोबस्ट, मैं पता नहीं कर बाद देखो बंदोबस्त सी। हुण जे ग्लोबलाइजेशन विच भाषावां एक दूसरे दे नेड़े हो रही हैं, असीं मल्लो मल्ली क्यों दूर करने की कोशिश कर रहे हैं?
ਅਸੀਂ ਕਿਉਂ ਆਪਣੀਆਂ ਸਾਂਝਾਂ ਖਤਮ ਕਰ ਰਹੇ ਹਾਂ? ਅਸੀਂ ਆਪਣਾ ਕੰਮ ਕਿਉਂ ਨਹੀਂ ਕਰ ਰਹੇ? ਭਾਸ਼ਾ ਵਿਗਿਆਨੀਓ, ਬੈਠ ਕੇ ਭਾਸ਼ਾ ਵਿਗਿਆਨ ਸਮਝਾਓ। ਧਰਨੇ ਤੇ ਬਹਿਣ ਲਈ ਸਾਡੇ ਕੋਲ ਹੋਰ ਬਥੇਰੀ ਫੌਜ ਹੈਗੀ ਹੈ। ਬੋਲਣ ਵਾਲਿਓ ਬੋਲੋ, ਧਰਨੇ ਤੇ ਬਹਿਣ ਲਈ ਹੋਰ ਬਹੁਤ ਬਥੇਰੀ ਫੌਜ ਹੈਗੀ ਹੈ। ਅਸੀਂ ਸਸਤੀ ਸ਼ੋਹਰਤ ਵਿੱਚ ਪਏ ਹੋਏ ਹਾਂ, ਅਖਬਾਰਾਂ ਦੀਆਂ ਫੋਟੋਆਂ 'ਚ ਪਏ ਹੋਏ ਹਾਂ ਕਿ ਜੇ ਮੈਂ ਧਰਨੇ 'ਚ ਨਾ ਬੈਠਾ ਸ਼ਾਇਦ ਮੈਂ ਪੰਜਾਬੀ ਦਾ ਪ੍ਰਚਾਰਕ ਨਹੀਂ ਹਾਂ। ਨੋ ਡਾਊਟ ਸਾਡੀ ਸਾਂਝ ਹੈ, ਲੇਕਿਨ ਆਪਣੀ ਸਾਂਝ, ਆਪਣੇ ਆਪਣਤ ਨੂੰ ਆਪਣੀ ਪ੍ਰੋਫੈਸ਼ਨਲ ਸਕਿੱਲ ਵਿੱਚ ਵਰਤੋ। ਜਿਨ੍ਹਾਂ ਕੋਲ ਜੋ ਪ੍ਰੋਫੈਸ਼ਨਲ ਸਕਿੱਲ ਆ ਉਹ ਵਰਤੇ। ਮੇਰੇ ਕੋਲ ਜੇ ਬੋਲਣ ਦੀ ਸਕਿੱਲ ਆ ਮੈਂ ਉਹ ਵਰਤਾਂ, ਮੈਂ ਲਿਖਣ ਦੀ ਸਕਿੱਲ ਆ ਮੈਂ ਉਹ ਵਰਤਾਂ। ਮੈਂ ਧਰਨੇ 'ਚ ਨਹੀਂ ਵੀ ਜਾਊਂਗਾ, ਮੈਨੂੰ ਪੰਜਾਬੀ ਦਾ ਦੋਖੀ ਕਹਿ ਦੋ, ਮੈਂ ਨਹੀਂ ਧਰਨੇ 'ਚ ਬੈਠਦਾ। ਜਿਹੜਾ ਮੈਂ ਘੰਟਾ ਧਰਨੇ 'ਚ ਲਾਊਂਗਾ, ਮੈਂ ਆਪਣੀ ਥਾਂ ਤੇ ਮਨਜੀਤ ਨੂੰ ਭੇਜਿਆ, ਧਰਨੇ ਤੂੰ ਜਾ, ਮੈਂ ਬੈਠ ਕੇ ਆਰਟੀਕਲ ਲਿਖ ਲੈਣਾ। ਤੇ ਜੇ ਤੁਸੀਂ ਆਪਣੀ ਪ੍ਰੋਫੈਸ਼ਨਲ ਸਕਿੱਲ ਵਰਤੋਗੇ ਤਾਂ ਫਿਰ ਤੁਸੀਂ ਇਸ ਨੂੰ ਇਸਤੇਮਾਲ ਕਰ ਸਕਦੇ ਹੋ। ਆਈ ਐਮ ਸੌਰੀ ਟੂ ਸੇ, ਮੈਂ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ 3-4 ਭਾਸ਼ਾਵਾਂ ਜਾਣਦਾ। ਮੇਰੇ ਦੋਸਤ ਬੈਠੇ ਬਲਦੇਵ ਧਾਲੀਵਾਲ, ਸੁਰਜੀਤ ਪ੍ਰੈਸ, ਰਚਰੂ ਸਿੰਘ ਜੀ, 10 ਪੰਜਾਬੀ ਦੇ ਐਸੇ ਟਰਾਂਸਲੇਟਰ ਨਹੀਂ ਹੈਗੇ ਜਿਹੜੇ ਪੰਜਾਬੀ ਤੋਂ ਅੰਗਰੇਜ਼ੀ ਅਨੁਵਾਦ ਕਰਨ ਤੇ ਉਹਨਾਂ ਨੂੰ ਇੰਟਰਨੈਸ਼ਨਲ ਪਬਲਿਸ਼ਰ ਐਕਸੈਪਟ ਕਰਨ, ਹੋਰ ਤਾਂ ਰੂਪਾ ਵਰਗੇ ਵੀ ਐਕਸੈਪਟ ਕਰ ਲੈਣ। ਜੇ ਅਸੀਂ ਇੰਨੇ ਸਾਲਾਂ ਟਰਾਂਸਲੇਟਰ ਨਹੀਂ ਪੈਦਾ ਕਰ ਸਕੇ ਪੰਜਾਬੀ ਤੋਂ ਅੰਗਰੇਜ਼ੀ, ਸਾਡੇ ਕੋਲ ਹਿੰਦੀ ਤੋਂ ਪੰਜਾਬੀ ਹੈਗੇ, ਅੰਗਰੇਜ਼ੀ ਤੋਂ ਪੰਜਾਬੀ ਹੈਗੇ, ਤੇ ਜੇ ਪੰਜਾਬੀ ਤੋਂ ਅੰਗਰੇਜ਼ੀ ਵੀ 10 ਨਹੀਂ ਜਿਹਨੂੰ ਸਾਰੇ ਐਕਸੈਪਟ ਕਰ ਲੈਣ। ਇੱਕ ਬੰਦੇ ਨੇ ਅਨੁਵਾਦ ਕੀਤਾ, ਸਾਰੀ ਉਮਰ ਅੰਗਰੇਜ਼ੀ ਪੜ੍ਹਾਈ, ਉਹਨਾਂ ਨੇ ਪਬਲਿਸ਼ਰ ਨੇ ਮੋੜਤਾ ਕਿ ਤੁਹਾਡੀ ਸਕੂਲ ਮਾਸਟਰ ਵਾਲੀ ਅੰਗਰੇਜ਼ੀ ਹੈ। ਅਸੀਂ ਤਾਂ ਅਜੇ ਤੱਕ ਸਟੇਜ ਤੇ ਖੜੇ ਕਹਿੰਦੇ ਨੇ ਪਲੀਜ਼ ਸਟੈਂਡ ਅਪ ਫॉर ਯੂਨੀਵਰਸਿਟੀ ਧੂਣੀ। ਉਹ ਸਟੈਂਡ ਅਪ ਨਹੀਂ ਹੁੰਦਾ, ਉਹ ਰਾਈਜ਼ ਇਨ ਚੇਅਰਸ ਹੁੰਦਾ। ਬਹੁਤ ਸਾਰੇ ਐਸੇ ਮਸਲੇ ਨੇ। ਸੋ ਆਪਣੀਆਂ ਭਾਸ਼ਾਵਾਂ ਨੂੰ ਜਾਣਨ ਲਈ ਤੁਹਾਨੂੰ ਉਹ ਵਾਹਨ ਵੀ ਦੇਖਣੇ ਪੈਣਗੇ। ਅਸੀਂ ਹਵਾਈ ਜਹਾਜ਼ ਤੇਜ਼ ਤੋਂ ਤੇਜ਼ ਚਾਹੁੰਦੇ ਹਾਂ ਤਾਂ ਅਨੁਵਾਦ ਵੀ ਤੇਜ਼ ਤੋਂ ਤੇਜ਼ ਹੋਣਾ ਚਾਹੀਦਾ, ਤੇ ਅਨੁਵਾਦ ਕੀਤਾ ਜਾ ਸਕਦਾ। ਜਿਹੜੇ ਬੰਦੇ ਕਹਿੰਦੇ ਆ ਕਿ ਜੀ ਇਹ ਪੰਜਾਬੀ 'ਚ ਅਨੁਵਾਦ ਨਹੀਂ ਹੋ ਸਕਦਾ, ਵਿਗਿਆਨ ਨਹੀਂ ਅਨੁਵਾਦ ਹੋ ਸਕਦਾ, ਕਾਈਂਡਲੀ ਆਪਣੀ ਇਨਕੰਪੀਟੈਂਸ ਨੂੰ ਜ਼ਬਾਨ ਦੀ ਇਨਕੰਪੀਟੈਂਸ ਨਾ ਬਣਾਓ। ਯੂਨੀਵਰਸਿਟੀ ਇੱਕ ਸੈਮੀਨਾਰ ਹੋਇਆ ਸੀ, ਸੁਰਜੀਤ ਪੱਟੀ ਗਵਾਹ ਹੋਣਗੇ, ਕੋਈ ਦੋਸਤ ਮੇਰੇ ਲੈਕਚਰ ਕਰਨਾ ਹੈ, ਬੜੇ ਵੱਡੇ ਵਿਦਵਾਨ, ਉਹਨਾਂ ਨੇ ਜੈਨੇਟਿਕਸ ਤੇ ਲੈਕਚਰ ਦੇਣਾ ਸੀ। ਉਹ ਕਹਿੰਦੇ ਕੀ ਪੰਜਾਬੀ ਲਾਈ ਹੈ? ਕੁਦਰਤੀ ਉਹਨਾਂ ਦੇ ਪਿਤਾ ਸ਼੍ਰੀ ਪੰਜਾਬੀ ਦੇ ਪ੍ਰਚਾਰਕ ਸੀ। ਕਹਿੰਦੇ ਕੀ ਪੰਜਾਬੀ ਲਾਈ ਹੈ? ਹੁਣ ਮੇਰਾ ਲੈਕਚਰ ਹੈ ਜੈਨੇਟਿਕ ਡਿਸਆਰਡਰ, ਮੈਂ ਇਹਦੀ ਪੰਜਾਬੀ ਕੀ ਬਣਾਵਾਂ? ਮੈਂ ਕਿਹਾ ਜੀ ਪੰਜਾਬੀ ਤਾਂ ਹੈਗੀ ਹੈ, ਬਣਾ ਲਓ ਜੱਦੀ ਵਿਗਾੜ ਜਿਹੜਾ ਤੁਹਾਡੇ 'ਚ ਆ ਚੁੱਕਾ। ਜੇ ਤੁਸੀਂ ਸਮਝਦੇ ਹੋ ਆਪਣੀ ਭਾਸ਼ਾ ਨੂੰ, ਕਿਉਂ ਭਾਸ਼ਾ ਔਖੀ ਹੋਈ? ਧਰਮਿੰਦਰ ਨੂੰ ਕਿਉਂ ਕਹਿਣਾ ਪਿਆ? ਕਿਉਂਕਿ ਅਸੀਂ ਕਮਰਿਆਂ 'ਚ ਬੈਠ ਕੇ ਡਿਕਸ਼ਨਰੀਆਂ ਬਣਾਈਆਂ ਨੇ। 1966 'ਚ ਇੱਥੇ ਗ੍ਰੀਨ ਰੈਵੋਲੂਸ਼ਨ ਆਇਆ, ਹਰ ਪੇਂਡੂ ਨੇ ਹਰ ਮਸ਼ੀਨ ਦਾ ਪੰਜਾਬੀ ਬਣਾਇਆ ਹੋਇਆ, ਉਹਨੇ ਪੁਲ ਥਰੂ ਦਾ ਪੁਲ ਥਰੂ ਬਣਾ ਲਿਆ। ਪਰ ਜੇ ਤੁਸੀਂ ਡਿਕਸ਼ਨਰੀਆਂ 'ਚ ਬੈਠ ਕੇ ਬਣਾਓਗੇ, ਲੋਕਾਂ ਨਾਲ ਨਹੀਂ ਜੁੜੋਗੇ, ਫਿਰ ਪੁਲ ਥਰੂ ਦਾ ਪੁਲ ਥਰੂ ਨਹੀਂ ਬਣ ਸਕਦਾ। ਆਵਾਮ ਆਪਣੇ ਆਪ ਭਾਸ਼ਾ ਘੜ ਲੈਂਦਾ। ਤੁਹਾਡੀ ਭਾਸ਼ਾ ਦੀ ਸਮਰੱਥਾ ਹੋਣੀ ਚਾਹੀਦੀ ਹੈ। ਕੋਈ ਐਸੀ ਗੱਲ ਨਹੀਂ ਜੋ ਪੰਜਾਬੀ ਜ਼ੁਬਾਨ 'ਚ ਅਨੁਵਾਦ ਨਾ ਹੋ ਸਕੇ। ਤੇ ਮੇਰੇ ਗੁਰੂਆਂ ਨੇ ਪੂਰੀ ਦੁਨੀਆ ਦਾ ਗਿਆਨ ਸਾਨੂੰ ਗੁਰਬਾਣੀ ਰਾਹੀਂ ਦਿੱਤਾ ਹੈ, ਜਿਹਦੇ ਵਿੱਚ ਸਾਇੰਸ ਹੈ, ਟੈਕਨੋਲੋਜੀ ਹੈ, ਜਿਹਦੇ ਵਿੱਚ ਫਿਲਾਸਫੀ ਹੈ। ਕੋਈ ਐਸਾ ਖੇਤਰ ਨਹੀਂ ਹੈ, ਹੁਣ ਸਮਾਂ ਨਹੀਂ ਕਿ ਮੈਂ ਲੰਬਾ ਦੱਸਾਂ, ਜੋ ਸਾਨੂੰ ਉਹਦੇ ਵਿੱਚ ਨਾ ਮਿਲਦਾ ਹੋਵੇ। ਐਡਾ ਵੱਡਾ ਖਜ਼ਾਨਾ ਹੈ। ਹਾਂ, ਤੁਸੀਂ ਭਾਸ਼ਾਵਾਂ 'ਚ ਮੁਹਾਰਤ ਹਾਸਲ ਕਰੋ। ਤੁਸੀਂ ਸਕਿਲਡ ਵੀ ਹੋਵੋ, ਤੁਸੀਂ ਇੰਟੈਲੀਜੈਂਟ ਵੀ ਹੋਵੋ, ਤੁਸੀਂ ਹਾਰਡ ਵਰਕਰ ਵੀ ਹੋਵੋ, ਤਿੰਨੇ ਚੀਜ਼ਾਂ ਇਕੱਠੀਆਂ ਹੋਣ। ਮੈਂ ਕਈ ਵਾਰੀ ਮੌਕੇ ਤੇ ਅਨੁਵਾਦ ਕਰਕੇ ਸਿਖਾਉਣਾ ਹੁੰਦਾ, ਦੱਸਦਾ ਹੁੰਦਾ ਕਿ ਜੇ ਬਣਾਉਣੀ ਹੋਵੇ ਤਾਂ ਬਣਾ ਲਓ, ਭਾਵਨਾ ਹੋਣੀ ਚਾਹੀਦੀ ਹੈ। ਅੰਗਰੇਜ਼ੀ ਦੀ ਇੱਕ ਬੜੀ ਛੋਟੀ ਜਿਹੀ ਕਵਿਤਾ ਦੋਸਤੀ ਬਾਰੇ, ਬੈਸਟ ਲਾਈਨਾਂ ਨੇ ਦੋਸਤੀ ਦੀਆਂ, ਉਹ ਹੈ ਕਿ ਡੋਂਟ ਕਮ ਇਨ front of me I may not follow, don't come behind me I may not lead, come beside me, just become my friend। ਤੇ ਮੈਂ ਅਨੁਵਾਦ ਕਰਦਾ, ਮੇਰੇ ਅੱਗੇ ਨਾ ਲੱਗ, ਮੈਂ ਤੇਰੇ ਪਿੱਛੇ ਨਹੀਂ ਲੱਗਣਾ, ਮੇਰੇ ਪਿੱਛੇ ਲੱਗ, ਮੈਂ ਤੇਰੇ ਅੱਗੇ ਲੱਗਣਾ, ਨਾਲ ਨਾਲ ਮੇਰੇ ਯਾਰ ਬਣ ਜਾ। ਹੁਣ ਜੇ ਤੁਸੀਂ ਜੁੜੇ ਹੋਏ ਆਪਣੀ ਜ਼ੁਬਾਨ ਨਾਲ, ਮੈਂ ਪ੍ਰਿੰਸ ਚਾਰਲਸ ਦੇ ਭਾਸ਼ਣ ਦਾ ਤੁਰੰਤ ਅਨੁਵਾਦ ਇਸ ਲਈ ਨਹੀਂ ਕੀਤਾ ਕਿ ਮੈਨੂੰ ਅੰਗਰੇਜ਼ੀ ਆਉਂਦੀ ਸੀ, ਮੈਨੂੰ ਪੰਜਾਬੀ ਆਉਂਦੀ ਸੀ, ਮੈਨੂੰ ਆਪਣੀ ਜ਼ੁਬਾਨ ਆਉਂਦੀ ਹੈ। ਮੈਂ ਆਪਣੀ ਮਾਂ ਨੂੰ ਪਿਆਰ ਕਰਦਾ, ਇਸ ਲਈ ਮੈਂ ਸਾਰੀਆਂ ਮਹੱਲੇ ਦੀਆਂ ਮਾਵਾਂ ਨੂੰ ਪਿਆਰ ਕਰਦਾ, ਪੂਰੇ ਦੇਸ਼ ਦੀਆਂ ਮਾਵਾਂ ਨੂੰ ਪਿਆਰ ਕਰਦਾ। ਕੋਈ ਮਾਂ ਮੇਰੀ ਚਾਚੀ ਹੈ, ਕੋਈ ਤਾਈ ਹੈ, ਸਾਰੀਆਂ ਮਾਵਾਂ ਨੇ। ਇਸ ਲਈ ਭਾਸ਼ਾਵਾਂ ਬਰਾਏ ਮਿਹਰਬਾਨੀ ਉਹਨਾਂ ਨੂੰ ਮਾਵਾਂ ਦਾ ਦਰਜਾ ਦਿਓ। ਹਰ ਮਾਂ 9 ਮਹੀਨੇ ਆਪਣੀ ਕੁੱਖ 'ਚ ਬੱਚੇ ਨੂੰ ਰੱਖ ਕੇ ਜਨਮ ਦਿੰਦੀ ਹੈ। ਇਸ ਲਈ ਭਾਸ਼ਾਵਾਂ ਦਾ ਕਿਸੇ ਨਾਲ ਕੋਈ ਵੈਰ ਨਹੀਂ। ਪੰਛੀਆਂ ਤੇ ਭਾਸ਼ਾਵਾਂ ਦਾ ਕੋਈ ਧਰਮ ਨਹੀਂ। ਪੰਛੀ ਫੁਰ ਕਰਕੇ ਉੱਡ ਜਾਂਦੇ, ਬਿਨਾਂ ਵੀਜ਼ੇ ਤੋਂ ਭਾਸ਼ਾਵਾਂ ਹੀ ਫੁਰ ਕਰਕੇ ਉੱਡ ਜਾਂਦੀਆਂ। ਮੈਂ ਜੇ ਐਗਜ਼ਾਮਪਲ ਦੇਣੀ ਹੋਵੇ, ਮੇਰੀ ਆਪਣੀ ਜ਼ੁਬਾਨ 'ਚ ਫ੍ਰੈਂਚ ਦੇ, ਪੁਰਤਗੀਜ਼ ਦੇ, ਅਰਬੀ ਦੇ, ਫਾਰਸੀ ਦੇ ਕਿੰਨੇ ਹੀ ਸ਼ਬਦ ਨੇ। ਅਸੀਂ ਜੀ ਰੱਬ ਨੂੰ ਮੰਨਦੇ ਹਾਂ, ਰੱਬ ਅਸੀਂ ਅਰਬੀ 'ਚ ਮੰਨਦੇ ਹਾਂ। ਅਸੀਂ ਖੁਦਾ ਨੂੰ ਮੰਨਦੇ ਹਾਂ, ਅਸੀਂ ਫਾਰਸੀ 'ਚ ਮੰਨਦੇ ਹਾਂ। ਅਸੀਂ ਪਰਮਾਤਮਾ ਨੂੰ ਮੰਨਦੇ ਹਾਂ, ਸੰਸਕ੍ਰਿਤ 'ਚ ਮੰਨਦੇ ਹਾਂ। ਅਸੀਂ ਵਾਹਿਗੁਰੂ ਨੂੰ ਮੰਨਦੇ ਹਾਂ, ਸਿੱਖੀ 'ਚ ਮੰਨਦੇ ਹਾਂ। ਚਾਰੇ ਧਰਮਾਂ ਦੇ ਚਾਰੇ ਸ਼ਬਦ ਅਲੱਗ-ਅਲੱਗ ਭਾਸ਼ਾਵਾਂ ਦੇ ਨੇ। ਇਸ ਲਈ ਭਾਸ਼ਾਵਾਂ ਲਈ ਵਿਸ਼ਾਲ ਦ੍ਰਿਸ਼ਟੀ ਬਣਾਈਏ, ਭਾਸ਼ਾਵਾਂ ਨੂੰ ਨਫ਼ਰਤ ਨਾ ਕਰੀਏ। ਆਪਣੀ ਮਾਂ ਨੂੰ ਚੰਗੀ ਕਹਿਣ ਲਈ ਕਿਸੇ ਦੂਜੇ ਦੀ ਮਾਂ ਨੂੰ ਗਾਲ ਨਾ ਕੱਢੀਏ, ਕਿਉਂਕਿ ਸਭ ਦੀਆਂ ਮਾਂ ਬੋਲੀਆਂ ਸਾਡੀਆਂ ਮਾਵਾਂ ਨੇ। ਸੋ ਜਿਹੜਾ ਬੰਦਾ ਆਪਣੀ ਮਾਂ ਦੀ ਕਦਰ ਕਰੇਗਾ, ਉਹ ਦੂਜਿਆਂ ਦੀ ਮਾਵਾਂ ਵੀ ਕਦਰ ਕਰੇਗਾ। ਇਹ ਜਿਹੜੀ ਸਾਡੀ ਇੱਕ ਅਪਰੋਚ ਹੋ ਗਈ ਕਿ ਪੋਚੇ ਮਾਰ ਦੋ, ਇਹ ਕਹਿ ਦੋ, ਇਹ ਭਾਸ਼ਾ ਮਾੜੀ, ਇਹ ਮਾੜੀ। ਭਾਸ਼ਾਵਾਂ ਦਾ ਤਾਂ ਸਾਡੇ ਕੋਲ ਇੱਕ ਸਹਿਚਾਰ ਦਾ ਰਿਸ਼ਤਾ ਹੈ। ਅਸੀਂ ਕਿਸੇ ਭਾਸ਼ਾ ਦਾ ਸ਼ਬਦ ਲਈਏ, ਇਹ ਜੀ ਮਹਿਲਾ ਸ਼ਬਦ ਹਿੰਦੀ ਦਾ ਤੇ ਗੁਰੂ ਕੇ ਮਹਿਲ ਅਸੀਂ ਸ਼ਬਦ ਵਰਤਦੇ ਹਾਂ। ਇਹ ਜੀ ਕਾ ਹਿੰਦੀ ਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
जो मुझको परमेश्वर विचरा सो सब नरक कुंड में पर है, मैं हूं परम पुरख का दासा, देखना है जगत मैसा। ਇਹ ਜੀ ਹਿੰਦੂਆਂ ਨੇ ਪੰਜਾਬੀ ਨੇ ਮੰਨੀ, ਮੈਂ ਹਿੰਦੂਆਂ ਦੇ ਪਰਿਵਾਰ ਜੋ, ਮੈਂ ਜ਼ੋਰ ਸੇ ਬੋਲੋ ਜੈ ਮਾਤਾ ਦੀ, ਤੂੰ ਵੀ ਬੋਲੋ ਜੈ ਮਾਤਾ ਦੀ। ਜੈ ਮਾਤਾ ਦੀ ਹੈ, ਵਾਹਿਗੁਰੂ ਜੀ ਕਾ ਖਾਲਸਾ ਹੈ, ਉੱਥੇ ਕਾ ਹੈ ਇੱਥੇ ਦਾ ਹੈ। ਹੁਣ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਜੇ ਆਪਣੇ ਆਪ ਨੂੰ ਸੀਮਤ ਕਰਦੇ ਜਾਵਾਂਗੇ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਵਿਸ਼ਾਲ ਭੰਡਾਰ ਤੋਂ ਵਾਂਝੇ ਹੋਵਾਂਗੇ। ਇਸ ਲਈ ਅੱਜ ਸਾਨੂੰ ਪੰਜਾਬੀ ਭਾਸ਼ਾ ਨੂੰ ਗਲੋਬਲ ਪਰਸਪੈਕਟਿਵ ਵਿੱਚ ਦੇਖਣਾ ਪਏਗਾ, ਜੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਦੇਖਣਾ ਸਿਖਾਇਆ ਹੈ। ਉਹਨਾਂ ਨੇ 24 ਸਾਲ ਆਪਣੇ ਇੰਨੀ ਨਿੱਕੀ ਜੰਗੀਅਤ ਤੁਰ ਕੇ ਲੋਕਾਂ ਤੱਕ ਪਹੁੰਚੇ ਨੇ, ਔਰ ਅੱਜ ਕੱਲ੍ਹ ਸਾਡੇ ਕੋਲ ਸਾਰੇ ਸਾਧਨ ਨੇ। ਜੇ ਅਸੀਂ ਇਹਨਾਂ ਸਾਧਨਾਂ ਨਾਲ ਹੀ ਸੰਚਾਰ ਰੱਖ ਸਕਦੇ ਹਾਂ ਤਾਂ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅੱਜ ਪੰਜਾਬੀ ਦਾ 10ਵਾਂ ਨੰਬਰ ਹੈ। ਕੱਲ ਨੂੰ 9ਵਾਂ ਹੋਵੇ, 8ਵਾਂ ਹੋਵੇ, 7ਵਾਂ ਹੋਵੇ, 6ਵਾਂ ਹੋਵੇ, 5ਵਾਂ ਹੋਵੇ, 4ਥਾ ਹੋਵੇ, 3ਜਾ ਹੋਵੇ, ਦੂਜਾ ਹੋਵੇ ਤੇ ਪਹਿਲਾ ਨੰਬਰ ਹੋਵੇ ਪੰਜਾਬੀ ਦਾ, ਜੇ ਅਸੀਂ ਆਪਣਾ ਖੁੱਲ੍ਹਾ ਦਿਲ ਰੱਖਾਂਗੇ। ਜੇ ਅੰਗਰੇਜ਼ਾਂ ਨੇ 200 ਸਾਲ ਅੱਧੀ ਦੁਨੀਆ ਤੇ ਰਾਜ ਕਰਕੇ ਅੰਗਰੇਜ਼ੀ ਸਿਖਾਤੀ, ਪਹਿਲੀ ਜਮਾਤ ਤੋਂ ਲੈ ਕੇ MA PhD ਤੱਕ ਸ਼ੇਕਸਪੀਅਰ ਪੜ੍ਹਾਤਾ, ਤਾਂ ਅਸੀਂ ਕਿਉਂ ਨਹੀਂ ਦੁਨੀਆ ਨੂੰ ਪਹਿਲੀ ਜਮਾਤ ਤੋਂ ਲੈ ਕੇ PhD ਤੱਕ ਗੁਰੂ ਨਾਨਕ ਪਾਤਸ਼ਾਹ ਪੜ੍ਹਾ ਸਕਦੇ? ਅਸੀਂ ਕਿਉਂ ਨਹੀਂ ਦੁਨੀਆ ਵਿੱਚ ਅਨੁਵਾਦ ਕਰਕੇ ਪਹੁੰਚਾ ਸਕਦੇ? ਇਸ ਲਈ ਇਹ ਘੁੱਟ ਕੇ ਰੱਖ ਕੇ ਆਪਣੇ ਆਪ ਨੂੰ ਸੀਮਤ ਕਰਨ ਦੀ ਜ਼ਰੂਰਤ ਨਹੀਂ ਹੈ, ਅਸੀਮਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਇਹੀ ਸਿਖਾਇਆ ਹੋਇਆ ਕਿ ਸਾਡੀ ਸੀਮਾ ਅਸੀਮ ਹੈ। ਸੋ ਪੰਜਾਬ ਨਾ ਸੀਮਾ ਨਾ ਅਸੀਮ, ਪੰਜਾਬ ਤਕਸੀਮ ਦਰ ਤਕਸੀਮ। ਇੱਕ ਪਾਸੇ ਤਕਸੀਮ ਹੁੰਦਾ ਹੁੰਦਾ 7 ਦਰਿਆਵਾਂ ਤੋਂ 2.5 ਦਾ ਰਹਿ ਗਿਆ, ਪਰ ਦੂਸਰੇ ਪਾਸੇ ਫੈਲਦਾ ਫੈਲਦਾ 7 ਸਮੁੰਦਰਾਂ ਦਾ ਹੋ ਗਿਆ। ਸੋ ਅੱਗੇ ਨੱਚਾਂ ਮੈਂ ਲੁਧਿਆਣੇ, ਮੇਰੀ ਧਮਕ ਜਲੰਧਰ ਪੈਂਦੀ, ਹੁਣ ਮੈਂ ਮੋਗੇ ਨੱਚਾਂ ਜਾਗੋ ਵਿੱਚ, ਮੇਰੀ ਧਮਕ ਪਵੇ ਸ਼ਿਕਾਗੋ ਵਿੱਚ। ਇਹ ਧਮਕ ਪੂਰੀ ਦੁਨੀਆ 'ਚ ਪਾਣੀ ਹੈ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਧੰਨਵਾਦ ਸਰ। ਬੜੇ 90 ਤੁਲੇ ਸ਼ਬਦਾਂ ਦੇ ਵਿੱਚ ਬਹੁਤ ਗੂੜੇ ਗਾੜੇ ਅਤੇ ਬਹੁਤ ਹੀ ਡੂੰਘੀ ਗੱਲ ਕਰਕੇ ਗਏ ਨੇ ਡਾਕਟਰ ਸਤੀਸ਼ ਕੁਮਾਰ ਵਰਮਾ ਜੀ, ਬਹੁਤ ਬਹੁਤ ਧੰਨਵਾਦ। ਹੁਣ ਇਸ ਤੋਂ ਬਾਅਦ ਮੈਂ ਸਾਡੇ ਕਾਨਫਰੰਸ ਦੀ ਰੂਹੇ ਰਵਾਂ, ਜਿਨ੍ਹਾਂ ਦੀ ਸੁਚੱਜੀ ਅਗਵਾਈ ਹੇਠ ਇਹ ਕਾਨਫਰੰਸ ਬਹੁਤ ਹੀ ਸੋਹਣੀ ਤਰ੍ਹਾਂ ਸਫਲ ਹੋਈ, ਨੂੰ ਮੈਂ ਬੇਨਤੀ ਕਰਦੀ ਹਾਂ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਨੂੰ ਕਿ ਉਹ ਆਪਣੇ ਵਿਚਾਰ ਸਾਡੇ ਸਾਹਮਣੇ ਰੱਖਣ। बहुत ही सत्कारयोग मैडम तजिंदर धाईवाल ਜਿਹੜੇ ਸਾਡੇ ਡਾਇਰੈਕਟਰ ਵੀ ਨੇ, ਖਾਲਸਾ ਕਾਲਜ ਨੂੰ ਸਾਰੇ ਜਿੰਨੇ ਕਾਲਜ ਨੇ ਸਾਰੇ ਦੇਖਭਾਲ ਵੀ ਕਰਦੇ ਨੇ, ਔਰ ਬਹੁਤ ਸੁੱਜੇ ਤਰੀਕੇ ਦੇ ਨਾਲ ਇਹ ਸਾਡੀ ਸਾਰੀ ਐਜੂਕੇਸ਼ਨ ਦੇਖਦੇ ਨੇ। ਰੰਧਾਵਾ ਸਾਹਿਬ ਜਿਨ੍ਹਾਂ ਨੇ ਮੇਰਾ ਖਿਆਲ ਹੈ ਵੀ ਸਭ ਤੋਂ ਪਹਿਲਾਂ ਜਾ ਕੇ ਪੰਜਾਬੀ ਦਾ ਅਖਬਾਰ ਇਹਨਾਂ ਨੇ ਸ਼ੁਰੂ ਕੀਤਾ ਅਮਰੀਕਾ ਦੇ ਵਿੱਚ। ਤੁਸੀਂ ਦੇਖਿਆ ਹੀ ਹੁਣੀ ਸਤੀਸ਼ ਵਰਮਾ ਜੀ ਨੇਰੀ ਖਾ ਕੇ ਫਟਾਫਟ ਕੋਈ ਗੱਲ ਛੱਡੀ ਨਹੀਂ। ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਸੇ ਨੇ ਬਾਅਦ 'ਚ ਕੋਈ ਬੋਲਣਾ ਹੋਊਗਾ, ਸਾਰੀਆਂ ਗੱਲਾਂ ਕਰਕੇ। ਪ੍ਰਿੰਸੀਪਲ ਸਾਹਿਬ ਜਿਨ੍ਹਾਂ ਦੀ ਬਦੌਲਤ ਆਪਾਂ ਪਿਛਲੇ 3 ਸਾਲਾਂ ਤੋਂ ਇਹ ਕਾਨਫਰੰਸ ਕਰਦੇ ਆ ਰਹੇ ਹਾਂ, ਤੇ ਅੱਜ ਮੈਂ ਦੇਖ ਰਿਹਾ ਕਿ ਸਾਹਮਣੇ ਵੀ ਤਕਰੀਬਨ ਸਾਰੇ, ਜੇ ਆਪਾਂ ਕਹਿ ਲਈਏ ਵੀ ਜਿਵੇਂ ਵਰਮਾ ਜੀ ਗੱਲ ਕਰਕੇ ਗਏ ਨਾ, ਐਨ ਉੱਪਰਲੇ ਬੰਦੇ ਆਏ ਸਾਰੇ ਬੈਠੇ ਨੇ। ਚਾਹੇ ਡਾਕਟਰ ਸੂਰੀ ਦੀ ਗੱਲ ਕਰ ਲਈਏ, ਸੁਰਜੀਤ ਜੀ ਦੀ ਗੱਲ ਕਰ ਲਈਏ, ਸਾਰੀ ਐਨ ਟਾਪੋ ਟਾਪ ਨੇ, ਸਾਰੀ ਫੈਕਲਟੀ, ਸਾਰੇ ਵਿਦਿਆਰਥੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਾਰਿਆਂ ਦਾ ਧੰਨਵਾਦ। ਮੈਂ ਪ੍ਰਿੰਸੀਪਲ ਸਾਹਿਬ ਨੂੰ ਹੱਸਦਾ ਸੀ, ਮੈਂ ਤੁਹਾਨੂੰ ਤਾਂ ਜੀ ਕਹਿਣਾ ਸੀ, ਗੱਲਾਂ ਹੋਰ ਹੀ ਕਰ ਗਈ। ਚਲੋ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆ ਕਹਿਣਾ, ਮੇਰੀ ਵੀ ਡਿਊਟੀ ਬਣਦੀ ਹੈ। ਤੁਸੀਂ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਬੋਲਣ ਵਾਲਿਆਂ ਨੂੰ ਸਰੋਤਿਆਂ ਦਾ ਜ਼ਿਆਦਾ ਕੰਟਰੀਬਿਊਸ਼ਨ ਹੁੰਦੀ ਹੈ। ਸੋ ਤੁਸੀਂ 2 ਦਿਨ ਤੋਂ ਬਹੁਤ ਸ਼ਿੱਦਤ ਦੇ ਨਾਲ, ਬਹੁਤ ਸਤਿਕਾਰ ਦੇ ਨਾਲ, ਬੜੀ ਸ਼ਾਂਤੀ ਭਾਵ ਦੇ ਨਾਲ ਬੈਠ ਕੇ ਸੁਣਿਆ। ਇਸ ਗੱਲ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਗੇ ਖਾਲਸਾ ਕਾਲਜ ਗਲੋਬਲ ਪੰਜਾਬੀ ਕਾਨਫਰੰਸ ਪੂਰੇ ਜੋਬਨ ਦੇ ਉੱਤੇ ਪੂਰੀ ਕਾਮਯਾਬੀ ਦੇ ਨਾਲ ਅੱਜ ਆਪਾਂ ਇਹਦਾ ਸੈਸ਼ਨ ਕਰ ਰਹੇ ਹਾਂ। ਮੈਂ ਸਮਝਦਾ ਕਿ ਇਸ ਗੱਲ ਦੇ ਲਈ ਪਰਮਾਤਮਾ ਨੇ, ਗੁਰੂ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। ਸਾਰੇ ਜਿੰਨਿਆਂ ਨੂੰ ਬੁਲਾਇਆ ਸਾਰੇ ਹੱਸ ਕੇ ਆਏ ਨੇ। ਇਹ ਤਾਂ ਪਤਾ ਨਹੀਂ ਮੈਨੂੰ ਪ੍ਰਿੰਸੀਪਲ ਸਾਹਿਬ ਕਿਹੜੇ 1100 ਦੀ ਗੱਲ ਕਰਦੇ ਸੀ, ਮੇਰਾ ਖਿਆਲ ਇੱਥੇ 1100 ਵਾਲਾ ਕੋਈ ਆਇਆ ਨਹੀਂ। ਇਹ ਤਾਂ ਸਾਰੇ ਕੰਟਰੀਬਿਊਟ ਕਰਨ ਵਾਲੇ ਨੇ।
ਤੇ ਸਾਰੇ ਔਰ ਖੁਸ਼ੋ ਖੁਸ਼ੀ ਆਏ ਨੇ ਸਾਰਿਆਂ ਨੇ। ਬਲਕਨ ਇੱਕ ਦੋ ਬੰਦੇ ਨੇ ਤਾਂ ਗੱਲ ਕਿਹਾ ਕਿ ਸਾਨੂੰ ਬੋਲਣ ਦਾ ਥੋੜ੍ਹਾ ਜਿਹਾ ਘੱਟ ਟਾਈਮ ਲੱਗਿਆ, ਪਰ ਕਿਸੇ ਨੇ ਇਹ ਨਹੀਂ ਕਿਹਾ ਜੀ ਕਿ ਨਹੀਂ ਜੀ ਸਾਨੂੰ ਕੁਝ ਦਿੱਤਾ ਨਹੀਂ ਜਾਂ ਲਿਆ ਨਹੀਂ ਇਸ ਗੱਲ ਤੇ, ਕਿਉਂਕਿ ਸਾਰੇ ਵਿਦਵਾਨ ਨੇ। ਔਰ ਸਾਰੇ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਚੀਜ਼ ਕੀ ਹੈ? ਸੰਤੁਸ਼ਟੀ ਹੈ, ਜਿਹੜੀ ਸਭ ਤੋਂ ਵੱਡੀ ਚੀਜ਼ ਹੈ। ਬਾਕੀ ਤਾਂ ਚਾਹੇ ਕੋਈ ਐਜੂਕੇਸ਼ਨ ਹੈ, ਪੜ੍ਹਾਈ ਹੈ, ਲਿਖਾਈ ਹੈ, ਪੈਸਾ ਹੈ, ਪ੍ਰਾਪਰਟੀਆਂ ਨੇ, ਉਹ ਐਡੀ ਵੱਡੀ ਚੀਜ਼ ਨਹੀਂ ਜਿੱਡੀ ਤੁਹਾਡੀ ਸੰਤੁਸ਼ਟੀ ਹੈ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਨਸੈਪਟ ਦਿੱਤਾ ਹੈ। ਇਹ ਤੋਂ ਵੱਡੀ ਗੱਲ ਦੁਨੀਆ ਦੇ ਵਿੱਚ ਕੋਈ ਗੱਲ ਨਹੀਂ। ਸਾਰੇ ਜਿੰਨੇ ਆਏ ਨੇ ਇੱਥੇ ਸਾਰੇ ਸੰਤੁਸ਼ਟੀ ਦੇ ਨਾਲ ਆਏ ਨੇ ਔਰ ਸੰਤੁਸ਼ਟ ਬੰਦੇ ਨੇ। ਮੈਂ ਦੇਖ ਰਿਹਾ ਵੀ ਪੱਲੇ ਕੁਝ ਹੋਵੇ ਚਾਹੇ ਨਾ ਹੋਵੇ, ਪਰ ਮੇਰਾ ਖਿਆਲ ਹੈ ਵੀ ਦੁਨੀਆ ਦੇ ਸਭ ਤੋਂ ਖੁਸ਼ਹਾਲ ਬੰਦੇ ਨੇ ਤੇ ਸੰਤੁਸ਼ਟੀ ਦੇ ਨਾਲ ਆਪਣਾ ਗਿਆਨ ਪੜ੍ਹਨਾ ਚਾਹੁੰਦੇ ਨੇ। ਸਤੀਸ਼ ਵਰਮਾ ਜੀ ਦੀ ਕਿੰਨਾ ਲੰਮਾ ਜੌਬ ਹੋ ਗਈ, ਕਿੰਨਾ ਚਿਰ ਹੋ ਗਿਆ ਇਹਨੂੰ ਲੱਗਿਆ ਨੂੰ। ਮੇਰਾ ਖਿਆਲ ਹੈ, ਮੈਨੂੰ ਤਾਂ ਲੱਗਦਾ ਵੀ ਕਾਲ ਛੱਡਣ ਤੋਂ ਬਾਅਦ ਇਹਨੇ ਸ਼ੁਰੂ ਕਰ ਲਿਆ, ਸ਼ਾਇਦ ਕਾਲਜ ਹੀ ਕਰ ਲਿਆ ਹੋਵੇ। ਬਹੁਤ ਮੈਂ ਦੇਖਿਆ, ਮੈਂ ਇਹਨਾਂ ਕੋਲ ਯੂਨੀਵਰਸਿਟੀ ਵੀ ਜਾਂਦਾ ਰਿਹਾ। ਉਦੋਂ ਦਾ ਸਮਾਂ ਹੁੰਦਾ ਸੀ, ਬੈਠਣਾ ਸੀ, ਇਹਨਾਂ ਕੋਲ ਘੰਟਾ ਘੰਟਾ ਬੈਠੇ ਰਹਿੰਦੇ ਸੀ ਤੇ ਹਮੇਸ਼ਾ ਪੋਜ਼ਿਟਿਵ ਗੱਲ ਕਰਨੀ। ਹਰ ਬੰਦਾ, ਤੁਹਾਡੀ ਕੌਮ, ਤੁਹਾਡੀ ਭਾਸ਼ਾ, ਤੁਹਾਡਾ ਵਪਾਰ, ਤੁਹਾਡੇ ਇੰਸਟੀਚਿਊਟ ਉਦੋਂ ਕਾਮਯਾਬ ਹੁੰਦੇ ਜਦੋਂ ਆਪਾਂ ਪੋਜ਼ਿਟਿਵ ਸੋਚ ਰੱਖਦੇ ਹਾਂ। ਜੇ ਕਿਤੇ ਆਪਾਂ ਨੈਗੇਟਿਵ ਸੋਚ ਰੱਖ ਲਈ ਫਿਰ ਬੰਦਾ ਕੋਈ ਪਿੱਛੇ ਰਹਿ ਜਾਂਦੇ ਆ, ਤਰੱਕੀ ਨਹੀਂ ਕਰ ਸਕਦੇ। ਤੇ ਅੱਜ ਆਪਾਂ ਸਾਰੀ ਪੋਜ਼ਿਟਿਵ ਗੱਲ ਕੀਤੀ ਹੈ। ਆਪਾਂ ਕਿਸੇ ਨੇ ਵਰਮਾ ਸਾਹਿਬ ਨੇ ਗੱਲ ਕੀਤੀ ਕਿ ਕਿਸੇ ਭਾਸ਼ਾ ਨੂੰ ਮਾੜੀ ਨਾ ਕਹੀਏ, ਉਹ ਵੀ ਸਾਡੀ ਪੰਜਾਬੀ ਜਿੰਨੀਆਂ ਚੰਗੀਆਂ ਨੇ, ਉਹ ਵੀ ਆਪਣੀ ਜਗ੍ਹਾ ਤੇ ਬਹੁਤ ਵਧੀਆ ਨੇ, ਪਰ ਪੰਜਾਬੀ ਵੀ ਕਿਸੇ ਨਾਲੋਂ ਘੱਟ ਨਹੀਂ। ਅੱਜ ਮੈਂ ਤਾਂ ਹੈਰਾਨ ਨਾ, ਕਈ ਵਾਰੀ ਬਹੁਤ ਵੱਡੇ ਵੱਡੇ ਵਿਦਵਾਨ ਗੱਲ ਕਰਦੇ ਨੇ ਕਿ ਪੰਜਾਬੀ ਭਾਸ਼ਾ ਨੂੰ ਬੜਾ ਖਤਰਾ ਹੈ, ਕਿਤੇ ਖਤਮ ਨਾ ਹੋ ਜਾਵੇ। ਪੰਜਾਬੀ ਭਾਸ਼ਾ ਦਾ ਅੱਜ ਇੰਟਰਨੈਸ਼ਨਲ ਲੈਂਗੁਏਜ ਬਣ ਗਈ, ਕਿੰਨੇ ਮੁਲਕਾਂ ਦੇ ਵਿੱਚ ਬੋਲਣ ਲੱਗ ਗਏ। ਰੰਧਾਵਾ ਸਾਹਿਬ ਨੇ ਅਮਰੀਕਾ ਦੇ ਵਿੱਚ ਚਾਲੂ ਕਰ ਲਈ, ਕੈਨੇਡਾ ਦੇ ਵਿੱਚ ਤਾਂ ਮੇਰਾ ਖਿਆਲ ਹੈ ਹੁਣ ਉੱਥੇ ਸ਼ਾਇਦ ਤੀਜੀ ਤਾਂ ਹੋ ਗਈ, ਹੁਣ ਸ਼ਾਇਦ ਦੂਜੀ ਵੀ ਹੋ ਜਾਵੇ। ਪਾਕਿਸਤਾਨ ਦੇ ਵਿੱਚ ਵੀ ਇਹੀ ਗੱਲ ਹੈ, ਹੋਰ ਕਿੰਨੇ ਮੁਲਕਾਂ ਦੇ ਵਿੱਚ ਜਾਏ। ਮੈਨੂੰ ਤਾਂ ਯਾਦ ਹੈ 1980 ਦੇ ਵਿੱਚ ਪਹਿਲੀ ਵਾਰੀ ਮੈਨੂੰ ਅਮਰੀਕਾ ਜਾਣ ਦਾ ਮੌਕਾ ਲੱਗਾ, ਯੂਨੀਵਰਸਿਟੀ ਨੇ ਭੇਜਿਆ, PGU ਨੇ। ਉੱਥੇ ਯੂਬਾ ਸਿਟੀ ਮੈਂ ਜਾਣਾ ਸੀ, ਜਾ ਕੇ ਮੈਂ ਦੇਖਿਆ ਵੀ 1980 ਦੇ ਵਿੱਚ ਪੰਜਾਬੀ ਦੇ ਵਿੱਚ ਲਿਖ ਕੇ ਲਾਇਆ ਸੀ ਦਫ਼ਤਰਾਂ ਦੇ ਬਾਹਰ। ਮੈਂ ਦੇਖ ਕੇ ਬੜਾ ਹੈਰਾਨ ਹੋਇਆ, ਪੰਜਾਬੀ 'ਚ ਲਿਖਿਆ ਹੋਇਆ। ਮੈਨੂੰ ਇਹ ਤਾਂ ਸ਼ਾਇਦ ਹੋ ਸਕਦਾ ਵੀ ਹਿੰਦੀ 'ਚ ਹੋਵੇ, ਪਰ ਹਿੰਦੀ ਦਾ ਕਿਤੇ ਅੱਖਰ ਵੀ ਨਹੀਂ ਸੀ ਲਿਖਿਆ ਹੋਇਆ, ਕਿਉਂ ਰੰਧਾਵਾ ਸਾਹਿਬ ਹੈ ਤਾਂ ਨਹੀਂ, ਪੰਜਾਬੀ 'ਚ ਲਿਖਿਆ ਹੋਇਆ ਸਾਰੇ, ਔਰ ਉਦੋਂ ਦਾ ਲਿਖਿਆ ਹੋਇਆ। ਸੋ ਜਿੱਥੇ ਪੰਜਾਬੀ ਭਾਸ਼ਾ ਨੇ ਤਰੱਕੀ ਕੀਤੀ ਹੈ, ਉੱਥੇ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਸਾਰੀ ਦੁਨੀਆ 'ਚ ਹੀ ਘੁਮਾਤਾ। ਮੇਰਾ ਖਿਆਲ ਨਹੀਂ ਵੀ ਚਾਹੇ ਅਸੀਂ ਔਖੇ ਗਏ ਚਾਹੇ ਸੌਖੇ ਗਏ, ਕੋਈ ਦੁਨੀਆ ਦਾ ਮੁਲਕ ਇਹੋ ਜਿਹਾ ਨਹੀਂ ਜਿੱਥੇ ਆਪਾਂ ਨਾ ਗਏ ਹੋਏ ਪੰਜਾਬੀ। ਔਰ ਇਕੱਲੇ ਗਏ ਨਹੀਂ, ਤਰੱਕੀ ਵੀ ਕੀਤੀ ਹੈ, ਆਪਣੀ ਆਇਡੈਂਟਿਟੀ ਬਣਾਈ ਹੈ। ਸੋ ਇਸ ਗੱਲ ਦੇ ਨਾਲ ਮੈਂ 100% ਨਹੀਂ 110% ਵਰਮਾ ਸਾਹਿਬ ਨਾਲ ਸਹਿਮਤ ਹਾਂ ਕਿ ਜਿੰਨਾ ਚਿਰ ਆਪਾਂ ਦੂਜੇ ਲਫ਼ਜ਼ ਨਾਲ ਨਹੀਂ ਲੈ ਕੇ ਆਵਾਂਗੇ, ਪੈਰਲਲ ਨਹੀਂ ਚੱਲਾਂਗੇ। ਹੁਣ ਤਾਂ ਸਾਨੂੰ ਕਈਆਂ ਨੂੰ ਪੰਜਾਬੀ ਨਹੀਂ ਪਤਾ, ਕਿੰਨੇ ਲਫ਼ਜ਼ ਜਿਹੜੇ ਅੰਗਰੇਜ਼ੀ ਦੇ ਆਪਾਂ ਪੱਕੇ ਕਰ ਰਹੇ ਹੁੰਦੇ, ਪੰਜਾਬੀ ਸਾਡੇ ਕੋਲ ਪਤਾ ਹੀ ਨਹੀਂ। ਜੇ ਕਿਸੇ ਨੂੰ ਪੁੱਛ ਲਈਏ, ਮੇਰਾ ਖਿਆਲ ਹੈ 5% ਬੰਦਿਆਂ ਨੂੰ ਪਤਾ ਨਹੀਂ ਹੋਣਾ। ਸੋ ਉਹਨਾਂ ਨੂੰ ਜ਼ਰੂਰ ਨਾਲ ਦੀ ਨਾਲ ਲੈ ਕੇ ਚੱਲਣ ਨਾਲ ਜਿੰਨੇ ਆਪਾਂ ਕਾਮਨ ਲੈਂਗੁਏਜ ਕਰ ਲਾਂਗੇ ਉਨੇ ਸੌਖੇ ਰਹਾਂਗੇ। ਪਰ ਇਹ ਗੱਲ ਜ਼ਰੂਰ ਹੈ, ਜੇ ਪੰਜਾਬੀ ਸ਼ੁਰੂ ਤੋਂ ਸਿੱਖੀ ਹੋਵੇ, ਜਿਵੇਂ ਅੱਜ ਦਾ ਜਿਹੜਾ ਚੱਲ ਪਿਆ ਨਾ ਕਿ ਸ਼ੁਰੂ ਤੋਂ ਇੰਗਲਿਸ਼ ਤੋਂ ਸ਼ੁਰੂ ਕਰਨਾ ਹੈ, 5ਵੀਂ ਤੋਂ ਆਪਾਂ ਜਾ ਕੇ ਫਿਰ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਾਂਗੇ, ਫਿਰ ਤੁਹਾਡੀ ਮਾਤ ਭਾਸ਼ਾ ਨਹੀਂ ਬਣਦੀ। ਉਹ ਸਾਡਾ ਇੱਕ ਬੜਾ ਨੇੜੇ ਦਾ ਰਿਸ਼ਤੇਦਾਰ ਹੈ, ਉਹ ਕਹਿਣ ਲੱਗਾ ਉਹ ਕਿਤਾਬਾਂ ਲਿਖਣੀਆਂ ਨੇ। ਮਾਂ ਜੀ ਲਿਖ ਲਓ। ਕਹਿੰਦਾ ਮੈਂ ਅੰਗਰੇਜ਼ੀ ਲਿਖ ਕੇ ਪੰਜਾਬੀ 'ਚ ਟ੍ਰਾਂਸਲੇਸ਼ਨ ਕਰਨੀ ਹੈ। ਮਾਂ ਜੀ ਨਹੀਂ, ਤੁਸੀਂ ਪੰਜਾਬੀ 'ਚ ਲਿਖੋ, ਅੰਗਰੇਜ਼ੀ 'ਚ ਟ੍ਰਾਂਸਲੇਸ਼ਨ ਕਰਿਓ। ਉਹ ਕਹਿੰਦਾ ਜੀ ਨਹੀਂ। ਉਹਨੇ ਤੇ 3 ਮਹੀਨੇ ਬਾਅਦ ਫੇਰ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਜੀ ਗੱਲ ਤੁਹਾਡੀ ਠੀਕ ਸੀ, ਆਪਾਂ ਜੇ ਅੰਗਰੇਜ਼ੀ ਲਿਖਦੇ ਹਾਂ, ਅੰਗਰੇਜ਼ੀ ਪੰਜਾਬੀ 'ਚ ਬੋਲ ਕੇ ਉਹਨੂੰ ਟ੍ਰਾਂਸਲੇਟ ਕਰਕੇ ਲਿਖਦੇ ਹਾਂ, ਕਿਉਂਕਿ ਅੰਦਰ ਤਾਂ ਪੰਜਾਬੀ ਹੈ ਨਾ। ਸੋ ਪੰਜਾਬੀ ਭਾਸ਼ਾ, ਪੰਜਾਬੀ ਲੋਕ, ਪੰਜਾਬ ਬਹੁਤ ਵੱਡੀ ਤਰੱਕੀ ਕਰ ਰਹੇ ਹਾਂ, ਆਪਾਂ ਬਹੁਤ ਅੱਗੇ ਵੱਧ ਰਹੇ ਹਾਂ। ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੈ ਆਪਣੇ ਤੇ। ਇਹ ਕਹਿ ਲਈਏ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀ 20 ਰੁਪਏ ਦੀ ਸਾਡੀ FDR ਕਰਾ ਕੇ ਨਾ, ਉਹਨੇ ਸਾਰੀ ਦੁਨੀਆ ਦੇ ਵਿੱਚ ਹੀ ਘੁਮਾਤਾ ਸਾਨੂੰ। ਜਿੱਥੇ ਮਰਜੀ, ਚਾਹੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੋਵੇ,
ਚਾਹੇ ਕੋਈ ਕਾਂਗਰਸਮੈਨ ਹੋਵੇ, ਜਦੋਂ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਹੈ, ਜਦੋਂ ਦੇਖਦਾ ਵੀ ਇੱਥੇ ਰਹਿਣਾ ਵੀ ਮੁਫਤ ਹੈ, ਇੱਥੇ ਲੰਗਰ ਵੀ ਮੁਫਤ ਹੈ, ਸਾਰੀ ਦੁਨੀਆ ਇਸ ਗੱਲ ਦੇ ਉੱਤੇ ਹੈਰਾਨ ਹੋ ਜਾਂਦੀ ਹੈ। ਸੋ ਇਹ ਆਪਣਾ ਕਲਚਰ ਹੈ ਪੰਜਾਬੀਆਂ ਦਾ। ਹਰ ਬੰਦਾ ਕੁਛ ਨਾ ਕੁਛ ਕੰਟਰੀਬਿਊਟ ਕਰਕੇ ਰਾਜੀ ਹੈ, ਕੁਛ ਨਾ ਕੁਛ ਦੇ ਕੇ ਰਾਜੀ ਹੈ। ਕਿੰਨਾ ਔਖਾ ਹੋਵੇ, ਕਿੰਨਾ ਸੌਖਾ ਹੋਵੇ, ਕੋਈ ਮੰਗ ਕੇ ਰਾਜੀ ਨਹੀਂ। ਸੋ ਰੰਧਾਵਾ ਸਾਹਿਬ ਨੇ ਬੋਲਣਾ ਹੈ, ਮੈਨੂੰ ਤਜਿੰਦਰ ਨੇ ਬੋਲਣਾ ਹੈ। ਮੈਂ ਤਾਂ ਇੱਕੋ ਹੀ ਬੇਨਤੀ ਕਰਨਾ, ਧੰਨਵਾਦ ਹੀ ਕਰਨਾ। ਮੈਂ ਤਾਂ ਅਸਲ ਮੇਰਾ ਮਕਸਦ ਥੋੜਾ ਧੰਨਵਾਦ ਕਰਨਾ, ਗੱਲਾਂ ਥੋੜ੍ਹੀਆਂ ਵੱਧ ਕਰਕੇ ਉਸ ਗੱਲ ਦੀ ਮਾਫੀ ਕਿ ਤੁਸੀਂ ਬਹੁਤ ਸਹਿਯੋਗ ਦਿੱਤਾ ਹੈ। ਕੋਈ ਕਾਨਫਰੰਸ, ਕੋਈ ਇੰਡਸਟਰੀ, ਕੋਈ ਸਕੂਲ, ਕੋਈ ਕਾਲਜ ਉਦੋਂ ਕਾਮਯਾਬ ਨਹੀਂ ਜਦੋਂ ਆਪਾਂ ਸਾਰੇ ਜਾਣੇ ਰਲ ਕੇ ਉਹਨੂੰ ਸਹਿਯੋਗ ਦਿੰਦੇ ਹਾਂ। ਸੋ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ। ਸਾਡੇ ਸਾਰੇ ਜਿੰਨੇ ਵੀ ਗੈਸਟ ਆਏ ਨੇ, ਮਹਿਮਾਨ ਆਏ ਨੇ, ਉਹਨਾਂ ਨੇ ਇੱਦਾਂ ਕੰਮ ਕੀਤਾ ਜਿਵੇਂ ਉਹਨਾਂ ਦਾ ਆਪਣਾ ਹੋਵੇ। ਗੈਸਟ ਬਣ ਕੇ ਨਹੀਂ ਆਏ, ਹੋਸਟ ਬਣ ਕੇ ਆਏ ਨੇ ਸਾਰੇ। ਕਿਸੇ ਨੇ ਇੱਕ ਵੀ ਸ਼ਿਕਾਇਤ ਨਹੀਂ ਕੀਤੀ ਤੇ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰ, ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਇਹ ਕਾਨਫਰੰਸ ਬਹੁਤ ਹੀ ਸਫਲ ਕਾਨਫਰੰਸ ਸਾਬਤ ਹੋਈ ਹੈ। ਹੁਣ ਇਸ ਤੋਂ ਬਾਅਦ ਮੈਂ ਪ੍ਰਧਾਨਗੀ ਭਾਸ਼ਣ ਦੇ ਲਈ ਸਰਦਾਰ ਗੁਰਜਤਿੰਦਰ ਸਿੰਘ ਜੀ ਰੰਧਾਵਾ ਨੂੰ ਮੰਚ ਤੇ ਸੱਦਾ ਦਿੰਦੇ ਹਾਂ। ਪੰਜਾਬੀ ਸਾਹਿਤ ਦੇ ਰੱਖਿਅਕ, ਪਹਿਰੇਦਾਰ ਅਤੇ ਇੱਕ ਵੱਡੇ ਹਸਤਾਖਰ USA ਤੋਂ। ਪੰਜਾਬੀ ਗਲੋਬਲ ਕਾਨਫਰੰਸ ਜਿਹੜੀ ਆਯੋਜਿਤ ਹੋਈ ਹੈ ਬਹੁਤ ਕਾਮਯਾਬੀ ਨਾਲ ਹੋਈ ਹੈ। ਲੱਗਦਾ ਮੈਂ ਕਿਉਂਕਿ ਬੇਕਰਸਫੀਲਡ ਸਾਡੇ ਭੱਟੀ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਕੈਲੀਫੋਰਨੀਆ 'ਚ। ਉਸ ਤੋਂ ਬਾਅਦ ਮੈਂ ਲਾਹੌਰ ਦੀਆਂ ਵੀ ਪ੍ਰੈਸ ਕਾਨਫਰੰਸਾਂ, ਪੰਜਾਬੀ ਕਾਨਫਰੰਸਾਂ ਅਟੈਂਡ ਕੀਤੀਆਂ। ਦੈਨ ਲੁਧਿਆਣੇ ਦੀਆਂ ਵੀ, ਪਟਿਆਲੇ ਦੀ ਜਿਹੜੀ ਕਾਨਫਰੰਸ ਆ ਇੱਕ ਮੈਨੂੰ ਵਿਲੱਖਣ ਜੀ ਕਾਨਫਰੰਸ ਲੱਗੀ ਆ। ਇੱਕ ਦਾ ਸੈਸ਼ਨ ਵੀ ਮੈਂ ਦੇਖਿਆ ਅੱਜ, ਤੇ ਉਸ ਦੇ ਨਾਲ ਨਾਲ ਆਹ ਜਿਹੜਾ ਸੈਸ਼ਨ ਆ ਨਾ, ਇਹ ਬੜਾ ਇੱਕ ਆਪਣੇ ਆਪ 'ਚ ਰੱਖਦਾ, ਅਹਿਮੀਅਤ ਰੱਖਦਾ। ਕਿਉਂਕਿ ਆਮ ਤੌਰ 'ਤੇ ਜਿੰਨੀਆਂ ਵੀ ਮੈਂ ਪਿਛਲੀਆਂ ਕਾਨਫਰੰਸਾਂ ਅਟੈਂਡ ਕੀਤੀਆਂ, ਚਾਹੇ ਉਹ ਪਾਕਿਸਤਾਨ, ਚਾਹੇ ਇੰਡੀਆ, ਚਾਹੇ ਲਾਹੌਰ, ਅਖੀਰਲੀ ਕਾਨਫਰੰਸ ਜਿਹੜੀ ਆ ਨਾ, ਉਹ ਕਹਿੰਦੇ ਵੀ ਪੰਜਾਬੀ 'ਚ ਇੱਕ ਕਹਾਵਤ ਆ ਵੀ ਲੰਗੂਰ ਲੰਡੇ ਰਹਿ ਜਾਂਦੇ ਆ। ਤੇ ਅੱਜ ਸੀਟਾਂ ਜਿਹੜੀਆਂ ਉਹ ਤਾਂ ਪੂਰੀਆਂ ਪੂਰੀਆਂ, ਸਾਡੀ ਆਡੀਅנס ਜਿਹੜੀ ਆ ਪੌੜੀਆਂ ਤੇ ਵੀ ਬੈਠੀ ਆ। ਮੈਨੂੰ ਉਹ ਸਮਾਂ ਚੇਤੇ ਆ ਗਿਆ ਜਦੋਂ ਅਸੀਂ ਇੱਥੇ ਪ੍ਰੋਫੈਸਰ ਮੋਹਨ ਸਿੰਘ ਮੇਲਾ ਜਾਂ ਉਹਨਾਂ ਦਿਨਾਂ 'ਚ ਹੋਰ ਮੇਲੇ ਦੇਖਦੇ ਹੁੰਦੇ ਸੀ। ਪੂਰਾ ਪੰਡਾਲ ਭਰਿਆ ਹੁੰਦਾ ਸੀ, ਪੂਰੀ ਗਰਾਊਂਡ ਭਰੀ ਹੁੰਦੀ ਸੀ, ਤੇ ਲੋਕ ਦਰਖਤਾਂ ਤੇ ਚੜ੍ਹ ਕੇ, ਜਿਹੜੇ ਰਹਿ ਜਿਹਨਾਂ ਨਹੀਂ ਥਾਂ ਮਿਲਦਾ ਸੀ ਜਾਂ ਪਿੱਛੇ ਹੋ ਜਾਂਦੇ, ਉਹ ਦਰਖਤਾਂ ਤੇ ਚੜ੍ਹ ਕੇ ਉਹ ਮੇਲਾ ਉਹ ਦੇਖਦੇ ਹੁੰਦੇ ਸੀ। ਮੈਨੂੰ ਅੱਜ ਉਹ ਸੀਨ ਚੇਤੇ ਆ ਗਿਆ ਜਦੋਂ ਮੈਂ ਇੱਥੋਂ ਤਕਰੀਬਨ ਮੈਂ 95 'ਚ ਚਲਾ ਗਿਆ। ਉਹਨਾਂ ਦਿਨਾਂ 'ਚ ਮੇਲਿਆਂ ਦੀ ਜਿਹੜੀ ਇੱਥੇ ਭਰਮਾਰ ਸੀ, ਤੇ ਉਦੋਂ ਅਜਿਹੇ ਨਜ਼ਾਰੇ ਜਿਹੜੇ ਉਹ ਦੇਖਣ ਨੂੰ ਮਿਲਦੇ ਸੀ। ਪਿਛਲਾ ਸਮਾਂ ਕੁਦਰਤੀ ਆ ਵੀ ਜਦੋਂ ਚੇਤੇ ਆਉਂਦਾ ਬੜੀ ਖੁਸ਼ੀ ਹੁੰਦੀ ਆ ਕਿ ਐਸੇ ਮਿੱਟੀ 'ਚੋਂ ਅਸੀਂ ਬਾਹਰ ਗਏ ਹਾਂ ਉਦੋਂ, ਤੇ ਅੱਜ ਫੇਰ ਉੱਥੇ ਹੀ ਆਏ ਹਾਂ। ਗੱਲ ਇਹ ਆ ਕਿ ਅਸੀਂ ਚਾਹੇ ਇੱਥੋਂ ਚਲੇ ਗਏ, ਤਕਰੀਬਨ ਮੈਨੂੰ ਗਏ ਨੂੰ ਤਾਂ 25-26 ਸਾਲ ਹੋਏ ਆ, 100 ਸਾਲ ਤੋਂ ਵੱਧ ਸਮਾਂ ਜਿਹੜਾ ਉਹ ਪ੍ਰਵਾਸ ਦਾ ਗਿਣਿਆ ਜਾਂਦਾ। ਤੇ ਕਿਉਂਕਿ ਉੱਥੇ ਉਹਨਾਂ ਦਿਨਾਂ 'ਚ ਲੋਕ ਗਏ ਸੀ ਜਦੋਂ ਸਮੁੰਦਰੀ ਜਹਾਜ਼ ਇੱਕ ਸਾਧਨ ਹੁੰਦਾ ਸੀ ਜਾਣ ਦਾ। ਉਦੋਂ ਕੋਈ ਜਾਂਦਾ ਸੀ। ਸਾਡੇ ਗਦਰੀ ਬਾਬੇ ਜਿਹੜੇ ਆ ਖਾਸ ਤੌਰ ਤੇ ਜ਼ਿਕਰਯੋਗ ਆ, ਉਹ ਉਦੋਂ ਇਸੇ ਤਰੀਕੇ ਨਾਲ ਗਏ ਸੀ। ਉਹਨਾਂ ਨੇ ਉੱਥੋਂ ਵੀ ਦੇਸ਼ ਦੀ ਆਜ਼ਾਦੀ ਜਿਹੜੀ ਸੀ ਉਹ ਚਲਾਈ ਸੀ। ਪਿਛਲੇ 3-4 ਦਹਾਕਿਆਂ ਤੋਂ ਜਿਹੜੀ ਇਹ ਆਮਦ ਉੱਥੋਂ ਦੀ ਬਾਹਰਲੇ ਮੁਲਕਾਂ 'ਚ ਵਧੀ। 84 ਦੇ ਹਾਲਾਤਾਂ ਬਾਰੇ ਤਕਰੀਬਨ ਅਸੀਂ ਸਾਰੇ ਜਾਣਦੇ ਹਾਂ। ਉਸ ਤੋਂ ਬਾਅਦ ਜਿਹੜਾ ਪ੍ਰਵਾਸ ਆ ਉਹ ਬਹੁਤ ਜ਼ਿਆਦਾ ਉੱਥੇ ਵਧਣਾ ਸ਼ੁਰੂ ਹੋ ਗਿਆ, ਤੇ ਜਿੰਨੇ ਵੀ ਇੱਥੇ ਪ੍ਰੋਬਲਮ 'ਚ ਸੀ ਸਾਡੇ, ਖਾਸ ਤੌਰ ਤੇ ਸਿੱਖ ਭਰਾ ਜਾਂ ਕੋਈ ਹੋਰ ਵੀ, ਉਹ ਉੱਥੇ ਜਾਣੇ ਸ਼ੁਰੂ ਹੋਏ। ਸਮਾਂ ਬਦਲਦਾ ਗਿਆ। ਏਜੰਟਾਂ ਨੇ ਆਪਣਾ ਉਹ ਬਿਜ਼ਨਸ ਜਿਹੜਾ ਸੀ ਉਹ ਬਣਾ ਲਿਆ। ਏਜੰਟ 30-30 ਲੱਖ, 25-25 ਲੱਖ ਜਿੰਨੇ ਵੀ ਇਹਨਾਂ ਦੇ ਦਾ ਲੱਗਦਾ ਸੀ ਉਹ ਲੈ ਕੇ, ਤੇ ਉਹਨਾਂ ਨੇ ਇੱਥੋਂ ਨੌਜਵਾਨ ਜਿਹੜੇ ਸੀ, ਪੀੜ੍ਹੀ ਸਾਡੀ, ਉਹ ਬਾਹਰ ਲੈ ਜਾਣੀ ਸ਼ੁਰੂ ਕਰ ਦਿੱਤੀ। ਹੋਰ ਵੀ ਸਮਾਂ ਚੱਲਿਆ,
ਉਹ ਸਮਾਂ ਵੀ ਆਇਆ ਜਦੋਂ ਸਾਡੇ ਨੌਜਵਾਨ ਬਾਰਡਰ ਟੱਪ ਕੇ, ਜੇ ਫਰਜ਼ ਕੀਤਾ ਅਮਰੀਕਾ ਉਹਨਾਂ ਨੇ ਆਉਣਾ ਹੁੰਦਾ ਸੀ, ਤੇ 7-8 ਮੁਲਕ ਪੈਦਲ ਤੁਰ ਕੇ ਜਾਂ ਕਿਤੇ ਟਰੱਕਾਂ 'ਚ ਲੱਦ ਕੇ ਉਹਨਾਂ ਨੂੰ ਇੱਕ ਛੋਟੇ ਟਰੱਕ ਜਿਹਨੂੰ ਟੈਂਪੂ ਕਹਿ ਲਈਦਾ, 30-35 ਬੰਦੇ ਇੱਕ ਦੂਜੇ ਦੇ ਉੱਪਰ ਲਾਰ ਬਣਾ ਕੇ ਉਹਨਾਂ ਨੂੰ ਉੱਥੋਂ ਬਾਰਡਰ ਟਪਾਏ ਜਾਂਦੇ ਸੀ। ਪੱਤੇ ਖਾਣੇ, ਛੱਪੜਾਂ ਦੇ ਪਾਣੀ ਪੀਣੇ, ਰਸਤੇ 'ਚ ਕੀੜੇ ਵੀ ਲੜਨੇ, ਸੱਪਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਬਹੁਤ ਸਾਰੇ ਵਿਚਾਰੇ ਜਾਨਾਂ ਤੋਂ ਵੀ ਹੱਥ ਧੋ ਪੈਂਦੇ ਸੀ। ਜੇ ਬਾਰਡਰਾਂ 'ਤੇ ਵੀ ਆ ਜਾਣਾ, ਉੱਥੇ ਵੀ ਗੋਲੀ ਗਾਲੀ ਵੀ ਚੱਲ ਜਾਣੀ। ਤੇ ਬਹੁਤ ਸਾਰੇ ਨੌਜਵਾਨ ਸਾਡੇ ਇਸ ਤਰ੍ਹਾਂ ਹੀ ਉਹ ਖਤਮ ਹੋਏ ਆ। ਕੀ ਰੀਜ਼ਨ ਹੈ ਬਾਹਰ ਜਾਣ ਦਾ? ਅੱਜ ਇੱਕ ਮੈਂ ਥੋੜ੍ਹੀ ਜਿਹੀ ਇੱਕ ਹੋਰ ਗੱਲ ਐਡ ਕਰਦਾ। ਹੁਣ ਨਵਾਂ ਜਿਹੜਾ ਟਰੈਂਡ ਚੱਲਿਆ ਉਹ ਆਈਲੈਟਸ ਦਾ ਚੱਲਿਆ। ਬਹੁਤ ਸਾਰੇ ਜਿਹੜੇ ਕੰਟਰੀਜ਼ ਆ ਉਹਨਾਂ ਨੇ ਦਰਵਾਜ਼ੇ ਖੋਲ੍ਹੇ। ਪਹਿਲਾਂ ਆਸਟ੍ਰੇਲੀਆ, ਫਿਰ ਨਿਊਜ਼ੀਲੈਂਡ, ਇੰਗਲੈਂਡ, ਅੱਜ ਕੈਨੇਡਾ ਦਾ ਜਿਹੜਾ ਹੈਗਾ ਮੁਲਕ, ਉੱਥੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਵਿੱਦਿਆ ਲੈਣ ਜਾ ਰਹੇ ਆ। ਰੀਜ਼ਨ ਕੀ ਆ? ਸਾਡੇ ਇੱਥੋਂ ਜਾਣ ਦਾ ਕੀ ਰੀਜ਼ਨ ਆ? ਕਿਉਂ ਜਾਂਦੇ ਹਾਂ ਅਸੀਂ? ਕਿਉਂ ਆਪਣਾ ਮੁਲਕ, ਆਪਣੀ ਮਾਂ ਭੂਮੀ ਜਿਹੜੀ ਕਿਉਂ ਛੱਡਦੇ ਹਾਂ? ਛੱਡਣ ਦਾ ਕਾਰਨ ਇਹ ਹੋਇਆ ਵੀ ਸਿਸਟਮ, ਸਾਡਾ ਸਿਸਟਮ ਇੱਥੇ ਠੀਕ ਨਹੀਂ ਹੈਗਾ। ਅਸੀਂ ਕੋਈ ਵੀ ਜਦੋਂ ਦੂਸਰੀ ਥਾਂ 'ਤੇ ਪ੍ਰਵਾਸ ਕਰਕੇ ਜਾਂਦਾ, ਇਹੋ ਸੋਚ ਕੇ ਜਾਂਦਾ ਆਪਣੇ ਬਿਹਤਰ ਜੀਵਨ ਲਈ। ਬਿਹਤਰ ਜੀਵਨ ਉਹਨਾਂ ਨੂੰ ਇਹੋ ਦਿਖਦਾ ਕਿ ਚਾਹੇ ਪੈਸੇ ਕਰਜ਼ਾ ਲੈ ਕੇ ਵੀ ਲੈ ਲਓ, ਅਸੀਂ ਇੱਥੋਂ ਨਾਲ ਫਿਰ ਵੀ ਚੰਗੇ ਹੋਵਾਂਗੇ। ਕਰਜ਼ਾ ਤਾਂ ਪਤਾ ਹੀ ਆ, ਬਾਹਰ ਜਾਓਗੇ ਸਾਲ 2 ਸਾਲ 'ਚ ਜਿਹੜੇ ਕਰਜ਼ਾ ਉਹ ਲੱਥ ਜਾਂਦਾ। ਉਸ ਤੋਂ ਬਾਅਦ ਉੱਥੇ ਜਿਹੜੀ ਓਪਰਚੁਨਿਟੀਜ਼ ਹੈ ਉਹ ਤੁਸੀਂ ਕੁਛ ਵੀ ਕਰ ਸਕਦੇ ਹੋ, ਕੁਛ ਵੀ। ਮੈਂ ਇੱਥੇ ਇੱਕ ਲੋਕਲ ਅਖਬਾਰ ਕੱਢੀ ਸੀ 92-93 ਤੱਕ ਮੈਂ ਅਖਬਾਰ ਕੱਢਦਾ ਰਿਹਾ ਇੱਥੇ ਲੋਕਲ ਵੀ। ਇੱਥੇ ਸਥਾਨਕ ਅਖਬਾਰਾਂ ਨੂੰ ਵੀ ਮੈਂ ਪੱਤਰਕਾਰੀ ਕੀਤੀ ਉਦੋਂ ਲੌਂਗ ਟਾਈਮ ਅਗੋ। 86 ਤੋਂ ਮੈਂ ਜਰਨਲਿਜ਼ਮ 'ਚ। ਉਹਨਾਂ ਦਿਨਾਂ 'ਚ ਇੱਕ ਲੁਧਿਆਣੇ ਦੇ ਮੈਂ ਸ਼ਹਿਰ ਦੇ ਵਿੱਚ ਹੀ ਛੋਟੀ ਜਿਹੀ ਅਖਬਾਰ ਕੱਢਦਾ ਸੀ, ਬੜੀ ਔਖੀ ਲੱਗਦੀ ਸੀ। ਹੁਣ ਮੈਂ ਓਪਰਚੁਨਿਟੀ ਦੀ ਗੱਲ ਕਰਦਾ। ਮੈਂ ਜਦੋਂ ਉੱਥੇ ਗਿਆ, ਮੈਂ ਆਪਣਾ ਉਦੋਂ ਕੋਈ ਅਖਬਾਰ ਨਹੀਂ ਸੀ ਨਿਕਲਦਾ ਮੇਰੇ ਸੈਕਰਾਮੈਂਟੋ ਤੋਂ। ਫਿਰ ਉਸ ਤੋਂ ਬਾਅਦ ਉਹ ਇੰਨਾ ਬਰੋਡ ਏਰੀਆ ਉਹਦਾ ਹੋ ਗਿਆ। ਅਮਰੀਕਾ ਦੇ ਮੈਂ ਤਕਰੀਬਨ ਅੱਧੇ ਸਟੇਟਸ ਨੂੰ ਮੈਂ ਜਦ ਉਹ ਕਵਰੇਜ ਕਰਦਾ। ਸਾਰੇ ਬਾਈ ਰੋਡ ਜਿਹੜੀ ਆ ਪੂਰੇ ਕੈਲੀਫੋਰਨੀਆ 'ਚ ਸਾਡਾ ਅਖਬਾਰ ਜਾਂਦਾ। ਬਾਈ ਰੋਡ ਕੈਲੀਫੋਰਨੀਆ ਦਾ ਮਤਲਬ ਤੁਸੀਂ ਅੰਮ੍ਰਿਤਸਰ ਤੋਂ ਲੈ ਕੇ ਸਮਝ ਲਓ ਵੀ ਆਗਰੇ ਤੱਕ ਦਾ ਏਰੀਆ ਪੈ ਜਾਂਦਾ। ਸਾਨੂੰ 3-4 ਦਿਨ ਤਾਂ ਗੱਡੀਆਂ ਨਾਲ ਸਾਡੇ ਜਿਹੜੇ ਡਰਾਈਵਰ ਆ ਉਹ ਡਿਸਟਰੀਬਿਊਸ਼ਨ ਨੂੰ ਲੱਗ ਜਾਂਦੇ, ਉਹਨਾਂ ਨੂੰ ਐਡਾ ਵੱਡਾ ਏਰੀਆ ਹੁੰਦਾ। ਕਹਿਣ ਦਾ ਭਾਵ ਆ ਕਿ ਉੱਥੇ ਜਾ ਕੇ ਮੈਂ ਅਖਬਾਰ ਸ਼ੁਰੂ ਕੀਤਾ। ਮੈਨੂੰ ਉਮੀਦ ਨਹੀਂ ਸੀ ਵੀ ਅਖਬਾਰ ਚੱਲ ਜੂਗਾ। ਅਖਬਾਰ ਅੱਜ ਇੰਨੇ ਸਾਲ ਹੋ ਗਏ ਚੱਲਦੇ ਨੂੰ ਤੇ ਬੜੇ ਵਧੀਆ ਤਰੀਕੇ ਨਾਲ ਉਹ ਚੱਲਿਆ। ਇੱਕ ਉਦਾਹਰਨ ਵੀ ਅਖਬਾਰ ਜੇ ਮੈਂ ਇੱਥੇ ਨਹੀਂ ਸੀ ਚਲਾ ਸਕਿਆ, ਉੱਥੇ ਮੇਰਾ ਬਹੁਤ ਵਧੀਆ ਨੰਬਰ 1 ਦਾ ਅਖਬਾਰ ਚੱਲ ਰਿਹਾ। ਧਾਲੀਵਾਲ ਸਾਹਿਬ ਬੈਠੇ ਆ, ਇਹਨਾਂ ਦਾ ਪਰਿਵਾਰ ਇੱਕ ਬਿਜ਼ਨਸਮੈਨ ਪਰਿਵਾਰ ਆ। ਮਲਵਾਕੀ ਇੱਕ ਬੜਾ ਸ਼ਿਕਾਗੋ ਦਾ ਮੰਨਿਆ ਹੋਇਆ ਸ਼ਹਿਰ ਆ। ਤੇ ਇਸ ਵੇਲੇ ਜਿਹੜੇ ਬਿਗੈਸਟ ਪੈਟਰੋਲੀਅਮ ਦੇ ਜਿਹੜੇ ਬਿਜ਼ਨਸਮੈਨ ਆ ਉਹ ਇਹ ਪਰਿਵਾਰ ਆ ਧਾਲੀਵਾਲ ਸਾਹਿਬ ਦਾ। ਤੇ ਓਪਰਚੁਨਿਟੀ ਸੀਗੀ ਤੇ ਇਹਨਾਂ ਨੇ ਉੱਥੇ ਇਹ ਬਿਜ਼ਨਸ ਜਿਹੜੇ ਆ ਐਸਟੈਬਲਿਸ਼ ਕੀਤੇ ਆ। ਇਹ ਛੋਟੇ ਮੋਟੀ ਮੈਂ ਗੱਲ ਨਹੀਂ ਕਰਦਾ, ਬਹੁਤ ਹਾਈ ਲੈਵਲ ਦੀ ਗੱਲ ਕਰਦਾ ਕਿ ਕੋਈ ਆਮ ਬਿਜ਼ਨਸਮੈਨ ਨਹੀਂ। ਉੱਥੇ ਤੁਸੀਂ ਕੁਛ ਵੀ ਆ, ਸਟੂਡੈਂਟਸ ਆ। ਇੱਥੇ ਤੁਸੀਂ ਕਿਤੇ ਮੈਡੀਕਲ 'ਚ ਐਡਮਿਸ਼ਨ ਲੈਣੀ ਹੈ, ਤੁਹਾਨੂੰ ਉਹਦੇ ਕੋਈ ਰਿਸ਼ਵਤ ਦੇਣੀ ਪੈਂਦੀ ਜਾਂ ਕੋਈ ਫੀਸ ਦੇਣੀ ਪੈਂਦੀ ਆ ਐਡਮਿਸ਼ਨ ਲੈਣ ਲਈ। ਉੱਥੇ ਤੁਹਾਨੂੰ ਇਹ ਨਹੀਂ ਹੈਗਾ ਬੱਚਿਆਂ ਨੂੰ ਵੀ, ਕਿਸੇ ਨੂੰ ਵੀ, ਕਿਸੇ ਵੀ ਚੀਜ਼ ਦੀ ਤੁਸੀਂ ਆਪਣੀ ਕੁਆਲੀਫਿਕੇਸ਼ਨ ਲੈਣੀ ਜਾਂ ਕੋਈ ਐਜੂਕੇਸ਼ਨ ਲੈਣੀ ਹੈ, ਤੁਹਾਨੂੰ ਬੜੇ ਆਰਾਮ ਨਾਲ ਐਡਮਿਸ਼ਨ ਮਿਲਦੀ ਹੈ। ਉਸ ਤੋਂ ਬਾਅਦ ਅਗਲਾ ਸਟੈਪ ਆ ਜਾਂਦਾ ਨੌਕਰੀ ਦਾ। ਜੇ ਨੌਕਰੀ ਤੁਸੀਂ ਲੈਣੀ ਆ ਤੁਹਾਨੂੰ ਉਹ ਬੜੇ ਆਰਾਮ ਨਾਲ ਮਿਲਣੀ ਹੈ। ਜੋ ਚਾਹੁੰਦੇ ਹੋ ਉਹ ਤੁਹਾਨੂੰ ਮਿਲ ਜੂਗੀ। ਅਨਐਮਪਲੋਇਮੈਂਟ ਨਾਂ ਦੀ ਕੋਈ ਚੀਜ਼ ਨਹੀਂ। ਬਿਜ਼ਨਸ ਕਰਨਾ ਚਾਹੁੰਦੇ ਹੋ ਤੁਸੀਂ ਬਿਜ਼ਨਸ ਕਰ ਸਕਦੇ ਹੋ। ਇਹ ਰੀਜ਼ਨ ਹੈ ਸਾਨੂੰ ਬਾਹਰ ਪ੍ਰਵਾਸ ਇੱਥੋਂ ਪ੍ਰਵਾਸ ਕਰਨ ਦਾ। ਤਾਂ ਉਸ ਕਰਕੇ ਇਹ ਇਕੱਲਾ ਪੰਜਾਬ ਤੋਂ ਨਹੀਂ, ਪਰ ਪੰਜਾਬ ਦੇ ਜਿਹੜੇ ਬਹੁਤੇ ਲੋਕ ਆ ਉਹ ਜ਼ਿਆਦਾ ਆਪਣੇ ਉੱਥੇ ਗਏ ਆ। ਇਸ ਵੇਲੇ ਇਕੱਲੇ ਅਮਰੀਕਾ ਦੀ ਮੈਂ ਜੇ ਗੱਲ ਕਰਾਂ ਤੇ ਅਮਰੀਕਾ 'ਚ 12 ਲੱਖ ਤੋਂ ਉੱਤੇ ਜਿਹੜੇ ਆ ਪੱਕੇ ਮਤਲਬ ਪੰਜਾਬੀ ਜਿਹੜੇ ਆਪਣੇ ਰਹਿ ਰਹੇ, ਜਿਹੜੇ ਜਿਨ੍ਹਾਂ ਦੇ ਜਾਂ ਗ੍ਰੀਨ ਕਾਰਡ ਹੋਲਡਰ ਆ ਜਾਂ ਸਿਟੀਜ਼ਨ ਆ ਤੇ ਜਾਂ ਵਰਕ ਪਰਮਿਟ ਵਾਲੇ ਜਾਂ ਹੋਰ ਜਿਹੜੇ ਕੱਚੇ ਰਹਿ ਰਹੇ ਉਹਨਾਂ ਦੀ ਮੈਂ ਹਾਲੇ ਗੱਲ ਨਹੀਂ ਕਰਦਾ। H1 ਵੀਜ਼ੇ ਵੀ ਆ ਜਾਂ ਹੋਰ ਬਹੁਤ ਸਾਰੇ ਇਸ ਵੇਲੇ ਜਿਹੜੀ ਸਾਡੀ ਪਾਪੂਲੇਸ਼ਨ ਆ ਉੱਥੇ ਪਹੁੰਚ ਰਹੀ ਹੈ। ਇਹ ਇਕੱਲੇ ਪੰਜਾਬੀਆਂ ਦੀ ਦੱਸ ਰਿਹਾ, ਬਾਕੀ ਹਿੰਦੁਸਤਾਨੀਆਂ ਦੀ ਜਿਹੜੀ ਆਬਾਦੀ ਆ ਹੋਰ ਕਿਤੇ ਜ਼ਿਆਦਾ ਇਹਨਾਂ ਨਾਲੋਂ, ਚਾਹੇ ਉਹ ਗੁਜਰਾਤੀ ਆ, ਚਾਹੇ ਦਿੱਲੀ ਵਾਲੇ ਜਾਂ ਚਾਹੇ ਸਾਊਥ ਇੰਡੀਅਨਸ ਆ। IT 'ਚ ਬਹੁਤ ਸਾਰੇ ਉੱਥੋਂ ਜਿਹੜੇ ਸਾਊਥ ਇੰਡੀਆ ਤੋਂ ਸਟੂਡੈਂਟਸ ਆ ਉਹ ਗਏ ਆ H1 ਵੀਜ਼ਾ ਲੈ ਕੇ ਉੱਥੇ ਤੇ ਪੱਕੇ ਹੋ ਜਾਂਦੇ ਆ। ਕਹਿਣ ਦਾ ਮਤਲਬ ਉੱਥੇ ਓਪਰਚੁਨਿਟੀ ਆ। ਮੇਨ ਮਕਸਦ ਦਾ ਗੱਲ ਦਾ ਇਹੋ ਹੀ ਆ ਵੀ ਜਿੱਥੇ ਸਾਨੂੰ ਚੰਗਾ ਆਪਣਾ ਭਵਿੱਖ ਦਿਖਦਾ ਅਸੀਂ ਉੱਧਰ ਨੂੰ ਭੱਜਦੇ ਹਾਂ। ਕੈਨੇਡਾ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਕਿ ਇੱਕ ਉੱਥੇ ਇਸ ਵੇਲੇ
ਕਿੰਨੇ ਸਾਡੇ ਮੈਂਬਰ ਪਾਰਲੀਮੈਂਟ, ਕਿੰਨੇ ਸਾਡੇ ਅਸੈਂਬਲੀ ਮੈਂਬਰ ਆ, ਤੇ ਉਹ ਸਾਰੇ ਮਤਲਬ ਆਪਣਾ ਵਧੀਆ ਮਿਨਿਸਟਰਸ ਹੈਗੇ ਆ। ਸਭ ਤੋਂ ਵੱਡੀ ਜਿਹੜੀ ਮਿਨਿਸਟਰੀ ਆ ਉਹ ਰੱਖਿਆ ਮੰਤਰੀ ਸਾਡਾ ਆਪਣਾ ਪੰਜਾਬੀ ਸਿੱਖ ਭਰਾ ਆ। 9 ਮਿਨਿਸਟਰ ਪਿਛਲੀ ਵਜ਼ਾਰਤ 'ਚ ਸੀਗੇ, ਉਹਨੇ ਟਾਂਚ ਮਾਰੀ ਸੀ ਪ੍ਰਾਈਮ ਮਿਨਿਸਟਰ ਟਰੂਡੋ ਨੇ ਮੋਦੀ ਨੂੰ ਵੀ ਤੇਰੇ ਦਾ ਇੱਕ ਵੀ ਮਿਨਿਸਟਰ ਹੈ ਨਹੀਂਗਾ, ਮੈਂ 9 ਮਿਨਿਸਟਰ ਸਿੱਖ ਰੱਖੇ ਆ। ਕਿੰਨੇ ਪੰਜਾਬੀ ਹੋਰ ਸਾਡੇ ਉੱਥੇ ਜਿਹੜੇ ਹੈਗੇ, ਚਾਹੇ ਉਹ ਕਿਸੇ ਵੀ ਰਿਲੀਜਨ ਨਾਲ, ਚਾਹੇ ਉਹ ਹਿੰਦੂ ਹੈ ਜਾਂ ਕੋਈ ਹੋਰ ਹੈ, ਬਹੁਤ ਸਾਰੇ ਸਾਡੇ ਉੱਥੇ ਸਟੈਬਲਿਸ਼ ਆ। ਮੈਂ ਖੁਦ ਇੱਕ ਦਸਤਾਰਧਾਰੀ ਹਾਂ, ਮੈਂ ਸਿਟੀ ਦਾ ਕਮਿਸ਼ਨਰ ਹਾਂ ਉੱਥੇ, ਨਾਲ ਮੈਂ ਵੀ ਪੋਲੀਟਿਕਸ 'ਚ ਇਨਵੋਲਵਮੈਂਟ ਹੈਗੀ ਮੇਰੀ। ਮੈਂ ਐਲਕ ਗਰੋਵ ਸਿਟੀ ਰਹਿੰਦਾ, ਉੱਥੇ ਮੈਂ ਕਮਿਸ਼ਨਰ ਹਾਂ। ਪਲੱਸ ਮੈਂ ਜਿਹੜਾ ਸੈਕਟਰੀ ਆਫ ਸਟੇਟ, ਜਿਵੇਂ ਇੱਥੇ ਤੁਸੀਂ ਚੀਫ ਸੈਕਟਰੀ ਕਹਿੰਦੇ ਪੰਜਾਬ ਦਾ, ਉੱਥੇ ਸੈਕਟਰੀ ਆਫ ਸਟੇਟ ਹੁੰਦਾ, ਮੈਂ ਉਹਦਾ ਐਡਵਾਈਜ਼ਰ ਹਾਂ। ਐਡਵਾਈਜ਼ਰ ਕਾਹਦਾ? ਜਸਟ ਲੈਂਗੁਏਜ, ਪੰਜਾਬੀ ਤੇ ਹਿੰਦੀ ਲੈਂਗੁਏਜ ਮੇਰੇ ਕੋਲ। ਉਹਦਾ ਕੰਮ ਕੀ ਹੈ, ਤੁਸੀਂ ਕੀ ਚਾਹੁੰਦੇ ਹੋ? ਮੈਂ ਕਿਹਾ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਵੋਟ ਬਣਦੀ ਹੈ ਉਹਦੇ ਫਾਰਮ ਸਾਡੇ ਪੰਜਾਬੀ 'ਚ ਕਰੋ। ਪਹਿਲੀ ਮੀਟਿੰਗ 'ਚ ਹੀ ਉਹ ਮਤਾ ਪਾਸ ਹੋ ਗਿਆ, ਪੰਜਾਬੀ 'ਚ ਵੀ ਹੋ ਗਏ, ਹਿੰਦੀ 'ਚ ਵੀ ਹੋ ਗਏ। ਉਸ ਤੋਂ ਬਾਅਦ ਸਾਡੇ ਜਿਹੜਾ ਸਿਸਟਮ ਉੱਥੇ ਅਮਰੀਕਾ 'ਚ ਖਾਸ ਤੌਰ 'ਤੇ ਮੈਂ ਦੱਸਣਾ ਚਾਹੁੰਦਾ ਕਿ ਵੋਟ ਪਾਉਣ ਦਾ ਜਿਹੜਾ ਬੈਲਟ ਪੇਪਰ ਆ ਉਹ ਘਰਾਂ 'ਚ ਆ ਜਾਂਦਾ ਇਲੈਕਸ਼ਨ ਤੋਂ 1 ਮਹੀਨਾ ਪਹਿਲਾਂ, 30 ਦਿਨ ਪਹਿਲਾਂ ਜਿਹੜਾ ਉਹ ਘਰਾਂ 'ਚ ਬਾਈ ਮੇਲ ਆ ਜਾਂਦਾ। ਅਸੀਂ ਮੇਲ ਕਹਿੰਦੇ ਆ ਪੋਸਟ ਨੂੰ, ਇੱਥੇ ਪੋਸਟ ਕਹਿੰਦੇ ਕਈ ਵਾਰੀ। ਇਹ ਮੇਲ ਮੈਂ ਤਾਂ ਤੁਹਾਨੂੰ ਕਲੀਅਰ ਕੀਤਾ ਕਿ ਈਮੇਲ ਨੂੰ ਮੇਲ ਸਮਝ ਲੈਂਦੇ ਆ। ਬਾਈ ਮੇਲ ਜਿਹੜਾ ਉਹ ਸਾਨੂੰ 30 ਦਿਨ ਪਹਿਲਾਂ ਜਿਹੜਾ ਉਹ ਬੈਲਟ ਪੇਪਰ ਮਿਲਦਾ, ਜਿਹਦੇ 'ਚ ਸਾਰੇ ਕੈਂਡੀਡੇਟਸ ਦੇ ਨਾਂ ਹੁੰਦੇ ਆ, ਉਹਨਾਂ ਦਾ ਸਾਰਾ ਹੁੰਦਾ। ਉਹਦੇ ਵਿੱਚ ਟਿਕ ਕਰਕੇ ਤੁਸੀਂ ਦੁਬਾਰਾ ਉਹਨਾਂ ਦਾ ਡਿਵੈਲਪ ਆਇਆ ਹੁੰਦਾ, ਬਿਨਾਂ ਟਿਕਟ ਲਾਏ ਵਾਪਸ ਤੁਸੀਂ ਬਾਈ ਮੇਲ ਹੀ ਭੇਜ ਦੇਣਾ। ਉਹ ਵੀ ਜਿਹੜਾ ਬੈਲਟ ਪੇਪਰ ਆ ਉਹ ਵੀ ਪੰਜਾਬੀ ਤੇ ਹਿੰਦੀ ਵਿੱਚ ਮੈਂ ਲਾਗੂ ਕਰਵਾਤਾ। ਸਿਰਫ ਮੈਂ ਪਹਿਲਾਂ ਉੱਥੇ ਪਹਿਲਾਂ ਵੀ ਦੱਸ ਵੀ ਦੇਵਾਂ ਕਿ ਪਹਿਲਾ ਸਿੱਖ ਹਾਂ ਜਾਂ ਪਹਿਲਾ ਦਸਤਾਰਧਾਰੀ ਹਾਂ ਜਿਹਨੂੰ ਇਹ ਡਿਪਾਰਟਮੈਂਟ ਮਿਲਿਆ। ਮੇਰੇ ਤੋਂ ਪਹਿਲਾਂ ਇਹ ਡਿਪਾਰਟਮੈਂਟ ਹੈ ਨਹੀਂ, ਪਿਛਲੇ 2 ਸਾਲਾਂ ਤੋਂ ਮੈਂ ਸੈਕਟਰੀ ਆਫ ਸਟੇਟ ਹਾਂ, ਐਡਵਾਈਜ਼ਰ ਹਾਂ ਉਹਦਾ। ਮਤਲਬ ਕਹਿਣ ਦਾ ਵੀ ਜਿਹੜਾ ਉੱਥੇ ਰਹਿਣ ਸਹਿਣ ਜਿਹੜਾ ਹੈਗਾ ਉਹ ਇੱਥੋਂ ਨਾਲੋਂ ਬੈਟਰ ਹੈ। ਉਸ ਕਰਕੇ ਅਸੀਂ ਜਿਹੜਾ ਪ੍ਰਵਾਸ ਨੂੰ ਅਹਿਮੀਅਤ ਦਿੰਦੇ ਹਾਂ। ਉਸ ਤੋਂ ਬਾਅਦ ਆ ਜਾਓ ਮੀਡੀਆ। ਇਸ ਵੇਲੇ ਪੰਜਾਬੀ ਮੀਡੀਆ ਜਿਹੜਾ, ਮੇਰਾ ਖਿਆਲ ਵੀ ਇੰਨੇ ਰੇਡੀਓ ਜਾਂ ਅਖਬਾਰਾਂ ਜਾਂ ਆਪਣੇ TV ਚੈਨਲਸ ਜਿਹੜੇ ਆ ਉਹ ਇੱਥੇ ਨਹੀਂ ਚੱਲਦੇ ਹੋਣਗੇ ਜਿੰਨੇ ਅਮਰੀਕਾ ਕੈਨੇਡਾ ਵਿੱਚ ਚੱਲ ਰਹੇ ਜਾਂ ਇੰਗਲੈਂਡ ਵਿੱਚ ਚੱਲ ਰਹੇ ਆ। ਉਹ ਉਹਨਾਂ ਨੂੰ ਓਪਰਚੁਨਿਟੀ ਸੀ ਤੇ ਉਹਨਾਂ ਨੇ ਆਪਣਾ ਉੱਥੇ ਸ਼ੁਰੂ ਕੀਤਾ ਤੇ ਕਾਮਯਾਬੀ ਨਾਲ ਸਾਰੇ ਚੱਲ ਰਹੇ ਆ। ਤੁਸੀਂ ਕਦੇ ਜਾਓ ਆਪਣੇ ਏਅਰਪੋਰਟ ਜਾਓ, ਕੈਨੇਡਾ ਦੇ ਏਅਰਪੋਰਟਾਂ ਤੇ ਪੰਜਾਬੀ 'ਚ ਜੀ ਆਇਆਂ ਨੂੰ ਲਿਖਿਆ। ਉੱਥੇ ਬੜੇ ਬੜੇ ਜਿਹੜੇ ਸਾਈਨ ਬੋਰਡ ਆ ਸਾਡੇ ਉਹ ਪੰਜਾਬੀ ਲਿਖੇ ਗਏ, ਚਾਹੇ ਉਹ ਕੈਲੀਫੋਰਨੀਆ, ਚਾਹੇ ਵੈਨਕੂਵਰ ਹੈ, ਚਾਹੇ ਟੋਰਾਂਟੋ ਆ, ਚਾਹੇ ਹੋਰ ਸ਼ਹਿਰ ਆ, ਉੱਥੇ ਪੰਜਾਬੀ 'ਚ ਲੋਕਾਂ ਨੇ ਦੁਕਾਨਾਂ ਦੇ ਬਾਹਰ ਪੰਜਾਬੀ 'ਚ ਵੀ ਆਪਣੇ ਸਾਈਨ ਲਾਏ ਆ। ਕਈ ਜਿਹੜੇ ਥਾਵਾਂ ਜਿਹੜੀਆਂ ਸਾਡੀਆਂ ਹੈਗੀਆਂ ਉੱਥੇ, ਜਿਵੇਂ ਗੁਰਦੁਆਰਾ ਸਟਰੀਟ ਆ, ਉਹ ਰਿਕਮੈਂਡ ਕਰਾ ਕੇ ਪੰਜਾਬੀ 'ਚ ਗੁਰਦੁਆਰਾ ਸਟਰੀਟ ਉੱਥੇ ਜਿਹੜੀ ਲਿਖਵਾਈ ਗਈ ਆ। ਸਾਡਾ ਇਤਿਹਾਸਕ ਗੁਰਦੁਆਰਾ 100 ਸਾਲ ਪੁਰਾਣਾ, ਜਿੱਥੇ ਗਦਰੀ ਬਾਬੇ ਜਿਹੜੇ ਹੋਏ ਸੀ ਸਟਾਕਟਨ 'ਚ, ਉਹ 100 ਸਾਲ ਤੋਂ ਵੀ ਵੱਧ ਆ। ਜਦੋਂ ਉੱਥੇ 100 ਸਾਲ ਤੋਂ ਵੱਧ ਕੋਈ ਵੀ ਚੀਜ਼ ਹੋ ਜਾਂਦੀ ਉਹਨੂੰ ਹਿਸਟੋਰੀਕਲ ਗਿਣੀ ਜਾਂਦੀ ਹੈ। ਤੇ ਉਸ ਹਿਸਟੋਰੀਕਲ ਥਾਂ ਦਾ ਜਿਹੜਾ ਜਿਹੜੀ ਵੀ ਬੋਲੀ 'ਚ ਕਹਿਣ ਉਹ ਲਿਖਿਆ ਜਾਂਦਾ, ਉਹ ਅਸੀਂ ਪੰਜਾਬੀ 'ਚ ਉੱਥੇ ਸਪੈਸ਼ਲ ਤੌਰ 'ਤੇ ਉਹਦਾ ਸਾਈਨ ਲਵਾਇਆ। ਉਹ ਰਜਿਸਟਰਡ ਉੱਦਾਂ ਦਾ ਗੁਰਦੁਆਰਾ ਸਟਰੀਟ ਆ, ਰਜਿਸਟਰਡ ਪਰ ਲਿਖਿਆ ਗਿਆ ਗੌਰਮੈਂਟ ਵੱਲੋਂ ਜਿਹੜਾ ਉਹ ਗੁਰਦੁਆਰਾ ਸਟਰੀਟ ਲਿਖਿਆ ਗਿਆ। ਆਪਾਂ ਨੂੰ ਇਹਦੇ ਲਈ ਜਿਹੜੀ ਚੀਜ਼ ਆ ਇਹ ਹਮਲਾ ਮਾਰਨਾ ਪੈਣਾ, ਸਾਨੂੰ ਇਕੱਠਿਆਂ ਹੋ ਕੇ ਸਾਰਾ ਚੱਲਣਾ ਪੈਣਾ। ਪਲੈਨਿੰਗ ਜਿਹੜੀ ਹੁੰਦੀ ਆ ਉਹ ਇਸ ਤਰ੍ਹਾਂ ਦੇ ਕਾਨਫਰੰਸਾਂ ਵਿੱਚ ਹੀ ਹੁੰਦੀ ਆ। ਜੇ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਕਰਾਂਗੇ, ਆਪਾਂ ਵਿਚਾਰ ਵਟਾਂਦਰੇ ਕਰਾਂਗੇ ਤਾਂ ਹੀ ਅੱਗੇ ਵੱਧ ਸਕਦੇ ਹਾਂ। ਤੇ ਜੇ ਇਹ ਨਹੀਂ ਹੈਗਾ ਅੱਜ ਆਪਾਂ ਇੱਥੇ ਗੱਲਾਂ ਸੁਣਨੀਆਂ, ਇਹ ਗੱਲਾਂ ਇੱਥੇ ਰਹਿ ਜਾਣ। ਇਹਨਾਂ ਗੱਲਾਂ ਨੂੰ ਅਸੀਂ ਬੈਟਰ ਕਿ ਅਸੀਂ ਇਹਨੂੰ ਪ੍ਰੈਕਟੀਕਲੀ ਜਿਹੜਾ ਉਹ ਅੱਗੇ ਲੈ ਕੇ ਜਾਈਏ। ਤੁਸੀਂ ਬਹੁਤ ਸਾਰੇ ਸੈਸ਼ਨ ਜਿਹੜੇ ਆ ਉਹ ਦੇਖੇ ਆ, ਸੁਣੇ ਆ, ਉਹਨਾਂ ਤੋਂ ਬੜੀਆਂ ਗੱਲਾਂ ਤੁਸੀਂ ਗ੍ਰਹਿਣ ਕੀਤੀਆਂ ਹੋਣਗੀਆਂ। ਉਹਨਾਂ ਗੱਲਾਂ ਨੂੰ ਇੱਕ ਸੈਮੀਨਾਰ ਇੱਥੇ ਬੰਦ ਕਮਰੇ ਵਿੱਚ ਨਾ ਰਹਿਣ ਦਿਓ, ਉਹਨਾਂ ਨੂੰ ਆਪਣੇ ਜ਼ਿਹਨ ਵਿੱਚ ਪਰੋਵੋ, ਉਹਨੂੰ ਸਾਂਭ ਕੇ ਰੱਖੋ ਤਾਂ ਕਿ ਤੁਹਾਡੇ ਫਿਊਚਰ ਵਾਲੀ ਜਿਹੜੀ ਲਾਈਫ ਆ ਉਹਦੇ ਵਿੱਚ ਉਹ ਗੱਲਾਂ ਕੰਮ ਆਉਣ ਤੇ ਸਾਡੀ ਜਿਹੜੀ ਇਹ ਕੌਮ ਆ ਉਹ ਤਰੱਕੀ ਕਰ ਸਕੇ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ, ਥੀਮਾਂ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰ। ਹੁਣ ਅਸੀਂ ਸਰਦਾਰ ਗੁਰਜਤਿੰਦਰ ਸਿੰਘ ਜੀ ਰੰਧਾਵਾ ਦੀ ਪੁਸਤਕ ਆਵਾਜ਼-ਏ-ਪਰਵਾਸ ਲੋਕ ਅਰਪਣ ਕਰਨ ਜਾ ਰਹੇ ਹਾਂ। ਸਟੇਜ ਤੇ ਵਿਰਾਜਮਾਨ ਸਾਰੀਆਂ ਹਸਤੀਆਂ ਨੂੰ ਮੇਰੀ ਬੇਨਤੀ ਹੈ ਕਿ ਸਰਦਾਰ ਗੁਰਜਤਿੰਦਰ ਸਿੰਘ ਜੀ ਰੰਧਾਵਾ ਦੀ ਪੁਸਤਕ ਆਵਾਜ਼-ਏ-ਪਰਵਾਸ ਰਿਲੀਜ਼ ਕरें।
ਡਾਕਟਰ ਸੁਰਜੀਤ ਸਿੰਘ ਭੱਟੀ ਜੀ, ਪ੍ਰੋਫੈਸਰ ਐਚਓ ਸਿੰਘ ਕਿਰਪਾ ਕਰਕੇ ਮੰਚ ਤੇ ਆ ਜਾਣ। ਜਿੰਦਰ ਜੀ ਆਪਣੇ ਸ਼ਰੀਕੇ ਯਾਦ ਨੂੰ ਬੁਲਾਓ ਨਾਲ। ਇੰਨੀ ਗੂੜੀ ਪੰਜਾਬੀ ਨਹੀਂ ਮੈਨੂੰ ਮਿਹਨਤ ਕਰਨ ਦਾ ਕੀ ਹੁੰਦੀ ਬਸ। ਆਓ ਆਪਣੇ ਜੀਵਨ ਸਾਥੀ ਨੂੰ ਬੁਲਾਓ। ਉਹਨਾਂ ਕਰਕੇ ਲਿਖੀ ਜਾਈ। ਆਵਾਜ਼ ਏ ਪਰਵਾਜ਼ ਪੁਸਤਕ ਰਿਲੀਜ਼ ਹੈ। ਹਾਂਜੀ ਹਾਂਜੀ ਸ਼ੋਰ ਸਰ ਪਲੀਜ਼ ਆਓ ਜੀ। ਸੌਰੀ ਮੈਂ ਸਿਰਫ ਇੰਨਾ ਦੱਸਣਾ ਚਾਹੁੰਦਾ ਕਿ ਇਹ ਮੇਰੀ 6ਵੀਂ ਬੁੱਕ ਹੈਗੀ ਆ। ਇਹਦੇ ਵਿੱਚ ਸਿਰਫ ਮੈਂ ਆਪਣੇ ਜਿਹੜੇ ਐਡੀਟੋਰੀਅਲਸ ਆ ਸਾਲ ਦੇ ਜਾਂ 2 ਸਾਲ ਦੇ ਜਿਹੜੇ ਐਡੀਟੋਰੀਅਲਸ ਆ ਉਹ ਮੈਂ ਇਕੱਠੇ ਕੰਬਾਈਨ ਕਰਕੇ ਉਹ ਮੈਂ ਇੱਕ ਬੁੱਕ ਦਾ ਰੂਪ ਦੇ ਦਿੰਦਾ ਹੁੰਦਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਤਾ ਲੱਗ ਸਕੇ ਕਿ ਉਸ ਵੀਕ ਦਾ ਜਿਹੜਾ ਏਜੰਡਾ ਉਹ ਕੀ ਸੀ। ਇਹ ਕਿਸੇ ਟਾਈਮ 'ਚ ਇਹ ਚੀਜ਼ਾਂ ਜਿਹੜੀਆਂ ਮੈਂ ਅੱਜ ਤੋਂ 10 ਸਾਲ ਪਹਿਲਾਂ ਜਿਹੜੀ ਮੈਂ ਕਿਤਾਬ ਲਿਖੀ ਸੀ ਉਹ ਮੈਂ ਜਦੋਂ ਹੁਣ ਪੜ੍ਹਦਾ ਨਾ ਉਹ ਮੈਨੂੰ ਐਂ ਲੱਗਦਾ ਉਹ ਇਤਿਹਾਸ ਹੈ। ਉਦੋਂ ਦੇ ਉਸ ਹਫ਼ਤੇ ਦਾ ਜਿਹੜਾ ਮੁੱਖ ਮੁੱਦਾ ਸੀ ਕੀ ਹੋਇਆ ਦੁਨੀਆ 'ਚ ਸਾਡੇ ਚਾਹੇ ਉਹ NRI ਬਾਰੇ ਸੀ ਜਾਂ ਕਿਸੇ ਹੋਰ ਬਾਰੇ ਉਹ ਪਤਾ ਲੱਗ ਜਾਂਦਾ। ਇਹ ਮੇਰੀ ਕਿਤਾਬ ਦਾ ਸਮਝਣ ਦਾ ਇੱਕ ਤਰੀਕਾ ਹੈ ਜੀ। ਥੈਂਕ ਯੂ। ਬਹੁਤ ਬਹੁਤ ਵਧਾਈਆਂ ਸਾਨੂੰ ਸਾਰਿਆਂ ਨੂੰ ਇਸ ਪੁਸਤਕ ਆਵਾਜ਼ ਏ ਪਰਵਾਜ਼ ਦੇ ਲਈ। ਅਸੀਂ ਸਾਡੇ ਮੁੱਖ ਮਹਿਮਾਨ ਡਾਕਟਰ ਤਜਿੰਦਰ ਕੌਰ ਜੀ ਧਾਲੀਵਾਲ, ਡਾਇਰੈਕਟਰ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਨੂੰ ਮੰਚ ਤੇ ਸੱਦਾ ਦਿੰਦੇ ਹਾਂ ਕਿ ਉਹ ਆਪਣੇ ਅਨਮੋਲ ਵਿਚਾਰ ਸਾਡੇ ਨਾਲ ਸਾਂਝੇ ਕਰਨ। ਮੇਰੇ ਕੋਲ ਨਾ ਤਾਂ ਕੋਈ ਅਨਮੋਲ ਵਿਚਾਰ ਨੇ ਨਾ ਮੈਂ ਬਹੁਤਾ ਲੰਬਾ ਸਮਾਂ ਲੈਣਾ ਤੁਹਾਡੇ ਨਾਲ ਸਾਂਝੇ ਕਰਨ ਵਾਸਤੇ। ਉਹ ਹੁਣ ਤਾਂ ਇਹ ਕਹਿਣਾ ਚਾਹੀਦਾ ਵੀ ਸਾਰੇ ਧੱਕੇ ਨਾਲ ਬਿਠਾਏ ਵਿਦਿਆਰਥੀਓ ਤੇ ਟੀਚਰੋ। ਬਹੁਤ ਹੀ ਸਤਿਕਾਰਯੋਗ ਰਖੜਾ ਸਾਹਿਬ ਬੈਠੇ ਨੇ, ਇਹਨਾਂ ਦਾ ਵੀ ਵਕਤ ਬੇਹੱਦ ਕੀਮਤੀ ਹੈ ਤੇ ਜਿਹੜੀਆਂ ਗੱਲਾਂ ਅਸੀਂ ਵਾਰ-ਵਾਰ ਕਰਦੇ ਮੈਂ ਆਪਣੀ ਜ਼ਿੰਦਗੀ ਦੇ ਨਿਚੋੜ ਚੋਂ ਮੈਨੂੰ ਕਈ ਵਾਰੀ ਚਿੰਤਾ ਹੁੰਦੀ ਆ ਭਾਵੇਂ ਤੁਸੀਂ ਇਹਨੂੰ ਪੈਸਿਮਿਸਟਿਕ ਐਟੀਟਿਊਡ ਹੀ ਕਹੋ। ਮੈਨੂੰ ਲੱਗਦਾ ਹੈ ਕਿ ਮੇਰੇ ਬੇਟੇ ਨੂੰ ਮੇਰੇ ਮਦਰ ਕਿਆ ਕਰਦੇ ਸੀ, ਵਾਵੜੀਆਂ ਕਰ ਪੜਿਆ ਭਰਿਆ ਮੇਰਾ ਸ਼ਹਿਰਾ ਘੋੜੀ ਚੜਿਆ, ਵਾਵੜੀਆਂ ਦੇ ਗੁੱਛੇ ਮੇਰਾ ਸ਼ਹਿਰੂ ਨਾ ਰੋਵੇ ਨਾ ਰੁੱਸੇ। ਤੇ ਅੱਜ ਕੱਲ ਉਹ US ਦੇ ਵਿੱਚ ਸੁਪਰ ਸਪੈਸ਼ਲਿਸਟ ਹੈ ਤੇ ਆਪਣੀ ਨਾਨੀ ਦਾ ਹਾਲ ਪੁੱਛਦਾ ਹੈ, ਮਮ ਹਾਊ ਇਜ਼ ਨਾਨੀ ਮਮ, ਇਜ਼ ਸ਼ੀ ਓਕੇ, ਟੇਕ ਕੇਅਰ। ਤਾਂ ਮੈਂ ਸੋਚਦੀ ਹਾਂ ਕਿ ਕੀ ਇਹ ਡਿਵੈਲਪਮੈਂਟ ਹੈ। ਮੈਂ ਨਾਨੀ ਨੇ ਵੀ ਲੋਰੀਆਂ ਗਾਈਆਂ, ਮਾਂ ਨੇ ਵੀ ਗਾਈਆਂ, ਭੂਆ ਨੇ ਵੀ ਗਾਈਆਂ, 12 ਸਾਲ ਤੱਕ ਤਾਂ ਬਿਲਕੁਲ ਕੋਲ ਰੱਖਿਆ, 12ਵੀਂ ਤੱਕ ਕੋਲ ਰਿਹਾ। ਤੇ ਫਿਰ ਹੁਣ ਜਦੋਂ US ਜਾਂਦਾ ਹੈ ਤੇ ਕਹਿੰਦਾ ਵੀ ਮਮ ਮੈਨੂੰ ਗੁਰੂ ਗ੍ਰੰਥ ਸਾਹਿਬ ਇੰਗਲਿਸ਼ ਦੇ ਵਿੱਚ ਜਿਹੜੀਆਂ ਉਹਦੀਆਂ ਕਾਪੀਜ਼ ਹੈ ਉਹ ਲੈ ਦਿਓ। ਤੇ ਮੈਨੂੰ ਇਹ ਵੀ ਫਿਕਰ ਸੀ ਕਿ ਉਹ ਉਹਨੂੰ ਸੰਭਾਲ ਕੇ ਰੱਖ ਵੀ ਸਕੂਗਾ ਕਿ ਨਹੀਂ ਰੱਖ ਸਕੂਗਾ। ਤਾਂ ਮੈਂ ਉਹਨੂੰ ਇਹ ਪੁੱਛਿਆ ਤੇ ਕਹਿੰਦਾ ਮੰਮਾ ਤੁਸੀਂ ਇਸ ਗੱਲ ਦੀ ਕਿਉਂ ਚਿੰਤਾ ਕਰਦੇ ਹੋ, ਮੈਨੂੰ ਪਤਾ ਹੈ ਨਾ ਇਹਨੂੰ ਸੰਭਾਲ ਕੇ ਕਿਵੇਂ ਰੱਖਣਾ ਹੈ। ਉਹਦੇ ਵਿਆਹ ਤੋਂ ਬਾਅਦ ਉਹਦੀ ਵਾਈਫ ਹਿੰਦੂ ਹੈ। ਜਦ ਮੈਂ ਉਹਦੇ ਘਰ ਜਾਂਦੀ ਹਾਂ ਤਾਂ ਮੈਂ ਦੇਖਦੀ ਹਾਂ ਕਿ ਉਹ ਅਲਮਾਰੀ ਦੇ ਵਿੱਚ ਬੰਦ ਕਿਤਾਬਾਂ ਦੀ ਤਰ੍ਹਾਂ ਹੀ ਪਿਆ ਹੈ। ਤੇ ਫਿਰ ਜਦੋਂ ਮੈਨੂੰ ਰੀਜ਼ਨਿੰਗ ਦਿੰਦਾ ਤੇ ਇਹ ਕਹਿੰਦਾ ਮਮ ਮੈਂ ਕਿਤਾਬ ਹੀ ਤਾਂ ਹੈ, ਇਹ ਸੈਕ੍ਰੇਡ ਕਿਤਾਬ ਹੈ। ਤੇ ਇਹਦੇ ਨਾਲ ਹੋਰ ਵੀ ਇਵੇਂ ਦੀਆਂ ਕਿਤਾਬਾਂ ਪਈਆਂ ਨੇ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਉਸ ਬੱਚੇ ਨੂੰ ਕਾਮਯਾਬ ਕਵਾਂ ਨਾ ਕਾਮਯਾਬ ਕਵਾਂ, ਕਿ ਮੈਂ ਉਹਨੂੰ ਵਾਪਸ ਉਹ ਪੰਜਾਬੀ ਸਿਖਾਉਣ ਲੈ ਕੇ ਆਵਾਂ ਤੇ ਉਹਨੂੰ ਇਹ ਸਿੱਖ ਮਤ ਦੇਵਾਂ ਕਿ ਤੂੰ ਆਪਣੇ ਬੱਚਿਆਂ ਨੂੰ ਇੱਥੇ ਅਮਰੀਕਾ ਦੇ ਵਿੱਚ ਰਹਿ ਕੇ ਪੰਜਾਬੀ ਸਿਖਾ। ਤੇ ਜੇ ਉਹ ਸਿੱਖ ਵੀ ਲੈਣਗੇ ਤਾਂ ਉਹ ਕਿਸ ਪੱਧਰ ਦੀ ਹੋਏਗੀ। ਤੇ ਇੱਕ ਮਾਂ ਹੈ ਜਿਹੜੀ ਉਹ ਜਿਵੇਂ ਇੱਕ ਅੰਦਰੋਂ ਕੁਝ ਮਰਦਾ ਹੈ ਨਾ ਜਦ ਬੱਚੇ ਬਿਲਕੁਲ ਤੁਹਾਨੂੰ ਮੈਂ ਸਮਝਦੀ ਹਾਂ ਵੀ ਉਹ ਇੱਕ ਆਈਡੈਂਟੀਫਾਈ ਨਹੀਂ ਕਰ ਸਕਣਗੇ ਤੁਹਾਨੂੰ ਉਸ ਤਰੀਕੇ ਨਾਲ ਜਿਹੜਾ ਵਾਵੜੀਆਂ ਦੇ ਗੁੱਛੇ 'ਚ ਉਹ ਮਾਣ ਸੀ, ਉਹ ਪਿਆਰ ਸੀ ਵੀ ਜਿਵੇਂ ਮੈਨੂੰ ਲੋਰੀ ਵੀ ਉਵੇਂ ਨਹੀਂ ਦੇਣੀ ਆਊਗੀ ਉਹਨਾਂ ਨੂੰ। ਤੇ ਦੂਸਰਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਬੇਸ਼ੱਕ ਕੰਟਰਾਡਿਕਟਰੀ
ਥੋੜੀ ਜੀ ਵੀ ਗੱਲ ਕਰਨੀ ਸਟੇजेस ਤੋਂ ਚੰਗੀ ਨਹੀਂ ਲੱਗਦੀ, ਪਰ ਮੈਂ ਜੋ ਮਹਿਸੂਸ ਕਰਦੀ ਹਾਂ ਮੈਂ ਗੱਲ ਉਹੀ ਕਰ ਸਕਦੀ ਹਾਂ। ਅਸੀਂ ਕਹਿੰਦੇ ਕਿ ਬੈਸਟ ਆਫ ਦੀ ਬੈਸਟ ਸਿਸਟਮ ਆਈ ਵਾਂਟ ਟੂ ਗਿਵ ਟੂ ਮਾਈ ਚਾਈਲਡ। ਇਸ ਕਰਕੇ ਮੈਂ ਇਸ ਮੁਲਕ ਦਾ ਸਿਸਟਮ ਅੱਛਾ ਨਹੀਂ ਹੈ, ਇਸ ਮੁਲਕ ਦੀ ਪੜ੍ਹਾਈ ਜਿਹੜੀ ਆ ਉਹਦੇ ਵਿੱਚ ਰਿਸ਼ਵਤ ਦੇਣੀ ਪੈਂਦੀ ਹੈ, ਇਸ ਮੁਲਕ ਦੇ ਵਿੱਚ ਜੱਜਮੈਂਟਸ, ਅਸੈਸਮੈਂਟਸ, ਵੈਲੂਏਸ਼ਨਸ ਅੱਛੀਆਂ ਨਹੀਂ ਹੁੰਦੀਆਂ, ਰੁਜ਼ਗਾਰ ਨਹੀਂ ਮਿਲਦਾ। ਮੈਂ ਇਸ ਕਰਕੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੀ ਹਾਂ। ਹੁੰਦਾ ਇਹ ਹੈ ਕਿ ਯੰਗ ਏਜ ਦੇ ਵਿੱਚ ਜਦੋਂ ਬੱਚਾ 35-40 ਸਾਲ ਦੇ ਵਿੱਚ ਡਿਸਾਈਡਿੰਗ ਫੇਜ਼ 'ਚ ਹੁੰਦਾ ਹੈ, ਉਹਦੀਆਂ ਆਪਣੀਆਂ ਵੀ ਕੁਛ ਨਾ ਕੁਛ ਇਸ਼ਾਵਾਂ ਮਰੀਆਂ ਹੋਈਆਂ ਰਹਿ ਜਾਂਦੀਆਂ, ਜਿਨ੍ਹਾਂ 'ਚ ਉਹ ਵੀ ਕਿਤੇ ਨਾ ਕਿਤੇ ਬਾਹਰਲੇ ਮੁਲਕ ਦੇਖਣਾ ਚਾਹੁੰਦਾ ਹੈ, ਉੱਥੇ ਸੈੱਟ ਹੋਣਾ ਚਾਹੁੰਦਾ ਹੈ, ਉਹਦੀ ਰੰਗੀਨੀ ਦੇਖਣਾ ਚਾਹੁੰਦਾ ਹੈ। ਬਹੁਤ ਸਾਰੇ ਇਵੇਂ ਫਸ ਵੀ ਗਏ ਹੋਣਗੇ। ਰੰਧਾਵਾ ਸਾਹਿਬ ਇਹ ਕਹਿੰਦੇ ਨੇ ਕਿ ਬਹੁਤ ਉੱਥੇ ਅਪਰਚੁਨਿਟੀਜ਼ ਆ, ਬਿਜ਼ਨਸ ਦੀਆਂ ਵੀ ਨੇ, ਐਜੂਕੇਸ਼ਨ ਦੀਆਂ ਵੀ ਨੇ, ਬੱਚੇ ਹਰਾਸ ਨਹੀਂ ਹੁੰਦੇ, ਇੰਪਲੋਇਮੈਂਟ ਮਿਲਦੀ ਹੈ। ਬਿਲਕੁਲ ਠੀਕ ਕਹਿੰਦੇ ਨੇ, ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜੇ ਉਹ ਮੁਲਕ ਬਹੁਤ ਅੱਛੇ ਨੇ, ਜੇ ਉੱਥੇ ਸਿਸਟਮ ਬਹੁਤ ਅੱਛੇ ਨੇ, ਤਾਂ ਉੱਥੇ ਮਨੁੱਖ ਹੈ ਜਿਹੜੇ ਬਹੁਤ ਸੁਖੀ ਤੇ ਸੈਟਿਸਫਾਈਡ ਹੋਣੇ ਚਾਹੀਦੇ ਆ। ਫਿਰ ਕੀ ਕਾਰਨ ਹੈ ਕਿ ਉਹਨਾਂ ਮੁਲਕਾਂ ਦੇ ਲੋਕ ਸੌਣ ਵਾਲੀਆਂ ਨੀਂਦ ਦੀਆਂ ਗੋਲੀਆਂ ਸਭ ਤੋਂ ਵਧੇਰੇ ਖਾ ਕੇ ਸੌਂਦੇ ਨੇ? ਉਹਨਾਂ ਦੀ ਗਿਣਤੀ, ਪਾਕਿਸਤਾਨ ਦੀ ਗੱਲ ਕਰ ਰਹੇ ਸੀ ਸਰ ਕਿ ਪਾਕਿਸਤਾਨ ਦੀ ਭਾਸ਼ਾ ਨੂੰ ਅਸੀਂ ਕਹਿੰਦੇ ਉਹ ਖੁਸ਼ ਰਹਿਣੇ ਵੀ, ਇਹ ਮੈਂ ਵੀ ਮਹਿਸੂਸ ਕੀਤਾ ਜੀ ਕਿ ਪਾਕਿਸਤਾਨ ਦੇ ਲੋਕ ਨੇ ਜਿਹੜੇ ਉਹ ਸਾਡੇ ਨਾਲੋਂ ਗਰੀਬ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਹੈਪੀਨੈਸ ਦਾ ਕੋਸ਼ੈਂਟ ਹੈ ਜਿਹੜਾ ਉਹ ਬਿਹਤਰ ਹੈ, ਲੈਂਗੁਏਜ ਦਾ ਕੋਸ਼ੈਂਟ ਵੀ ਹੈ ਜਿਹੜਾ ਉਹ ਬਿਹਤਰ ਹੈ, ਉਹਨਾਂ ਦੀਆਂ ਪਰਸਨੈਲਿਟੀਜ਼ ਦੇ ਵਿੱਚ ਫਰਾਖ ਦਿਲੀ ਸਾਡੇ ਨਾਲੋਂ ਜ਼ਿਆਦਾ ਹੈ। ਮੈਨੂੰ ਇਹ ਵੀ ਲੱਗਦਾ ਹੈ ਕਿ ਉਹਨਾਂ ਦਾ ਖਾਣ ਪੀਣ ਦਾ ਅਮਾਉਂਟ ਵੀ ਜ਼ਿਆਦਾ ਹੈ। ਤੇ ਮੈਨੂੰ ਲੈਂਗੁਏਜ ਦੀ ਤਾਂ ਬਹੁਤ, ਇਸ ਕਾਲਜ ਦੀਆਂ ਜਿੰਨੀਆਂ ਅਸੀਂ ਬਿਲਡਿੰਗਸ ਦੇਖ ਰਹੇ ਹਾਂ ਉਹ ਸਿਰਫ ਇਸ ਕਰਕੇ ਨੇ ਕਿ ਬਹੁਤ ਵੱਡਾ ਸਾਥ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਿਲਿਆ। ਝੱਟ ਨਿੱਕੀਆਂ ਗੱਲਾਂ ਤੇ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਸ਼੍ਰੋਮਣੀ ਕਮੇਟੀ ਇਹ, ਸ਼੍ਰੋਮਣੀ ਕਮੇਟੀ ਉਹ। 34 ਕਾਲਜਾਂ ਦੇ ਵਿੱਚੋਂ 2-3 ਕਾਲਜਸ ਦੀਆਂ ਬਿਲਡਿੰਗਸ, ਇਨਫਰਾਸਟ੍ਰਕਚਰ, ਐਂਬੀਐਂਸ, ਲੈਂਡਸਕੇਪਿੰਗ, ਹਿਊਮਨ ਕੁਆਲਿਟੀ, ਉਹਨਾਂ ਨੂੰ ਪੇਮੈਂਟ, ਸੈਲਰੀਜ਼ ਬੈਸਟ ਮਿਲ ਰਹੀਆਂ ਨੇ। ਅਸੀਂ ਤਾਂ ਸੁਖ ਰਹਿਣੇ ਹੀ ਹੋ ਗਏ ਆ, ਨਾ ਸ਼ੁਕਰ ਹੀ ਹੋ ਗਏ ਆ ਕਿ ਸਾਨੂੰ ਇਹ ਚੀਜ਼ਾਂ ਜਿਹੜੀਆਂ ਇਹਨਾਂ ਦਾ ਹੁਣ ਕੋਈ ਮੁੱਲ ਭਾਅ ਨਹੀਂ ਲੱਗਦਾ। ਸਿਰਫ ਇੱਕ ਬੇਨਤੀ ਹੈ ਇਸ ਖਾਲਸਾ ਕਾਲਜ ਦੇ ਸਟਾਫ ਨੂੰ ਕਿ ਬੇਟੇ ਅੱਜ ਇਹ ਸਮਾਂ ਹੈ, ਬਹੁਤ ਪ੍ਰਿੰਸੀਪਲ ਸਾਹਿਬ ਦਾ ਦਿਲ ਵੱਡਾ ਹੈ, ਪ੍ਰਿੰਸੀਪਲ ਸਾਹਿਬ ਦੀ ਬੜੀ ਵੱਡੀ ਵਿਜ਼ਨ ਹੈ, ਪ੍ਰਿੰਸੀਪਲ ਸਾਹਿਬ ਦਾ ਮਿਲਵਰਤਨ ਬਹੁਤ ਅੱਛਾ ਹੈ ਕਿ ਕਿਤਾਬਾਂ ਨਹੀਂ ਇੰਨਾ ਕੁਛ ਸਿਖਾਉਂਦੀਆਂ ਜਿੰਨੇ ਸਾਖਸ਼ਾਤ ਲੋਕ ਆ ਕੇ ਤੁਹਾਡੇ ਨਾਲ ਗੱਲਾਂ ਕਰਦੇ ਨੇ ਕਿ ਉਹ ਐ ਆਉਂਦੇ, ਇਹਨਾਂ ਦੀ ਦੋਸਤੀ ਦੀ ਖਾਤਰ ਆ ਜਾਂਦੇ ਨੇ। ਤੇ ਇਹਨਾਂ ਦਾ ਤੁਹਾਡੇ ਕੋਲ ਹੋਣਾ ਬਹੁਤ ਵੱਡਾ ਤੁਹਾਡਾ ਸੁਭਾਗ ਹੈ ਕਿ ਤੁਸੀਂ ਕੋਆਰਡੀਨੇਟਡ ਐਫਰਟਸ ਦੇ ਨਾਲ ਕੰਮ ਕਰ ਰਹੇ ਹੋ। ਸਮਾਂ ਬਹੁਤ ਮਾੜਾ ਹੈ, ਇਹਨੂੰ ਗ੍ਰਾਂਟਡ ਨਾ ਲੈ ਲਿਓ ਇਸ ਚੀਜ਼ ਨੂੰ। ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਚੀਜ਼ਾਂ ਹੋ ਸਕਦਾ ਇਸ ਤਰ੍ਹਾਂ ਨਾ ਰਹਿਣ। ਸੋ ਇਸ ਗੱਲ ਕਰਕੇ ਮੈਂ ਤੁਹਾਨੂੰ ਅਵੇਅਰ ਕਰਦੀ ਹਾਂ। ਤੇ ਦੂਸਰੀ ਇੱਕ ਗੱਲ ਕਿ ਪੰਜਾਬੀ ਗਲੋਬਲ ਕਾਨਫਰੰਸ ਬਣ ਗਈ ਹੈ, ਜਗਤ ਪੰਜਾਬੀ ਕਾਨਫਰੰਸ ਨਹੀਂ ਰਹੀ। ਭਾਸ਼ਾ ਦੇ ਸ਼ਬਦ ਤੇ ਅਸੀਂ ਆਪਣੇ ਆਪ ਹੀ ਹਰ ਖਿੱਤੇ ਦੇ ਵਿੱਚ, ਹਰ ਜਗ੍ਹਾ ਤੇ, ਡਾਈਨਿੰਗ ਟੇਬਲ ਤੇ, ਕਲਾਸਰੂਮ ਦੇ ਵਿੱਚ, ਸਟੇਜ ਕੰਡਕਟ ਤੇ ਅਡਾਪਟ ਕਰ ਹੀ ਲਏ ਨੇ। ਵਿਸ਼ਾ ਇਹ ਨਹੀਂ ਹੈ, ਵਿਸ਼ਾ ਸਿਰਫ ਇਹ ਹੈ ਕਿ ਕਾਨਫਰੰਸਾਂ ਹੋ ਗਈਆਂ, ਅਸੀਂ ਘਰੇ ਚਲੇ ਗਏ। ਕਦੀ ਕਿਸੇ ਸਬਜੈਕਟ ਦੀ ਕਿਤਾਬ ਹੈ ਜਿਹੜੀ ਅਸੀਂ ਕੰਟਰੀਬਿਊਟ ਕੀਤੇ, ਉਹ ਬਸ ਸਭ ਏਜੰਡਾ ਇਹ ਹੋਣਾ ਚਾਹੀਦਾ ਹੈ ਕਿ ਆਪਾਂ ਕੋਈ ਸਾਇੰਸ ਦੀਆਂ ਕਿਤਾਬਾਂ ਦਾ ਵਿਸ਼ਾ ਲੈ ਕੇ ਕਿ ਕਿਹੜੇ ਲੈਵਲ ਤੋਂ ਅਸੀਂ ਕਰੀਏ, ਫਿਰ ਅਸੀਂ ਕਾਲ ਦਈਏ ਕਿ ਲੈਟਸ ਕਮ ਫॉर ਦਿਸ ਕਾਲ ਕਿ ਤੁਸੀਂ ਕਿੰਨੇ ਬੰਦੇ ਜਿਹੜੇ ਇਹਦੇ ਲਈ ਕੰਟਰੀਬਿਊਟ ਕਰੋਗੇ ਤਾਂ ਕਿ ਅਸੀਂ ਇਹਦੇ ਸਿੱਟੇ ਵਜੋਂ ਕੁਝ ਉਹਨਾਂ ਨੂੰ ਆਪਾਂ ਦੇ ਸਕੀਏ। ਸੋ ਬਹੁਤ ਬਹੁਤ ਸ਼ੁਕਰੀਆ। ਮੇਰਾ ਤੇ ਤੁਸੀਂ ਮਾਣ ਹੀ ਰੱਖਿਆ। ਮੈਂ ਤੇ ਪੰਜਾਬੀ ਭਾਸ਼ਾ ਦੇ ਬਿਲਕੁਲ ਹੀ ਕੋਈ ਮੈਨੂੰ ਗਿਆਨ ਨਹੀਂ ਹੈ, ਨਾ ਇਹਦੀਆਂ ਫੈਮਿਲੀਜ਼ ਪਤਾ, ਨਾ ਇਹਦੀਆਂ ਕਲਾਸਿਸ ਦਾ ਪਤਾ। ਮੈਨੂੰ ਤਾਂ ਇੰਨਾ ਪਤਾ ਮੈਂ ਪੰਜਾਬੀ ਧੀ ਹਾਂ, ਤੁਹਾਡੀ ਕਿਸੇ ਦੀ ਭੈਣ ਹੈ ਤੇ ਕਿਸੇ ਦੀ ਬੱਚੀ ਹਾਂ। ਬਹੁਤ ਬਹੁਤ ਸ਼ੁਕਰੀਆ ਸਰ। ਬਹੁਤ ਬਹੁਤ ਧੰਨਵਾਦ ਡਾਇਰੈਕਟਰ ਐਜੂਕੇਸ਼ਨ ਮੈਡਮ ਤੇਜਿੰਦਰ ਕੌਰ ਧਾਲੀਵਾਲ ਜੀ। ਹੁਣ ਅਸੀਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕਰਨ ਦੀ ਖੁਸ਼ੀ ਪ੍ਰਾਪਤ ਕਰਨ ਜਾ ਰਹੇ ਹਾਂ।
ਕਾਨਫਰੰਸ ਦੇ ਵਿਦਾਇਗੀ ਸੈਸ਼ਨ ਵਿੱਚ ਮੁੱਖ ਭਾਸ਼ਣ ਦੇ ਚੁੱਕੇ ਬੁੱਧੀਜੀਵੀ ਮੇਰੇ ਅਧਿਆਪਕ ਡਾਕਟਰ ਸਤੀਸ਼ ਕੁਮਾਰ ਵਰਮਾ ਜੀ, ਇੱਕ ਸਨਮਾਨ ਚਿੰਨ੍ਹ ਪ੍ਰਿੰਸੀਪਲ ਸਾਹਿਬ, ਅੱਜ ਦੇ ਵਿਦਾਇਗੀ ਸੈਸ਼ਨ ਦੇ ਮੁੱਖ ਭਾਸ਼ਣ ਦੇ ਚੁੱਕੇ ਬੁੱਧੀਜੀਵੀ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਸਾਹਿਬ ਡਾਕਟਰ ਸਤੀਸ਼ ਕੁਮਾਰ ਵਰਮਾ ਜੀ, ਐਕਸ ਡਾਇਰੈਕਟਰ ਯੂਥ ਵੈਲਫੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ, और जी मैं कहा कि फिल्म बहुत ही बड़े स्टार परमीश वर्मा के फादर, तो मैं वर्मा जी कहना हूँ, पहला मैं कहता होंगे सीगा भी वर्मा जी आ रहे, तो मैं हमेशा ये कहना सर कि परमीश वर्मा के फादर डॉक्टर सतीश कुमार जी सर जी मैडम। कॉन्फ्रेंस के विदायगी सैशन की प्रधानगी कर रहे सरदार गुरजतिंदर सिंह रंधावा जी अमेरिका तो, एक सम्मान चिन्ह कॉन्फ्रेंस के विदायगी सैशन के मुख्य मेहमान डायरैक्टर एजुकेशन डायरैक्टरेट ऑफ एजुकेशन श्रोमणी गुरुद्वारा प्रबंधक कमेटी श्री अमृतसर साहब, मैडम डॉक्टर तजिंदर कौर ढालीवाल जी, बहुत बहुत धन्यवाद। साडे अपने सरदार सुरजीत सिंह रखड़ा जी ऑनरेरी सकत्तर कॉलेज गवर्निंग बॉडी, घोड़े ही है सर, बहुत बहुत धन्यवाद सर। बहुत ही खूबसूरत विदायगी सैशन संपन्न होया। मैं मैडम डॉक्टर तजिंदर कौर जी धालीवाल डायरैक्टर एजुकेशन, सरदार डॉक्टर गुरजतिंदर सिंह जी रंधावा जिन्होंने प्रधानगी की, डॉक्टर सतीश कुमार जी वर्मा मुख वक्ता, साडी कॉन्फ्रेंस के सरपरस्त सुरजीत सिंह जी रखड़ा, सामने तशरीफ फरमा साडे वक्-वक् कालजां तो आए हो प्रिंसीपल साहबान डॉक्टर जसवीर सिंह जी, डॉक्टर कंवल जी, डॉक्टर अमनजीत, साडे बहुत ही विशेष सदे ते पहुंचे हुए सुरजीत सिंह जी भट्टी साहब, प्रोफेसर बलदेव सिंह जी धालीवाल, मेरे सत्कारयोग पिता प्रोफेसर अछू सिंह जी, मिसिज रंधावा दुबई तो शहजादा सिंह जी, राजा सिंह जी, होर सारे जिन्ने सज्जन साथी पहुंचे ने उन्होंने सारिਆਂ ਦਾ बहुत बहुत धन्यवाद करदा। मैं अपने सारे स्टाफ साथियों का बहुत धन्यवाद करदा जिन्होंने लगातार इस कॉन्फ्रेंस का आनंद माणिया।